Yes, please. Good morning, sir. Good morning. Good morning, sir. Good morning, Ji. Good morning, sir. Good morning. Sir. Good morning. Good morning. Good morning, everyone. Today we will discuss national examination paper number one, uh, the Punjab Land Revenue Rules. The Punjab Land Revenue Rules uh, from rule number 47, execution of certain orders of the civil and the criminal courts through revenue officers. Execution of certain orders of the civil and criminal courts through revenue officers. ਰੂਲ ਨੰਬਰ 47 ਚ ਕੀ ਕਿਹਾ ਗਿਆ ਹੈ? ਜਦੋਂ ਕੋਈ ਸਿਵਲ ਕੋਰਟ ਦਾ ਜਾਂ ਕਿਸੇ ਕ੍ਰਿਮੀਨਲ ਕੋਰਟ ਦਾ ਕੋਈ ਆਰਡਰ ਆਵੇ ਰੈਵਨਿਊ ਆਫੀਸਰ ਨੂੰ ਐਗਜ਼ੀਕਿਊਸ਼ਨ ਦੇ ਲਈ, ਜਿਵੇਂ ਸਾਡੇ ਪਾਸ ਆਉਂਦੇ ਆ ਆਰਡਰ ਅਟੈਚਮੈਂਟ ਦੇ ਆਉਂਦੇ ਆ, ਠੀਕ ਹੈ, ਆਕਸ਼ਨਸ ਦੇ ਆਰਡਰ ਆਉਂਦੇ ਆ, ਇਸੇ ਤਰੀਕੇ ਅਪਰੇਜ਼ਮੈਂਟ ਆਫ ਦਾ ਵੈਲਿਊ ਆਫ ਦਾ ਪ੍ਰੋਡਿਊਸ ਬਿਫੋਰ ਸੇਲ, ਅਪਰੇਜ਼ਮੈਂਟ ਆਫ ਦਾ ਵੈਲਿਊ ਆਫ ਦਾ ਪ੍ਰੋਡਿਊਸ ਬਿਫੋਰ ਸੇਲ। ਕੋਈ ਪ੍ਰਾਪਰਟੀ ਕੋਈ ਸੇਲ ਕੀਤੀ ਜਾ ਰਹੀ ਹੈ, ਚਾਹੇ ਕੋਈ ਪ੍ਰੋਡਿਊਸ ਹੈ, ਚਾਹੇ ਕੋਈ ਪ੍ਰਾਪਰਟੀ ਹੈ, ਜਦੋਂ ਸੇਲ ਕੀਤੀ ਜਾਂਦੀ ਹੈ, ਠੀਕ ਹੈ, ਕਿਸੇ ਕੋਰਟ ਦੇ ਆਰਡਰ ਦੇ ਨਾਲ, ਮੇ ਬੀ ਸਿਵਲ ਮੇ ਬੀ ਕ੍ਰਿਮੀਨਲ ਕੋਰਟ, ਕਲੈਕਟਰ ਕੋਲੇ ਆਰਡਰ ਆਉਂਦਾ ਹੈ, ਕਲੈਕਟਰ ਦੇ ਰਾਹੀਂ ਜਿਹੜਾ ਆਰਡਰ ਹੈਗਾ ਉਸ ਨੂੰ ਅਸੀਂ ਰੈਵਨਿਊ ਆਫੀਸਰ ਥਰੂ ਕਾਨੂੰਗੋ ਹਲਕਾ ਜਿਹੜਾ ਹੈਗਾ ਉਹਦੀ ਐਗਜ਼ੀਕਿਊਸ਼ਨ ਕਰਦੇ ਆ। ਪਰ ਇੱਥੇ ਇੱਕ ਪ੍ਰੋਸੈਸ ਦੱਸਿਆ ਗਿਆ ਹੈਗਾ ਵੀ ਜਦੋਂ ਵੀ ਸੇਲ ਕਰਨ ਤੋਂ ਪਹਿਲਾਂ ਕੀ ਹੈ ਉਸ ਪ੍ਰਾਪਰਟੀ ਦੀ ਜਾਂ ਉਸ ਪ੍ਰੋਡਿਊਸ ਦੀ, ਠੀਕ ਹੈ, ਉਹਦੀ ਅਪਰੇਜ਼ਮੈਂਟ ਕਰਨੀ ਹੁੰਦੀ ਹੈ। ਮਤਲਬ ਕਿ ਅਪਰੇਜ਼ਮੈਂਟ ਮਤਲਬ ਵੈਲਿਊਏਸ਼ਨ ਨਿਕਾਲਣੀ ਹੁੰਦੀ ਹੈ ਵੀ ਕਿੰਨੀ ਕੁ ਕੀਮਤ ਦੀ ਇਹ ਪ੍ਰਾਪਰਟੀ ਹੈਗੀ ਜਿਹਦੀ ਅਸੀਂ ਸੇਲ ਕਰਨ ਜਾ ਰਹੇ ਹਾਂ। ਅਪਰੇਜ਼ਮੈਂਟ ਜਿਹੜੀ ਅਪਰੇਜ਼ਮੈਂਟ ਹੁੰਦੀ ਹੈ ਇਹ ਐਡਵਾਂਸ ਹੁੰਦੀ ਹੈ। The collector shall direct that an appraisement of the attached produce ਇੱਕ ਪ੍ਰਾਪਰਟੀ ਹੈ, ਮੂਵਲ ਪ੍ਰਾਪਰਟੀ ਹੈ, ਮੂਵਲ ਜਿਹੜੀ ਹੈਗੀ ਹੈ ਫਸਲ ਹੈ ਕੋਈ ਉਹਦੀ, ਉਹ ਅਟੈਚ ਕੀਤੀ ਹੋਈ ਹੈ ਤਾਂ ਉਹਦੀ ਜਿਹੜੀ ਪ੍ਰੋਡਿਊਸ ਹੈਗੀ ਹੈ ਉਹਦੀ ਕੀਮਤ ਕਿੰਨੀ ਕੁ ਹੋਏਗੀ ਅੰਦਾਜ਼ਾ ਮੌਕੇ ਤੇ may be made by a revenue officer or by the ਕਾਨੂੰਗੋ ਹਲਕਾ in which the land is situated. The produce shall not be sold until the appraisement has been approved by the collector. ਜਿਵੇਂ ਕਿ ਨਾ ਪੁਲਿਸ ਡਿਪਾਰਟਮੈਂਟ ਵੱਲੋਂ ਪਹਿਲਾਂ ਰੇਕੀ ਕੀਤੀ ਜਾਂਦੀ ਹੈ, ਠੀਕ ਹੈ, ਇਸੇ ਤਰੀਕੇ ਦੇ ਨਾਲ ਇਹ ਕਿਹਾ ਗਿਆ ਹੈਗਾ ਵੀ ਜੇ ਕੋਈ ਪ੍ਰਾਪਰਟੀ ਹੈ, ਕੋਈ ਪ੍ਰੋਡਿਊਸ ਹੈਗੀ ਹੈ, ਅਨਕਟ ਮਤਲਬ ਕਿ ਫਸਲ ਹੈਗੀ ਹੈ, ਉਹਦੀ ਕੋਈ ਸੇਲ ਕੀਤੀ ਜਾਣੀ ਹੈ, ਕਿਸੇ ਕੋਰਟ ਨੇ ਅਟੈਚਮੈਂਟ ਕੀਤੀ ਹੋਈ ਹੈ ਉਹਦੀ, ਤਾਂ ਉਸ ਤੋਂ ਪਹਿਲਾਂ ਮੰਨ ਲਓ 10 ਕਿੱਲੇ ਜਾਂ 20 ਕਿੱਲੇ ਫਸਲ ਬੀਜੀ ਵੀ ਹੈ, ਉਸਦੀ ਉਹਦੀ ਬੋਲੀ ਕਰਨੀ ਹੈ, ਤਾਂ ਘੱਟੋ ਘੱਟ ਰੈਵਨਿਊ ਆਫੀਸਰ ਨੂੰ ਜਾਂ ਕਲੈਕਟਰ ਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਅੰਦਾਜ਼ਾ ਕੀਮਤ ਕਿੰਨੀ ਹੈ, ਤਾਂ ਕਿ ਜਿਹੜੀ ਸਾਡੀ ਅਸੀਂ ਬੋਲੀ ਕਰਾਉਣ ਜਾ ਰਹੇ ਹਾਂ ਤਾਂ ਬੋਲੀ ਦੇ ਉੱਪਰ ਜਿਹੜੀ ਪ੍ਰੋਪਰ ਜਿਹੜੀ ਹੈਗੀ ਉਸ ਦੀ ਆਕਸ਼ਨ ਕੀਤੀ ਜਾ ਸਕੇ, ਤੇ ਘੱਟੋ ਘੱਟ ਆਈਡੀਆ ਹੋਵੇ ਵੀ ਤੁਸੀਂ ਕਿੰਨੀ ਕੁ ਕੀਮਤ ਦੀ ਹੈ ਜਿਹੜੀ ਪ੍ਰੋਡਿਊਸ ਬਣਦੀ ਹੈਗਾ, ਤਾਂ ਕਿ ਉਹਦੇ ਅਕੋਰਡਿੰਗ ਜਿਹੜੀ ਹੈਗੀ ਹੈ ਕੋਈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅਣਗਹਿਲੀ ਨਾ ਹੋਵੇ। ਇਸ ਕਰਕੇ ਜਿਹੜੀ ਅਪਰੇਜ਼ਮੈਂਟ ਪਹਿਲਾਂ ਕੀਤੀ ਜਾਂਦੀ ਹੈ, ਐਡਵਾਂਸ ਕੀਤੀ ਜਾਂਦੀ ਹੈ, ਕਲੈਕਟਰ ਦੇ ਆਰਡਰ ਹੀ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਤੱਕ ਅਪਰੇਜ਼ਮੈਂਟ ਨਹੀਂ ਹੋ ਜਾਂਦੀ ਕਿਸੇ ਪ੍ਰਾਪਰਟੀ ਦੀ, ਕਿਸੇ ਪ੍ਰੋਡਿਊਸ ਦੀ ਅਪਰੇਜ਼ਮੈਂਟ ਨਹੀਂ ਹੋ ਜਾਂਦੀ, ਉਦੋਂ ਤੱਕ ਉਹਦੀ ਆਕਸ਼ਨ ਨਹੀਂ ਕੀਤੀ ਜਾਂਦੀ। ਇਹ ਹੈਗਾ ਰੂਲ ਨੰਬਰ 47। ਨੈਕਸਟ ਹੈ ਰੂਲ ਨੰਬਰ 48, ਏਜੰਸੀ ਟੂ ਬੀ ਯੂਜ਼ਡ ਇਨ ਕੰਡਕਟਿੰਗ ਦਾ ਸੇਲ। ਕਿਹੜੀ ਏਜੰਸੀ ਦੇ ਰਾਹੀਂ ਸੇਲ ਕੰਡਕਟ ਕੀਤੀ ਜਾਂਦੀ ਹੈ? ਰੈਵਨਿਊ ਆਫੀਸਰ ਨੇ, ਠੀਕ ਹੈ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਂ ਫਿਰ ਕਾਨੂੰਗੋ ਹਲਕਾ ਦੇ ਰਾਹੀਂ ਜਿਹੜੀ ਸੇਲ ਇੱਦਾਂ ਦੀਆਂ ਆਉਂਦੀਆਂ ਨੇ ਸਾਡੇ ਕੋਲ ਸਿਵਲ ਕੋਰਟਾਂ ਵੱਲੋਂ, ਰੈਵਨਿਊ ਕੋਰਟਾਂ, ਕ੍ਰਿਮੀਨਲ ਕੋਰਟਾਂ ਵੱਲੋਂ, ਜਾਂ ਸਾਡੀ ਆਪਦੀ ਕੋਰਟ ਦੀ ਵੀ ਹੋਵੇ, ਬੇਸ਼ੱਕ ਹੋਵੇ। ਸੇਲ ਆਫ ਦਾ ਪ੍ਰੋਡਿਊਸ ਆਫ ਲੈਂਡ shall be made by the revenue officer or by the ਕਾਨੂੰਗੋ ਹਲਕਾ, field ਕਾਨੂੰਗੋ circle in which the land is situated. When the sale is made by the ਕਾਨੂੰਗੋ, it shall be carried out in the presence of the village headman. ਨਾਲ ਨੰਬਰਦਾਰ ਹੋਏਗਾ ਜੇ ਕਾਨੂੰਗੋ ਹਲਕਾ ਵੱਲੋਂ ਕੀਤੀ ਜਾਂਦੀ ਹੈ, ਬੇਸ਼ੱਕ ਤਹਿਸੀਲਦਾਰ ਵੱਲੋਂ ਵੀ ਕੀਤੀ ਜਾਵੇ ਤਾਂ ਵੀ ਨੰਬਰਦਾਰ ਜਿਹੜਾ ਮੌਕੇ ਦਾ ਹੈਗਾ ਕੋਈ ਨਾ ਕੋਈ ਮੌਕੇ ਤੇ ਪਿੰਡ ਦੇ ਜਿਹੜੇ ਕੁਝ ਲੋਕ ਹੁੰਦੇ ਨੇ, ਮੌਜ਼ਜ਼ ਜਿਹੜੇ ਹੁੰਦੇ ਆ, ਉਹ ਮੌਕੇ ਤੇ ਹਾਜ਼ਰ ਹੋਣੇ ਜ਼ਰੂਰੀ ਹੁੰਦੇ ਆ। Appointed in that behalf by the revenue officer. revenue officer ਕਿਸੇ ਨੰਬਰਦਾਰ ਦੀ ਡਿਊਟੀ ਲਗਾ ਵੀ ਸਕਦੇ ਆ, ਕਿਸੇ ਜਿਹਨੇ ਕਾਨੂੰਗੋ ਹਲਕਾ ਦੇ ਨਾਲ ਜਾਣਾ ਹੁੰਦਾ। ਤੇ ਨਾਲ ਹੀ ਕਿਹਾ ਗਿਆ ਵੀ ਜਿਹੜੀ ਇਹ ਪ੍ਰੋਡਿਊਸ ਹੋਏਗੀ, ਜਿਹੜੀ ਇਹਦੀ ਵੈਲਿਊ ਹੋਏਗੀ, ਸੇਲ ਪ੍ਰੋਸੀਡਸ ਹੋਣਗੇ, ਉਹਦੇ ਚੋਂ 5% ਜਿਹੜਾ ਹੈਗਾ ਕਾਨੂੰਗੋ ਹਲਕਾ ਲੈਣ ਦਾ ਇੰਟਾਈਟਲਮੈਂਟ ਬਣਦੀ ਹੈ। ਕਨਫਰਮੇਸ਼ਨ ਆਫ ਸੇਲ 49 ਚ ਕਿਹਾ ਗਿਆ ਵੀ ਜਿਹੜੀ ਸੇਲ ਹੈਗੀ ਹੈ ਇਹ ਕਨਫਰਮ ਤਦ ਹੀ ਹੁੰਦੀ ਜਦੋਂ ਤੱਕ ਇਹ ਕਲੈਕਟਰ ਜਾਂ ਰੈਵਨਿਊ ਆਫੀਸਰ ਨੂੰ ਕਨਫਰਮ ਨਾ ਕਰ ਦੇਵੇ, ਠੀਕ ਹੈ। ਵੈਨ ਦਾ ਪ੍ਰੋਡਿਊਸ ਸੋਲਡ ਬਾਈ ਕਾਨੂੰਗੋ consists of movable property, the purchase money shall not be received, nor shall it be, sale becomes absolute, ਸੇਲ ਐਬਸੋਲੂਟ ਨਹੀਂ ਬਣ ਜਾਂਦੀ, ਕਨਫਰਮ ਜਦੋਂ ਤੱਕ ਇਸ ਨੂੰ ਕਨਫਰਮ ਨਾ ਕਰ ਦਿੱਤਾ ਜਾਵੇ ਕਲੈਕਟਰ ਦੇ ਵੱਲੋਂ
ਆਪਾਂ ਪਹਿਲਾਂ ਹੀ ਪੜ੍ਹਿਆ ਸੀਗਾ, ਪਹਿਲਾਂ ਜਦੋਂ ਕੋਈ ਲੈਂਡ ਸੇਲ ਕੀਤੀ ਜਾਂਦੀ ਸੀਗੀ, ਉਸ ਲੈਂਡ ਦੀ ਕਨਫਰਮੇਸ਼ਨ ਰੈਵਨਿਊ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਹੈ। ਇਹ ਸੇਲ ਪ੍ਰੋਡਿਊਸ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸੇਲ ਪ੍ਰੋਡਿਊਸ ਨੂੰ ਬੇਸ਼ੱਕ ਕਿਸੇ ਸਿਵਲ ਕੋਰਟ ਨੇ ਇਹਦੀ ਸੇਲ ਕਰਵਾਈ ਹੋਵੇ ਜਾਂ ਕਿਸੇ ਰੈਵਨਿਊ ਕੋਰਟ ਨੇ ਕ੍ਰਿਮੀਨਲ ਕੋਰਟ ਨੇ ਕਰਵਾਈ ਹੋਵੇ, ਪਰ ਇਹ ਜਦੋਂ ਤੱਕ ਕਲੈਕਟਰ ਇਸ ਨੂੰ ਕਨਫਰਮ ਨਹੀਂ ਕਰ ਦਿੰਦਾ, ਠੀਕ ਹੈ, ਉਦੋਂ ਤੱਕ ਇਹ ਐਬਸੋਲੂਟਲੀ ਮੰਨੀ ਜਾਂਦੀ। ਰੂਲ 50 ਚ ਕੀ ਕਿਹਾ ਗਿਆ? ਡੇਟ ਔਨ ਵਿਚ ਪੋਜੈਸ਼ਨ ਇਜ਼ ਟੂ ਬੀ ਗਿਵਨ ਟੂ ਦਾ ਡਿਕਰੀ ਹੋਲਡਰ ਅੰਡਰ ਦਾ ਆਰਡਰ ਆਫ ਦਾ ਸਿਵਲ ਕੋਰਟ। ਸਿਵਲ ਕੋਰਟ ਵੱਲੋਂ ਜਦੋਂ ਰੈਵਨਿਊ ਕੋਰਟ ਦੇ ਕੋਲੇ, ਰੈਵਨਿਊ ਆਫੀਸਰ ਕੋਲੇ ਜਾਂ ਕਲੈਕਟਰ ਕੋਲੇ ਕੋਈ ਆਰਡਰ ਆਂਦਾ ਹੈ ਕਿਸੇ ਵਿਅਕਤੀ ਨੂੰ ਕਬਜ਼ਾ ਦੇਣ ਦਾ, ਕਬਜ਼ਾ ਕਾਰਵਾਈ ਕਰਨ ਦਾ, ਤਾਂ ਉਹ ਕਿਹੜੀ ਤਰੀਕ ਨੂੰ ਕਬਜ਼ਾ ਕਾਰਵਾਈ ਹੋਵੇ, ਮਤਲਬ ਕਹਿੰਦਾ ਭਾਵੇਂ ਕਿਹੜਾ ਸਮਾਂ ਹੁੰਦਾ ਹੈ। ਜਿਵੇਂ ਕਿ ਆਪਾਂ ਦੇਖਿਆ ਸੀ ਮਈ ਦਾ ਮਹੀਨਾ ਹੁੰਦਾ, ਜਿਹੜਾ 15 ਮਈ ਤੋਂ ਲੈ ਕੇ ਮਈ ਦੇ ਮਹੀਨੇ, ਮਈ ਤੇ ਜੂਨ ਦੇ ਮਹੀਨੇ ਜਿਹੜੀ ਹੈਗੀ ਹੈ ਪੋਜੈਸ਼ਨ ਦਿੱਤਾ ਜਾਂਦਾ ਹੈ। ਆਮ ਤੌਰ ਤੇ ਜਨਰਲ ਲਾਅ ਹੈਗਾ, ਠੀਕ ਹੈ। ਪਰ ਇੱਥੇ ਕਿਹਾ ਗਿਆ ਵੀ ਜੇ ਸਿਵਲ ਕੋਰਟ ਨੇ ਕੋਈ ਆਰਡਰ ਭੇਜਿਆ ਤਾਂ ਉਹਦੀ ਐਗਜ਼ੀਕਿਊਸ਼ਨ ਕਦੋਂ ਹੋਣੀ ਹੈ? ਜੇ ਤਾਂ ਡੇਟ ਸਿਵਲ ਕੋਰਟ ਨੇ ਡੇਟ ਲਿਖ ਕੇ ਭੇਜੀ ਹੈਗੀ ਹੈ, ਦੇਖੋ, ਕੋਰਟ ਇਜ਼ ਸੈਂਟ ਟੂ ਦਾ ਕਲੈਕਟਰ ਫॉर द ਐਗਜ਼ੀਕਿਊਸ਼ਨ ਆਫ ਅ ਡਿਕਰੀ ਫॉर द ਪੋਜੈਸ਼ਨ ਆਫ ਲੈਂਡ। ਦ ਕਲੈਕਟਰ ਸ਼ੈਲ ਗਿਵ ਪੋਜੈਸ਼ਨ ਟੂ ਦਾ ਡਿਕਰੀ ਹੋਲਡਰ ਔਨ ਦਾ ਡੇਟ ਸਪੈਸੀਫਾਈਡ ਇਨ ਦਾ ਡਿਕਰੀ। ਜੇ ਡਿਕਰੀ ਦੇ ਵਿੱਚ ਕੋਈ ਡੇਟ ਫਿਕਸ ਕੀਤੀ ਵੀ ਹੈ ਤਾਂ ਉਸ ਡੇਟ ਨੂੰ ਜਿਹੜਾ ਹੈਗਾ ਕਬਜ਼ਾ ਕਾਰਵਾਈ ਕੀਤੀ ਜਾਵੇਗੀ। ਔਰ ਇਹਦਾ ਡਾਇਰੈਕਸ਼ਨਸ ਇਸ਼ੂ ਬਾਈ ਦਾ ਸਿਵਲ ਕੋਰਟ, ਜਾਂ ਸਿਵਲ ਕੋਰਟ ਨੇ ਕੋਈ ਹੋਰ ਡਾਇਰੈਕਸ਼ਨ ਦਿੱਤੀਆਂ ਹੋਣ। ਜੇਕਰ ਕੋਈ ਡੇਟ ਫਿਕਸ ਹੀ ਨਹੀਂ ਕੀਤੀ ਕੋਰਟ ਨੇ, ਸਿਵਲ ਕੋਰਟ ਨੇ ਆਪਦੇ ਆਰਡਰ ਦੇ ਵਿੱਚ, ਆਪਦੀ ਡਿਗਰੀ ਦੇ ਵਿੱਚ ਜਿਹੜੀ ਡਿਗਰੀ ਪਾਸ ਕੀਤੀ ਵੀ ਹੈ ਕਬਜ਼ੇ ਦੀ, ਠੀਕ ਹੈ, ਤਾਂ ਫਿਰ ਕੀ ਹੋਏਗਾ? ਜੇ ਮੌਕੇ ਤੇ ਫਸਲ ਖੜੀ ਹੈ, ਕਾਨੂੰਗੋ ਹਲਕਾ ਮੌਕੇ ਤੇ ਗਿਆ, ਉੱਥੇ ਮੌਕੇ ਤੇ ਫਸਲ ਖੜੀ ਹੈ, ਤਾਂ ਕਾਨੂੰਗੋ ਹਲਕਾ ਵੱਲੋਂ ਕਬਜ਼ਾ ਕਾਰਵਾਈ ਕਰਨ ਦੀ ਬਜਾਏ, ਠੀਕ ਹੈ, ਤਾਂ ਲਿਖ ਕੇ ਭੇਜਿਆ ਜਾਵੇਗਾ ਰਾਹੀਂ ਕਲੈਕਟਰ ਕੋਰਟ ਨੂੰ ਵੀ ਕਿ ਇੱਥੇ ਮੌਕੇ ਤੇ ਫਸਲ ਖੜੀ ਹੈ, ਤਾਂ ਕੀ ਇਸ ਜਿਹੜਾ ਆਰਡਰ ਹੈਗਾ ਇਸ ਨੂੰ ਇਮੀਡੀਏਟ ਐਗਜ਼ੀਕਿਊਟ ਕੀਤਾ ਜਾਵੇ ਜਾਂ ਇਸ ਨੂੰ ਡਿਲੇ ਕੀਤਾ ਜਾਵੇ ਫਸਲ ਕੱਟਣ ਤੱਕ, ਠੀਕ ਹੈ। ਇਹ ਲਿਖ ਕੇ ਭੇਜਿਆ ਜਾਵੇਗਾ ਜੇ ਸਪੈਸੀਫਾਈ ਨਹੀਂ ਕੀਤਾ ਗਿਆ ਕਬਜ਼ਾ ਕਾਰਵਾਈ ਦੀ ਡੇਟ ਸੰਬੰਧੀ ਕੋਰਟ ਵੱਲੋਂ। ਫਿਰ ਉਸ ਤੋਂ ਬਾਅਦ ਜਦੋਂ ਕੋਰਟ ਦਾ ਆਰਡਰ ਆਉਂਦਾ ਫਿਰ ਉਹਦੇ ਅਕੋਰਡਿੰਗ ਜਿਹੜੀ ਹੈਗੀ ਕਾਰਵਾਈ ਕੀਤੀ ਜਾਂਦੀ ਹੈ। ਇਹ ਆਰਡਰ, ਇਹ ਰਿਪੋਰਟ ਉਹਨਾਂ ਹਾਲਾਤਾਂ 'ਚ ਹੀ ਕੀਤੀ ਜਾ ਸਕਦੀ ਹੈ ਜੇ ਮੌਕੇ ਤੇ ਫਸਲ ਖੜੀ ਹੋਵੇ, ਵੀ ਕੀ ਫਸਲ ਦੇ ਕੱਟਣ ਤੱਕ ਵੇਟ ਕਰ ਲਈ ਜਾਵੇ, ਠੀਕ ਹੈ। ਨੈਕਸਟ ਹੈਗਾ ਕਲੈਕਸ਼ਨ ਆਫ ਲੈਂਡ ਰੈਵਨਿਊ ਰੂਲਸ। ਆਪਾਂ ਕਲੈਕਸ਼ਨ ਆਫ ਲੈਂਡ ਰੈਵਨਿਊ ਦੇ ਜਿਹੜੇ ਸੈਕਸ਼ਨ ਸੀਗੇ ਲੈਂਡ ਰੈਵਨਿਊ ਐਕਟ ਦੇ ਵਿੱਚ ਅਸੀਂ ਪੜ੍ਹੇ ਸੀ, ਸੈਕਸ਼ਨ 61 ਤੋਂ ਲੈ ਕੇ 96 ਤੱਕ, ਠੀਕ ਹੈ। ਪ੍ਰੋਸੈਸ ਕੀ ਹੈਗਾ ਕਲੈਕਸ਼ਨ ਕਰਨ ਦਾ? ਸੈਕਸ਼ਨ 67 ਚ ਦੱਸਿਆ ਗਿਆ ਸੀ 7-8 ਜਿਹੜੀਆਂ ਕਾਰਵਾਈਆਂ ਹੈਗੀਆਂ ਸੀਗੀਆਂ। ਰਿਟ ਆਫ ਡਿਮਾਂਡ ਸੈਕਸ਼ਨ 68, ਵਾਰੰਟ ਜਾਰੀ ਕਰ ਸਕਦੇ ਹਾਂ ਸੈਕਸ਼ਨ 69 ਦੇ ਤਹਿਤ। ਇਹ ਉਹਦੇ ਸੰਬੰਧੀ ਵਿੱਚ ਕੁਝ ਮਾੜੇ ਮੋਟੇ ਜਿਹੜੇ ਰੂਲਸ, ਜਿਹੜੇ ਕੋਈ ਕਾਰਵਾਈ ਉੱਥੇ ਕਵਰ ਨਹੀਂ ਹੁੰਦੀਆਂ, ਉਹਦੇ ਸੰਬੰਧ ਚ ਦੱਸਿਆ ਗਿਆ ਕਲੈਕਸ਼ਨ ਆਫ ਲੈਂਡ ਰੈਵਨਿਊ। ਰੂਲ 52 ਪਲੇਸ ਆਫ ਪੇਮੈਂਟ ਐਂਡ ਪੇਮੈਂਟ ਟੂ ਅਸਾਈਨੀ। ਕਿਹੜੀ ਜਗ੍ਹਾ ਤੇ ਪੇਮੈਂਟ ਹੋਏਗੀ ਅਸਾਈਨੀ ਨੂੰ? ਪਲੇਸ ਆਫ ਪੇਮੈਂਟ ਕਿਹੜਾ ਹੋਏਗਾ? ਲੈਂਡ ਰੈਵਨਿਊ ਪੇਬਲ ਇਨ ਕੈਸ਼ ਸ਼ੈਲ ਬੀ ਪੇਡ ਐਟ ਦਾ ਆਫਿਸ ਆਫ ਦਾ ਤਹਿਸੀਲ ਵਿਚ ਦਾ ਸਟੇਟ ਬਿਲੋਂਗਸ, ਠੀਕ ਹੈ। ਲੈਂਡ ਰੈਵਨਿਊ ਕਿੱਥੇ ਪੇ ਹੁੰਦਾ ਹੈਗਾ? ਤਹਿਸੀਲ 'ਚ ਪੇ ਹੁੰਦਾ ਹੈ, ਜਿਹੜੀ ਤਹਿਸੀਲ ਦੇ ਵਿੱਚ ਉਹ ਪਿੰਡ ਪੈਂਦਾ ਹੈ, ਐਕਸੈਪਟ ਦਾ ਫੋਲੋਇੰਗ ਕੇਸਸ। ਕੁਛ ਦੱਸਿਆ ਗਿਆ ਨਾਲ ਵੀ ਇਹਨਾਂ ਹਾਲਾਤਾਂ ਦੇ ਵਿੱਚ। ਜਾਂ ਫਿਰ ਕੀ ਹੈਗਾ? ਵੇਅਰ ਦਾ ਤਹਿਸੀਲ ਟ੍ਰੈਜਰੀ ਐਟ ਦਾ ਡਿਸਟ੍ਰਿਕਟ ਹੈਡਕੁਆਟਰ। ਜੇ ਤਹਿਸੀਲ ਟ੍ਰੈਜਰੀ ਜਿਹੜੀ ਹੈਗੀ ਹੈ, ਜਿਵੇਂ ਹੁਣ ਪਟਿਆਲਾ ਡਿਸਟ੍ਰਿਕਟ ਦੀ ਗੱਲ ਕਰ ਲਈਏ, ਇੱਥੇ ਤਹਿਸੀਲ ਦੀ ਵੱਖਰੀ ਟ੍ਰੈਜਰੀ ਨਹੀਂ ਹੈਗੀ, ਇੱਥੇ ਡਿਸਟ੍ਰਿਕਟ ਲੈਵਲ ਤੇ ਹੀ ਟ੍ਰੈਜਰੀ ਹੁੰਦੀ ਹੈ। ਕੋਈ ਵੀ ਡਿਸਟ੍ਰਿਕਟ ਹੈਗਾ ਉਹਦੀਆਂ ਟ੍ਰੈਜਰੀਆਂ ਤਹਿਸੀਲ ਲੈਵਲ ਤੇ ਨਹੀਂ ਹੁੰਦੀਆਂ, ਬੇਸ਼ੱਕ ਤਹਿਸੀਲ ਵੱਖਰੀ ਤਹਿਸੀਲ ਹੁੰਦੀ ਹੈ ਡਿਸਟ੍ਰਿਕਟ ਹੈਡਕੁਆਟਰ ਤੇ ਵੀ, ਪਰ ਉਹਦੀ ਟ੍ਰੈਜਰੀ ਵੱਖਰੀ ਨਹੀਂ ਹੁੰਦੀ ਹੈਗੀ, ਕਿਉਂਕਿ ਡਿਸਟ੍ਰਿਕਟ ਹੈਡਕੁਆਟਰ ਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਹੁੰਦਾ ਹੈ। ਇਸ ਕਰਕੇ ਇੱਦਾਂ ਦੀਆਂ ਜਿਹੜੀਆਂ ਪੇਮੈਂਟਸ ਫਿਰ ਹੁੰਦੀਆਂ ਨੇ, ਜਿੱਥੇ ਡਿਸਟ੍ਰਿਕਟ ਟ੍ਰੈਜਰੀ ਹੋਵੇ ਤਾਂ ਡਾਇਰੈਕਟ ਪੇਮੈਂਟ ਜਿਹੜੀ ਹੈਗੀ ਆ ਡਿਸਟ੍ਰਿਕਟ ਟ੍ਰੈਜਰੀ ਜਮ੍ਹਾਂ ਕਰਾਈ ਜਾਂਦੀ ਹੈ ਲੈਂਡ ਰੈਵਨਿਊ ਦੀ। ਇਸ ਤੋਂ ਪਹਿਲਾਂ ਜਿਹੜੀ ਹੈਗੀ ਹੈ ਤਹਿਸੀਲਦਾਰ ਵੱਲੋਂ ਚੈੱਕ ਕੀਤਾ ਜਾਂਦਾ ਸਾਰਾ ਰਿਕਾਰਡ, ਮਸਲ ਬਾਕੀ ਨਵੀਸ ਵੱਲੋਂ ਪੇਮੈਂਟਸ ਬਣਾ ਕੇ ਦਿੱਤੀਆਂ ਜਾਂਦੀਆਂ ਨੇ, ਤੇ ਨੰਬਰਦਾਰ ਜਿਹੜੇ ਜਾ ਕੇ ਹੈਗੇ ਉਹ ਖਜ਼ਾਨੇ 'ਚ ਜਾ ਕੇ ਪੇਮੈਂਟ ਜਮ੍ਹਾਂ ਕਰਾਉਂਦੇ ਨੇ। ਤਹਿਸੀਲਦਾਰ ਦੇ ਵੱਲੋਂ ਚਲਾਨ ਕੱਟ ਕੇ ਦਿੱਤਾ ਜਾਂਦਾ ਹੈ, ਜਿਹਦੇ ਤੌਰ ਤੇ ਜਿਹੜਾ ਤਹਿਸੀਲਦਾਰ ਰੈਵਨਿਊ ਅਕਾਊਂਟੈਂਟ ਹੁੰਦਾ ਹੈ, ਜਿਹਨੂੰ ਆਪਾਂ ਮਸਲ ਬਾਕੀ ਨਵੀਸ ਵੀ ਕਹਿ ਦਿੰਦੇ ਹਾਂ, ਉਹ ਸਾਰਾ ਇਸ ਵਿਸ਼ੇ ਦੇ ਨਾਲ ਇੰਗੇਜ ਹੁੰਦਾ ਹੈ। ਜਾਂ ਫਿਰ ਕੀ ਹੈ? ਵੇਅਰ ਸਪੈਸ਼ਲ ਅਰੇਂਜਮੈਂਟ ਹੈਜ਼ ਬੀਨ ਮੇਡ ਵਿਦ ਦਾ ਸੈਂਕਸ਼ਨ ਆਫ ਦਾ ਡਿਪਟੀ ਕਮਿਸ਼ਨਰ। ਜਨਰਲੀ ਪੇਮੈਂਟ ਤਹਿਸੀਲ 'ਚ ਕੀਤੀ ਜਾਂਦੀ ਹੈ, ਫਿਰ ਜਾਂ ਡਿਸਟ੍ਰਿਕਟ ਹੈਡਕੁਆਟਰ ਤੇ ਕੀਤੀ ਜਾਂਦੀ ਹੈ, ਜਾਂ ਫਿਰ ਕੋਈ ਸਪੈਸ਼ਲ ਅਰੇਂਜਮੈਂਟ ਕੀਤੇ ਜਾਂਦੇ ਨੇ ਕਲੈਕਸ਼ਨ ਦੇ, ਲੈਂਡ ਰੈਵਨਿਊ ਦੀ ਕਲੈਕਸ਼ਨ ਦੇ। ਵੇਅਰ ਸਪੈਸ਼ਲ ਅਰੇਂਜਮੈਂਟ ਹੈਜ਼ ਬੀਨ ਮੇਡ ਵਿਦ ਦਾ ਸੈਂਕਸ਼ਨ ਆਫ ਦਾ ਡਿਪਟੀ ਕਮਿਸ਼ਨਰ ਅਥੋਰਾਈਜ਼ਿੰਗ ਐਨੀ ਪਰਸਨ ਅੰਡਰ ਦਾ ਅੰਗੇਜਮੈਂਟ। ਕਿਸੇ ਵਿਅਕਤੀ ਨੂੰ ਅਥੋਰਾਈਜ਼ ਕੀਤਾ ਜਾਂਦਾ ਹੈ ਮਾਮਲਾ ਲੈਣ ਦੇ ਲਈ, ਇਕੱਠਾ ਕਰਨ ਦੇ ਲਈ, ਕਲੈਕਸ਼ਨ ਕਰਨ ਦੇ ਲਈ, ਫਿਰ ਵੀ ਉਹ ਮਾਮਲਾ ਇਕੱਠਾ ਕਰਕੇ ਹੈਗਾ ਡਿਸਟ੍ਰਿਕਟ ਟ੍ਰੈਜਰੀ ਜਮ੍ਹਾਂ ਕਰਾਉਂਦੇ ਆ। ਵੇਅਰ ਦਾ ਸਪੈਸ਼ਲ ਪਰਮਿਸ਼ਨ ਟੂ ਦਾ ਕਮਿਸ਼ਨਰ ਹੈਜ਼ ਬੀਨ ਗਿਵਨ authorizing any person to pay land revenue। ਕਈ ਵਾਰੀ ਕੀ ਹੁੰਦਾ ਹੈਡਕੁਆਟਰਸ ਟ੍ਰੈਜਰੀ ਅਨਦਰ ਡਿਸਟ੍ਰਿਕਟ, ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੀ ਹੈਗਾ
ਇੱਦਾਂ ਦੇ ਕੋਈ ਅਰੇਂਜਮੈਂਟ ਕੀਤੇ ਜਾਂਦੇ ਨੇ। ਕਈ ਵਾਰੀ ਕਈ ਜ਼ਿਲ੍ਹਿਆਂ ਦੀ ਜਿਹੜੀ ਰਿਕਵਰੀ ਹੈਗੀ ਹੈ ਕਿਸੇ ਇੱਕ ਡਿਵੀਜ਼ਨ ਦੇ ਵਿੱਚ ਜਾ ਕੇ ਜਮ੍ਹਾਂ ਕਰਾਉਣੀ ਹੁੰਦੀ ਹੈ, ਤਾਂ ਫਿਰ ਕਮਿਸ਼ਨਰ ਪੱਧਰ ਤੇ ਕਿਸੇ ਹੋਰ ਡਿਵੀਜ਼ਨ ਦੇ ਕਿਸੇ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਪਰ ਜਿਹੜੀ ਟ੍ਰੇਜਰੀ ਹੈਗੀ ਆ ਉੱਥੇ ਵੀ ਪੇਮੈਂਟ ਜਿਹੜੀ ਜਮ੍ਹਾਂ ਕਰਾਈ ਜਾ ਸਕਦੀ ਹੈ। ਇਹ ਟਾਈਮ ਟੂ ਟਾਈਮ ਜਿਵੇਂ ਵੀ ਮਤਲਬ ਕਿ ਗਵਰਨਮੈਂਟ ਨੂੰ ਸੂਟ ਕਰਦਾ ਹੈਗਾ ਉਹਦੇ ਅਕੋਰਡਿੰਗ ਜਿਹੜੀ ਕਲੈਕਸ਼ਨ ਕੀਤੀ ਜਾਂਦੀ ਹੈ ਤੇ ਪੇਮੈਂਟ ਜਮ੍ਹਾਂ ਕਰਾਈ ਜਾਂਦੀ ਹੈ। ਮਤਲਬ ਕਿ ਅਨਦਰ ਡਿਵੀਜ਼ਨ ਦੀ ਕਿਸੇ ਹੋਰ ਡਿਵੀਜ਼ਨ ਦੇ ਵਿੱਚ ਵੀ ਜਿਹੜੀ ਪੇਮੈਂਟ ਹੈ ਜਮ੍ਹਾਂ ਕਰਾਈ ਜਾ ਸਕਦੀ ਹੈ, ਕਮਿਸ਼ਨਰ ਵੱਲੋਂ ਆਰਡਰ ਕੀਤੇ ਜਾ ਸਕਦੇ ਨੇ ਇੱਦਾਂ ਦੇ। ਵੇਅਰ ਦਾ ਲੈਂਡ ਰੈਵਨਿਊ ਇਜ਼ ਅਸਾਈਨਡ, ਜਦੋਂ ਕਿ ਲੈਂਡ ਰੈਵਨਿਊ ਕਿਸੇ ਅਸਾਈਨੀ ਨੂੰ ਅਸਾਈਨ ਕੀਤਾ ਜਾਂਦਾ ਹੈ ਕਿਸੇ ਇਵਜ਼ ਦੇ ਵਿੱਚ, ਕਿਸੇ ਰਿਵਾਰਡ ਦੇ ਵਜੋਂ, ਠੀਕ ਹੈ। ਐਂਡ ਦਾ ਅਸਾਈਨੀ ਹੈਜ਼ ਮੇਡ ਅਰੇਂਜਮੈਂਟਸ ਸੈਟਿਸਫੈਕਟਰੀ ਟੂ ਦਾ ਕਲੈਕਟਰ, ਤਾਂ ਅਸਾਈਨੀ ਜਿਹੜੀ ਕਹਿੰਦਾ ਹੈ ਵੀ ਮੈਂ ਇੱਥੇ ਇਸ ਜਗ੍ਹਾ ਤੇ ਮਾਮਲਾ ਇਕੱਠਾ ਕਰ ਲਓ, ਮੈਂ ਸਾਰੇ ਪ੍ਰਬੰਧ ਮੈਂ ਕਰ ਦਾਂਗਾ, ਟੈਂਟ ਦਾ, ਹੋਰ ਦਾ, ਇਹ ਉਹ, ਪਬਲਿਕ ਦੇ ਬੈਠਣ ਦਾ, ਜਨਤਾ ਦੇ ਬੈਠਣ ਦਾ ਜਾਂ ਸਰਕਾਰੀ ਕਰਮਚਾਰੀਆਂ ਦੇ ਬੈਠਣ ਦਾ ਜਿਹੜਾ ਇੰਤਜ਼ਾਮ ਹੈ ਮੈਂ ਸਾਰਾ ਕਰ ਦਾਂਗਾ। ਤਾਂ ਕਈ ਥਾਂ ਤੇ ਇੱਦਾਂ ਵੀ ਹੁੰਦਾ ਹੈਗਾ ਵੀ ਇੱਥੇ ਜਿਹੜੀ ਮਤਲਬ ਕਿ ਜਿੱਥੇ ਅਸਾਈਨੀ ਪ੍ਰਬੰਧ ਕਰਦਾ ਹੈ ਬੈਠਣ ਦੇ, ਠੀਕ ਹੈ, ਉੱਥੇ ਵੀ ਮਾਮਲਾ ਇਕੱਠਾ ਕੀਤਾ ਜਾ ਸਕਦਾ ਹੈ or by him or within 15 days after the dates fixed for the payment of the installments of the government demands. In this case the payment shall be made at the place so approved, ਜਿੱਥੇ ਵੀ ਸਰਕਾਰ ਨੇ ਕਿਹਾ ਹੈ ਵੀ ਕਲੈਕਸ਼ਨ ਕਿੱਥੇ ਕਰਨੀ ਹੈ ਤੇ ਜਮ੍ਹਾਂ ਕਿੱਥੇ ਪੈਸੇ ਕਰਵਾਉਣੇ ਹੈਗੇ ਆ, ਉਹ ਮਤਲਬ ਕਿ ਜੋ ਆਰਡਰ ਦੇ ਮੁਤਾਬਕ ਜਿਹੜੀ ਪੇਮੈਂਟ ਹੈ ਜਮ੍ਹਾਂ ਕਰਾਈ ਜਾਂਦੀ ਹੈ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਵੇਂ ਕਈ ਵਾਰੀ ਕੀ ਹੁੰਦਾ ਹੈ 5-5 6 ਪਿੰਡ ਕਿਸੇ ਜਗੀਰਦਾਰ ਨੂੰ ਲੋਟ ਕਰ ਦਿੱਤੇ ਜਾਂਦੇ ਆ ਵੀ ਤੁਹਾਨੂੰ ਜਿਹੜਾ ਮਾਮਲਾ ਹੈਗਾ ਇਹਨਾਂ ਪਿੰਡ ਦਾ ਜਿਹੜਾ ਮਾਮਲਾ ਹੈਗਾ ਇਕੱਠਾ ਕਰਕੇ ਸਾਰਾ ਇਸ ਜਗੀਰਦਾਰ ਨੂੰ ਦੇਣਾ ਹੈਗਾ। ਤਾਂ ਜਗੀਰਦਾਰ ਵੀ ਹੈਗਾ ਉਹ ਮਾਮਲਾ ਇਕੱਠਾ ਕਰਨ ਦੀ ਸਰਕਾਰ ਦੀ ਹੈਲਪ ਕਰਦਾ ਹੈ, ਉਹ ਸਪੈਸ਼ਲ ਅਰੇਂਜਮੈਂਟ ਕੀਤੇ ਜਾਂਦੇ ਉਹਦੇ ਵੱਲੋਂ। ਕਈ ਵਾਰੀ ਕੀਤੇ ਵੀ ਜਾਂਦੇ, ਕਈ ਵਾਰੀ ਨਹੀਂ ਵੀ ਕੀਤੇ ਜਾਂਦੇ। ਕਈ ਵਾਰੀ ਜਿਹੜਾ ਮਾਮਲਾ ਹੁੰਦਾ ਉਹ ਪਿੰਡ ਦੇ ਨੰਬਰਦਾਰਾਂ ਰਾਹੀਂ ਇਕੱਠਾ ਕੀਤਾ ਜਾਂਦਾ। ਫਿਰ ਜਦੋਂ ਮਾਮਲਾ ਪਿੰਡ ਦੇ ਨੰਬਰਦਾਰਾਂ ਰਾਹੀਂ ਇਕੱਠਾ ਕੀਤਾ ਜਾਂਦਾ ਤਾਂ ਫਿਰ ਕੀ ਹੁੰਦਾ ਉਹਦੇ ਵਿੱਚ ਕੁਝ ਡਿਡਕਸ਼ਨ ਕੀਤੀ ਜਾਂਦੀ ਹੈ, ਡਿਡਕਸ਼ਨ ਕਰਕੇ ਫਿਰ ਜਿਹੜੀ ਪੇਮੈਂਟ ਨੂੰ ਦਿੱਤੀ ਜਾਂਦੀ ਹੈ ਨੰਬਰ ਉਸ ਨੂੰ, ਜਗੀਰਦਾਰ ਨੂੰ। if only part of the land revenue of an estate has been assigned, ਜਿੱਥੇ ਕਿਤੇ ਪੂਰਾ ਕਈ ਥਾਂ ਤੇ ਪੂਰਾ ਮਾਮਲਾ, ਪੂਰੇ ਪਿੰਡ ਦਾ ਮਾਮਲਾ ਜਿਹੜਾ ਅਸਾਈਨ ਕੀਤਾ ਗਿਆ ਹੁੰਦਾ ਹੈ ਅਸਾਈਨੀ ਨੂੰ, ਠੀਕ ਹੈ। ਪਰ ਕਈ ਥਾਂ ਤੇ ਕੀ ਹੁੰਦਾ ਪਿੰਡ ਦਾ ਕੁਝ ਪਾਰਟ, ਪਿੰਡ ਦੇ ਮਾਮਲੇ ਦਾ ਕੁਝ ਪਾਰਟ ਅਸਾਈਨ ਕੀਤਾ ਗਿਆ ਹੁੰਦਾ ਹੈ ਅਸਾਈਨੀ ਨੂੰ। ਦਾ ਅਸਾਈਨੀ ਸ਼ੈਲ ਨਾਟ ਬੀ ਪਰਮਿਟਡ ਟੂ ਅਪਾਇੰਟ ਅੰਡਰ ਦਿਸ ਰੂਲ, ਤਾਂ ਫਿਰ ਉਸ ਨੂੰ ਕੋਈ ਸਪੇਸ ਜਿਹੜੀ ਹੈਗੀ ਹੈ, ਪਲੇਸ ਕੋਈ ਹੈਗੀ ਹੈ ਇੱਦਾਂ ਦੀ ਕੋਈ ਉਹਨੂੰ ਮਤਲਬ ਕਿ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਜਿੱਥੇ ਉਹ ਪ੍ਰਬੰਧ ਖੁਦ ਕਰੇ due to him other than a place in the state। ਤਾਂ ਫਿਰ ਜਿਹੜੇ ਪ੍ਰਬੰਧ ਹੈਗੇ ਉਹ ਸਟੇਟ ਲੈਵਲ ਤੇ ਜਿਵੇਂ ਤਹਿਸੀਲ ਦੇ ਵਿੱਚ ਜਿਹੜਾ ਮਾਮਲਾ ਹੈਗਾ ਨੰਬਰਦਾਰਾਂ ਰਾਹੀਂ ਕਲੈਕਟ ਕਰਕੇ ਤਹਿਸੀਲ ਜਮ੍ਹਾਂ ਕਰਾਇਆ ਜਾਂਦਾ ਹੈ। ਰੂਲ 53 ਚ ਕੀ ਕਿਹਾ ਗਿਆ, places of the appraisement and payment where the amount payable is determined by the appraisement। ਜਿੱਥੇ ਲੈਂਡ ਰੈਵਨਿਊ ਜਿਹੜਾ ਹੈਗਾ ਇਨ ਕਾਈਂਡ ਜਾਂ ਲੈਂਡ ਰੈਵਨਿਊ ਦੀ ਜਿਹੜੀ ਹੈਗੀ ਹੈ ਪੇਮੈਂਟ ਕਿਵੇਂ ਬਣਦੀ ਹੈ, ਉਹ ਵੈਲਿਊਏਸ਼ਨ ਤੇ ਜਿਹੜੀ ਪ੍ਰੋਡਿਊਸ ਹੋਈ, ਪੈਦਾਵਾਰ ਕਿੰਨੇ ਪੈਸੇ ਦੀ ਹੈ, ਕਿੰਨੀ ਅਮਾਊਂਟ ਦੀ ਹੈ, ਇਹਦਾ ਲੈਂਡ ਰੈਵਨਿਊ ਕਿੰਨਾ ਬਣੇਗਾ, ਠੀਕ ਹੈ। ਜਦੋਂ ਇਦਾਂ ਦੀ ਕਿਤੇ ਗੱਲ ਹੁੰਦੀ ਹੈ 50 ਰੂਲ 'ਚ ਕਿਹਾ ਗਿਆ ਹੈਗਾ ਵੀ ਪਲੇਸਿਸ ਆਫ ਦਾ ਅਪਰੇਜ਼ਮੈਂਟ, ਜਿਹੜੀ ਪ੍ਰੋਡਿਊਸ ਹੈ ਉਹਦੀ ਅਪਰੇਜ਼ਮੈਂਟ ਕਿੱਥੇ ਹੋਏਗੀ, ਜਿੱਥੇ ਕਲੈਕਸ਼ਨ ਕੀਤੀ ਗਈ ਹੈ, ਜਿੱਥੇ ਇਕੱਠਾ ਕਰਕੇ ਜਿਹੜਾ ਅਨਾਜ ਰੱਖਿਆ ਗਿਆ ਉਸੇ ਜਗ੍ਹਾ ਤੇ ਉਸ ਖੇਤ ਦੇ ਵਿੱਚ ਹੀ ਜਾ ਕੇ ਉਹਦੀ ਅਪਰੇਜ਼ਮੈਂਟ ਹੋਣੀ ਹੈ, ਉਹਦੀ ਵੈਲਿਊਏਸ਼ਨ ਕੀਤੀ ਜਾਣੀ ਹੈ। ਐਂਡ ਪੇਮੈਂਟ ਵੇਅਰ ਦਾ ਅਮਾਊਂਟ ਪੇਬਲ ਇਜ਼ ਡਿਟਰਮਾਈਨਡ by the appraisement, whereby the terms and current assessment of the land revenue is payable in cash, but the amount to be paid at each harvest is determined। ਹਰ ਫਸਲ ਦਾ appraisement ਤੇ ਡਿਪੈਂਡ ਕਰਦਾ ਹੋਵੇ ਲੈਂਡ ਰੈਵਨਿਊ ਵੀ ਕਿੰਨੀ ਫਸਲ ਹੋਏਗੀ, ਕਿੰਨਾ ਮਾਮਲਾ ਬਣੇਗਾ, ਕਿੰਨੀ ਫਸਲ ਹੋਏਗੀ, ਕਿੰਨਾ ਮਾਮਲਾ ਬਣੇਗਾ। the appraisement shall be made by the revenue officer। ਤਾਂ ਜਿਹੜੀ appraisement ਕਿਹਨੇ ਕਰਨੀ ਹੈ, revenue officer ਜਾਂ ਕਾਨੂੰਗੋ ਹਲਕਾ ਵੱਲੋਂ ਕੀਤੀ ਜਾਂਦੀ ਹੈ। or other agent appointed by the collector in this behalf at the place where the produce is grown, ਜਿੱਥੇ ਫਸਲ ਪੈਦਾ ਕੀਤੀ ਗਈ ਸੀਗੀ ਉਸੇ ਜਗ੍ਹਾ ਤੇ ਜਾ ਕੇ ਹੀ ਜਿਹੜੀ ਹੈਗੀ ਉਹਦੀ ਅਪਰੇਜ਼ਮੈਂਟ ਹੋਈ ਵੀ ਇਹਦੀ ਵੈਲਿਊ ਕਿੰਨੀ ਬਣਦੀ ਹੈ ਤੇ ਇਹਦਾ ਮਾਮਲਾ ਕਿੰਨਾ ਬਣੇਗਾ, ਠੀਕ ਹੈ। ਬਟ the land revenue determined to be due shall be paid at the place and the manner provided under the last following rules। ਜਿਵੇਂ ਕਿ ਪਿੱਛੇ ਆਪਾਂ ਦੇਖ ਕੇ ਗਏ ਵੀ ਲੈਂਡ ਰੈਵਨਿਊ ਜਮ੍ਹਾਂ ਕਿੱਥੇ ਕਰਾਇਆ ਜਾਣਾ ਹੈ, ਤਹਿਸੀਲ 'ਚ ਵੀ ਕਰਾਇਆ ਜਾ ਸਕਦਾ, ਨੰਬਰਦਾਰਾਂ ਦੀ ਇਲੈਕਸ਼ਨ ਹੋ ਸਕਦੀ ਹੈ, ਠੀਕ ਹੈ ਜੀ। where in case under these rules land revenue is assigned, the collector may at his discretion permit the assignee to make the appraisement। ਕਈ ਜਗ੍ਹਾ ਤੇ ਕੀ ਹੈਗਾ ਜਿੱਥੇ ਉੱਪਰ ਰੂਲ ਪਰ 53 ਦੇ ਸਬ ਰੂਲ 1 ਚ ਅਸੀਂ ਪੜ੍ਹ ਕੇ ਗਏ ਵੀ ਜਿਹਦੀ ਅਪਰੇਜ਼ਮੈਂਟ ਕਿਹਨੇ ਕੀਤੀ ਹੈ,
ਇਹਦੇ ਵੱਲੋਂ ਕੀਤੀ ਜਾਣੀ ਹੈ, ਰੈਵਨਿਊ ਅਥਾਰਟੀਜ਼ ਵੱਲੋਂ ਕੀਤੀ ਜਾਣੀ ਹੈ, ਤਹਿਸੀਲਦਾਰ ਕਾਨੂੰਗੋ ਹਲਕਾ ਜਾਂ ਨਾਇਬ ਤਹਿਸੀਲਦਾਰ ਵੱਲੋਂ ਕੀਤੀ ਜਾਣੀ ਹੈ। ਪਰ ਰੂਲ ਨੰਬਰ 2 ਦੇ ਵਿੱਚ ਕਿਹਾ ਗਿਆ ਵੀ ਜਿਹੜੀ ਇਹ ਅਪਰੇਜ਼ਮੈਂਟ ਹੈ, ਇਹਦੀ ਜਿਹੜੀ ਪਾਵਰ ਅਪਰੇਜ਼ਮੈਂਟ ਦੀ ਜਿਹੜੀ ਅਥਾਰਟੀ ਹੈ ਇਹ ਕਲੈਕਟਰ ਵੱਲੋਂ ਅਸਾਈਨੀ ਨੂੰ ਵੀ ਦਿੱਤੀ ਜਾ ਸਕਦੀ ਹੈ। ਅਸਾਈਨੀ ਆਪ ਹੀ ਦੱਸ ਸਕਦਾ ਵੀ ਹਾਂ ਇਹ ਮਤਲਬ ਕਿ ਉਹਨੂੰ ਵੀ ਕਿਹਾ ਜਾ ਸਕਦਾ ਵੀ ਤੁਸੀਂ ਇਹਦਾ ਜਿਹੜਾ ਅੰਦਾਜ਼ਾ ਤੁਸੀਂ ਲਗਾਓ ਵੀ ਇਹ ਕਿੰਨੇ ਪੈਸੇ ਦੀ ਜਿਹੜੀ ਫਸਲ ਜਿਹੜੀ ਪੈਦਾ ਹੋਈ ਹੈ ਇਸ ਪਰਟੀਕੂਲਰ ਏਰੀਆ ਦੇ ਵਿੱਚੋਂ, ਜਿੱਥੋਂ ਤੁਹਾਨੂੰ ਜਿਹੜਾ ਮਾਮਲਾ ਹੈਗਾ ਦਿੱਤਾ ਜਾਣਾ ਕਲੈਕਟ ਕਰਕੇ। 54 ਚ ਕੀ ਕਿਹਾ, ਪਲੇਸ ਆਫ ਪੇਮੈਂਟ ਵੇਅਰ ਲੈਂਡ ਰੈਵਨਿਊ ਇਜ਼ ਪੇਬਲ ਇਨ ਕਾਈਂਡ। ਦੇਖੋ ਉਹੀ ਗੱਲ ਆ ਗਈ ਸੇਮ ਵੀ ਜਿੱਥੇ ਫਸਲ ਚੋਂ ਫਸਲ ਦਿੱਤੀ ਜਾਣੀ ਹੈ, ਠੀਕ ਹੈ, ਫਸਲ ਵਿੱਚੋਂ ਫਸਲ ਦਿੱਤੀ ਜਾਣੀ ਹੈ ਤਾਂ ਕਿੱਥੇ ਦਿੱਤੀ ਜਾਏਗੀ, ਜਿੱਥੇ ਪੈਦਾਵਾਰ ਹੋਈ ਹੈ। ਜਿਹੜੇ ਖੇਤ ਦੇ ਵਿੱਚੋਂ ਫਸਲ ਬੀਜੀ ਗਈ ਸੀ ਉੱਥੇ ਹੀ ਜਿਹੜੀ ਅਥਾਰਟੀਜ਼ ਹੈਗੀਆਂ ਨੇ ਫਸਲ ਚੋਂ ਫਸਲ ਬਣਾ ਕੇ ਲੈ ਕੇ ਆਉਂਦੀਆਂ ਹੈਗੀਆਂ। ਇਹ ਮਤਲਬ ਇਹਦੇ ਵਿੱਚ ਕਿਹਾ ਗਿਆ ਹੈਗਾ। ਨੈਕਸਟ ਹੈ 55 ਚ, ਅਸਾਈਨੀ ਅਲਾਉਡ ਟੂ ਕਲੈਕਟ ਮਸਟ ਰਿਸੀਵ ਪੇਮੈਂਟ ਫਰੋਮ ਦਾ ਹੈਡਮੈਨ। ਹੈਡਮੈਨ ਜਿਹੜੇ ਸਾਡੇ ਪਿੰਡ ਦੇ ਨੰਬਰਦਾਰ ਹੁੰਦੇ ਨੇ ਉਹ ਅਥੋਰਾਈਜ਼ਡ ਪਰਸਨ ਹੁੰਦੇ ਆ ਪਿੰਡ ਦੇ ਲੈਂਡਲੋਰਡਸ ਤੋਂ ਜਿਹੜਾ ਮਾਮਲਾ ਇਕੱਠਾ ਕਰਨ ਦੇ। No order under the following rules by which arrangements made by the assignee for the receipt of the assigned land revenue payable in cash are approved shall authorize the assignee to receive payment otherwise than from the headman। ਮਤਲਬ ਕਿ ਇਹ ਕਿਹਾ ਗਿਆ ਵੀ ਡਾਇਰੈਕਟਲੀ ਤੌਰ ਤੇ ਜਿਹੜਾ ਅਸਾਈਨੀ ਹੈਗਾ ਪਿੰਡ ਦੇ ਮਾਲਕਾਂ ਤੋਂ, ਪਿੰਡ ਦੇ ਲੋਕਾਂ ਤੋਂ, ਲੈਂਡ ਓਨਰ ਤੋਂ ਡਾਇਰੈਕਟਲੀ ਤੌਰ ਤੇ ਜਿਹੜਾ ਮਾਮਲਾ ਹੈਗਾ ਆਪ ਇਕੱਠਾ ਨਹੀਂ ਕਰਦਾ। ਇਹ ਜਿਹੜਾ ਮਾਮਲਾ ਹੈਗਾ ਹੈਡਮੈਨ ਜਿਹੜਾ ਪਿੰਡ ਦਾ ਨੰਬਰਦਾਰ ਹੈਗਾ ਉਹ ਇਕੱਠਾ ਕਰਦਾ ਹੁੰਦਾ, ਉਹਦੀ ਹੈਲਪ ਜ਼ਰੂਰ ਕੀਤੀ ਜਾਂਦੀ ਉਹਦੇ ਵੱਲੋਂ, ਠੀਕ ਹੈ। ਇਕੱਠਾ ਹੋਣ ਤੋਂ ਬਾਅਦ ਫਿਰ ਜਿਹੜੀ ਉਹਦੀ ਜਿਹੜੀ ਅਮਾਊਂਟ ਹੈਗੀ ਹੈ ਇਹ ਵਿਲੇਜ ਹੈਡਮੈਨ ਦੇ ਰਾਹੀਂ ਹੀ ਜਿਹੜੀ ਹੈਗੀ ਹੈ ਇਸ ਨੂੰ ਅਸਾਈਨੀ ਨੂੰ ਪੇ ਕੀਤੀ ਜਾਂਦੀ ਹੈ। ਵੇਅਰ ਦਾ ਅਸਾਈਨੀ ਫੇਲਸ ਟੂ ਕਲੈਕਟ ਦਾ ਲੈਂਡ ਰੈਵਨਿਊ ਕਲੈਕਟਰ ਵਿਲ ਰੀਅਲਾਈਜ਼ ਔਨ ਹਿਸ ਬਿਹਾਫ। ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਜਿੱਥੇ ਜਿਹੜਾ ਅਸਾਈਨੀ ਹੈਗਾ ਉਸਨੇ ਹੈਲਪ ਕਰਨੀ ਹੁੰਦੀ ਹੈ ਨੰਬਰਦਾਰਾਂ ਦੀ ਮਾਮਲਾ ਇਕੱਠਾ ਕਰਨ ਦੇ ਵਿੱਚ, ਜਿੱਥੇ ਉਹਨੇ ਕੋਈ ਹੈਲਪ ਨਹੀਂ ਕੀਤੀ, ਉਹ ਨਹੀਂ ਆਇਆ ਹੈਗਾ, ਸਾਰਾ ਦਾ ਸਾਰਾ ਮਾਮਲਾ ਜਿਹੜਾ ਹੈਗਾ ਉਹ ਆਪਦੇ ਪੱਧਰ ਤੇ ਹੀ ਰੈਵਨਿਊ ਅਥਾਰਟੀਜ਼ ਜਿਹਨੇ ਕਿ ਨੰਬਰਦਾਰਾਂ ਰਾਹੀਂ ਇਕੱਠਾ ਕੀਤਾ ਗਿਆ ਤਾਂ ਮਤਲਬ ਕਿ ਉਹਦੇ ਵਿੱਚੋਂ ਜਿਹੜੀ ਹੈਗੀ ਹੈ ਪੇਮੈਂਟ ਉਹਦੇ ਤੋਂ ਮਤਲਬ ਕਿ ਡਿਡਕਟ ਕੀਤੀ ਜਾਂਦੀ ਹੈ। 2% ਦੇ ਕਰੀਬ ਜਿਹੜੀ ਹੈਗੀ ਅਮਾਊਂਟ ਹੈਗੀ ਹੈ ਉਹਨੂੰ ਅਸਾਈਨੀ ਨੂੰ ਕੱਟ ਕੇ ਦਿੱਤੀ ਜਾਂਦੀ ਹੈ। Orders allowing assignee to realize direct may be cancelled by the collector. The collector may at any time cancel an order made in favor of the assignee of the land revenue under rule 52, 53, 54 ਜੇ ਕੋਈ ਆਰਡਰ ਅਸਾਈਨੀ ਦੇ ਹੱਕ ਚ ਕੀਤਾ ਗਿਆ ਵੀ ਤੁਸੀਂ ਮਾਮਲਾ ਇਕੱਠਾ ਕਰ ਸਕਦੇ ਹੋ, ਨੰਬਰਦਾਰ ਨੂੰ ਸਹਾਇਤਾ ਕਰ ਸਕਦੇ ਹੋ, ਠੀਕ ਹੈ, ਉਹ ਕੈਂਸਲ ਕਰ ਦਿੱਤੇ ਜਾਂਦੇ ਨੇ। ਅਸਾਈਨਡ ਲੈਂਡ ਰੈਵਨਿਊ ਕੈਪਟ ਇਨ ਡਿਪੋਜ਼ਿਟ। 57 ਚ ਕੀ ਕਿਹਾ ਗਿਆ ਵੀ ਜਿਹੜਾ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ ਸੀਗਾ ਅਸਾਈਨੀ ਨੂੰ, ਠੀਕ ਹੈ, ਕੈਪਟ ਇਨ ਡਿਪੋਜ਼ਿਟ ਉਹ ਕਿੱਥੇ ਜਮ੍ਹਾਂ ਹੁੰਦਾ ਹੈ, ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋ ਜਾਂਦਾ ਹੈ। ਲੈਂਡ ਰੈਵਨਿਊ ਡਿਊ ਟੂ ਦ ਅਸਾਈਨੀ that is paid under the following rules into the government treasury shall be held in deposit at the credit of the assignee। ਅਸਾਈਨੀ ਦੇ ਖਾਤੇ 'ਚ ਜਮ੍ਹਾਂ ਕਰਾਤਾ ਜਾਂਦਾ ਹੈ ਸਰਕਾਰ ਦੇ ਖਾਤੇ 'ਚ ਅਸਾਈਨੀ ਨੂੰ ਦੇਣ ਦੇ ਲਈ, and shall be paid to him on his demand। ਜਦੋਂ ਉਹ ਮੰਗਦਾ ਕਿ ਪੇਮੈਂਟ ਯਾਨੀ ਕਿ ਵਾਸਲ ਬਾਕੀ ਨਿਵੇਸ਼ ਦੇ ਕੋਲ ਜਮ੍ਹਾਂ ਹੁੰਦਾ ਹੈ। ਇਨਫੈਕਟ ਤਾਂ ਇਹ ਹੈਗਾ ਪ੍ਰੈਕਟੀਕਲ ਤੌਰ ਤੇ ਜੋ ਚੱਲਦਾ ਆ ਰਿਹਾ ਸੀਗਾ, ਜਦੋਂ ਪਿੰਡ ਦੇ ਕੋਈ ਨੰਬਰਦਾਰ ਨੇ ਮਾਮਲਾ ਇਕੱਠਾ ਕਰਕੇ ਲੈ ਕੇ ਆਉਂਦੇ ਨੇ, ਠੀਕ ਹੈ, ਜਿਹੜਾ ਮਾਮਲਾ ਖਜ਼ਾਨੇ 'ਚ ਜਮ੍ਹਾਂ ਨਹੀਂ ਕਰਾਉਣਾ ਹੁੰਦਾ ਜਿਹਨੇ ਕਿ ਜਗੀਰਦਾਰ ਨੂੰ ਦੇਣਾ ਹੁੰਦਾ ਉਹ ਵਾਸਲ ਬਾਕੀ ਨਿਵੇਸ਼ ਕੋਲੇ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ, ਠੀਕ ਹੈ। ਵਾਸਲ ਬਾਕੀ ਨਿਵੇਸ਼ ਦੇ ਕੋਲੇ ਉਹ ਕ੍ਰੈਡਿਟ ਰਹਿੰਦਾ, ਤਹਿਸੀਲਦਾਰ ਦੇ ਖਾਤੇ ਤਹਿਸੀਲਦਾਰ ਕੋਲੇ ਇਟ ਮੀਨਸ ਕ੍ਰੈਡਿਟ ਰਹਿੰਦਾ ਹੈ। ਜਦੋਂ ਜਿਹੜਾ ਜਗੀਰਦਾਰ ਹੁੰਦਾ ਉਹ ਆਪਦੀ ਜਿਹੜੀ ਅਮਾਊਂਟ ਹੈ ਉਹ ਲੈਣ ਵਾਸਤੇ ਆਉਂਦਾ ਹੈ ਤਾਂ ਰੂਲ ਨੰਬਰ 2 ਚ ਕਿਹਾ ਗਿਆ ਵੀ ਹੱਕੁਲ ਤਹਿਸੀਲ ਅ ਚਾਰਜ ਆਫ 2% ਫਾਰ ਦਾ ਐਕਸਪੈਂਸਿਸ ਆਫ ਦਾ ਕਲੈਕਸ਼ਨ। 2% ਕੱਟ ਕੇ ਕਲੈਕਸ਼ਨ ਦੇ ਰੂਪ ਦੇ ਵਿੱਚ ਵੀ ਕਲੈਕਸ਼ਨ ਦੇ ਜਿਹੜੇ ਚਾਰਜਸ ਨੇ 2% ਕੱਟ ਕੇ ਜਿਹੜੀ ਅਮਾਊਂਟ ਹੈਗੀ ਉਸਨੂੰ ਜਗੀਰਦਾਰ ਨੂੰ ਪੇ ਕਰ ਦਿੱਤੀ ਜਾਂਦੀ ਹੈ ਵਾਸਲ ਬਾਕੀ ਨਿਵੇਸ਼ ਵੱਲੋਂ। ਰੂਲ ਨੰਬਰ 58 ਚ ਕੀ ਕਿਹਾ ਗਿਆ, ਸਪੈਸ਼ਲ ਅਰੇਂਜਮੈਂਟਸ ਫਾਰ ਦਾ ਪੇਮੈਂਟ ਇਨਟੂ ਦਾ ਡਿਸਟ੍ਰਿਕਟ ਟ੍ਰੈਜਰੀ ਕੰਡੀਸ਼ਨਲ ਪੰਕਚੁਅਲਿਟੀ cancelling that arrangements collection of the rates and cesses। ਜਿਵੇਂ ਮਾਮਲਾ ਇਕੱਠਾ ਕੀਤਾ ਜਾਂਦਾ ਹੈ, ਠੀਕ ਹੈ ਜੀ, ਇੱਦਾਂ ਕੋਈ ਰੇਟਸ ਨੇ, ਕੋਈ ਸੈਸਸ ਨੇ, ਕੋਈ ਐਡੀਸ਼ਨਲ ਲੈਂਡ ਰੈਵਨਿਊ ਹੈ, ਕੋਈ ਨਹਿਰਾਂ ਬਣਾਉਣ ਦੀ ਖਾਤਰ
ਜਾਂ ਕੋਈ ਲੋਕਲ ਬੋਡੀਜ਼ ਡਿਪਾਰਟਮੈਂਟ ਵੱਲੋਂ, ਜ਼ਿਲ੍ਹਾ ਪ੍ਰੀਸ਼ਦ ਵੱਲੋਂ, ਪੰਚਾਇਤ ਸਮਿਤੀ ਵੱਲੋਂ ਕੋਈ ਇੱਦਾਂ ਦੇ ਵਰਕ ਕੀਤੇ ਗਏ, ਉਹਨਾਂ ਕਿਸੇ ਪਿੰਡ ਦੇ ਵਿੱਚ ਉੱਥੇ ਕੋਈ ਸੈਸ ਲਗਾਏ ਗਏ ਸਰਕਾਰ ਵੱਲੋਂ, ਤਾਂ ਉਹਨਾਂ ਦੀ ਜਿਹੜੀ ਕਲੈਕਸ਼ਨ ਹੈ ਉਹ ਕਿਵੇਂ ਹੋਣੀ ਆ, ਉਹ ਵੀ ਇਸੇ ਤਰੀਕੇ ਜਿਵੇਂ ਲੈਂਡ ਰੈਵਨਿਊ ਅਸੀਂ ਇਕੱਠਾ ਕਰਦੇ ਹਾਂ ਉਸੇ ਤਰੀਕੇ ਇੱਕ ਫਸਲ ਦੇ ਵਿੱਚ ਜਾਂ 2 ਕਿਸ਼ਤਾਂ ਦੇ ਵਿੱਚ ਜਾਂ ਇੱਕ ਕਿਸ਼ਤ ਦੇ ਵਿੱਚ ਇਕੱਠੀ ਕੀਤੀ ਜਾਂਦੀ ਹੈ। ਠੀਕ ਹੈ। ਆਮ ਤੌਰ ਤੇ ਜਨਰਲ ਕੀ ਹੈਗਾ, ਐਨੂਅਲ ਲੈਂਡ ਰੈਵਨਿਊ ਆਫ ਐਨ ਸਟੇਟ ਇਜ਼ ਪੇਬਲ ਐਟ 1 ਹਾਰਵੈਸਟ, ਇੱਕ ਫਸਲ ਤੇ ਇਕੱਠਾ ਕੀਤਾ ਜਾਂਦਾ ਹੈ। ਪਰ ਜਾਂ ਫਿਰ ਕੀ ਹੈਗਾ ਇਹਦੀ 2 ਕਿਸ਼ਤਾਂ ਬਣਾਈਆਂ ਜਾਂਦੀਆਂ ਨੇ, ਇੱਕ ਸੌਣੀ ਦੀ ਤੇ ਇੱਕ ਹਾੜੀ ਦੀ। ਹਾੜੀ ਤੇ ਸੌਣੀ ਵਿੱਚ ਮਾਮਲਾ ਇਕੱਠਾ ਕੀਤਾ ਜਾਂਦਾ, ਪਰ ਜੇ ਕੋਈ ਸਪੈਸ਼ਲ ਸੈਸ ਲਗਾਏ ਜਾਂਦੇ ਆ, ਉਹ ਜਿਹੜੀ ਪਹਿਲੀ ਫਸਲ ਹੁੰਦੀ ਹੈ, ਪਹਿਲੀ ਕਿਸ਼ਤ ਹੁੰਦੀ ਹੈ, ਯਾਨੀ ਕਿ ਸੌਣੀ ਦੀ ਜਿਹੜੀ ਕਿਸ਼ਤ ਨੂੰ ਪਹਿਲੀ ਕਿਸ਼ਤ ਕਹਾਂਗੇ ਅਸੀਂ। ਠੀਕ ਹੈ, ਉਹਦੇ ਨਾਲ ਇਕੱਠੇ ਕੀਤੇ ਜਾਂਦੇ ਨੇ ਸਾਰੇ ਸੈਸਸ ਵਗੈਰਾ। ਟੋਟਲ ਡਿਮਾਂਡ ਆਫ ਦਾ ਈਅਰ ਜਿਹੜੀ ਇਹ ਡਿਮਾਂਡ ਹੁੰਦੀ ਹੈ ਸਾਰੀ ਪਹਿਲਾਂ ਕਲੈਕਟਰ ਵੱਲੋਂ ਅਪਰੂਵ ਕਰਾਈ ਜਾਂਦੀ ਹੁੰਦੀ ਹੈ। ਬਸ ਬਾਕੀ ਥਰੂ ਰਾਹੀਂ ਤਹਿਸੀਲਦਾਰਾਂ ਰਾਹੀਂ ਜਿਹੜੀ ਹੈ ਜਿੰਨੀ ਵੀ ਡਿਮਾਂਡ ਅਸੀਂ ਇਨ ਫਿਊਚਰ ਅਸੀਂ ਇਕੱਠੀ ਕਰਨੀ ਹੈ, ਉਸ ਤੋਂ ਪਹਿਲਾਂ ਹੀ ਇਹਦਾ ਜਿਹੜਾ ਸਾਰੀ ਡਿਮਾਂਡ ਹੈਗੀ ਬਣਾ ਕੇ ਤਹਿਸੀਲਾਂ ਚੋਂ ਪਟਵਾਰੀ ਕਰਨ ਕੋਲ ਹਲਕਾ ਰਾਹੀਂ ਪਟਵਾਰੀਆਂ ਤੋਂ ਲਈ ਜਾਂਦੀ ਹੈ। ਬਸ ਬਾਕੀ ਵੀ ਕੋਲੇ ਇਕੱਠੀ ਪੂਰੀ ਤਹਿਸੀਲ ਦੀ ਡਿਮਾਂਡ ਬਣ ਜਾਂਦੀ ਵੀ ਅਸੀਂ ਇਨ ਫਿਊਚਰ ਅਗਲੀ ਆਉਣ ਵਾਲੀ ਫਸਲ ਤੇ ਕਿੰਨਾ ਸਾਡੇ ਕੋਲੇ ਕਲੈਕਸ਼ਨ ਹੋਣੀ ਹੈਗੀ ਹੈ। ਇਸੇ ਤਰੀਕੇ ਜਿਹੜੀ ਡਿਮਾਂਡ ਹੈ ਇਹ ਪੂਰੇ ਡਿਸਟ੍ਰਿਕਟ ਦੀ ਬਣ ਜਾਂਦੀ ਹੈ ਵੀ ਡਿਸਟ੍ਰਿਕਟ ਨੇ ਕਿੰਨੇ ਪੈਸੇ ਰਿਕਵਰ ਕਰਕੇ ਦੇਣੇ ਆ। ਪਰ ਹੁਣ ਇਸ ਵੇਲੇ ਇਹ ਸਾਰਾ ਮਾਮਲਾ ਜਿਹੜਾ ਹੈਗਾ ਸਸਪੈਂਡ ਕੀਤਾ ਹੋਇਆ, ਕੋਈ ਕਲੈਕਸ਼ਨ ਨਹੀਂ ਹੋ ਰਹੀ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ। ਰੂਲ 60 ਚ ਕੀ ਹੈਗਾ, ਰੇਟਸ ਐਂਡ ਸੈਸਸ ਟੂ ਬੀ ਪੇਡ ਅਲੋਂਗ ਵਿਦ ਦ ਫਸਟ ਇੰਸਟਾਲਮੈਂਟ ਐਂਡ ਦਾ ਲੈਂਡ। ਆਪਾਂ ਦੱਸ ਚੁੱਕੇ ਹਾਂ ਵੀ ਜਿਹੜੇ ਰੇਟਸ ਤੇ ਸੈਸਸ ਨੇ ਪਹਿਲੀ ਇੰਸਟਾਲਮੈਂਟ ਦੇ ਨਾਲ ਹੀ ਇਕੱਠੇ ਹੁੰਦੇ ਨੇ। ਸੈਕੰਡ 'ਚ ਇਕੱਲਾ ਲੈਂਡ ਰੈਵਨਿਊ ਇਕੱਠਾ ਕੀਤਾ ਜਾਂਦਾ ਹੈ, ਫਸਟ ਦੇ ਵਿੱਚ ਕੋਈ ਟੈਕਸਸ ਵਗੈਰਾ ਜਿਹੜੇ ਹੈਗੇ ਆ ਪਹਿਲੀ ਕਿਸ਼ਤ ਵਿੱਚ ਲਏ ਜਾਂਦੇ ਨੇ। ਰੂਲਸ ਇਨ ਕੇਸ ਆਫ ਸਟੇਟਸ ਇਨ ਵਿਚ no land revenue is payable। ਸੇਮ ਕਿਸ਼ਤਾਂ ਹੁੰਦੀਆਂ ਨੇ, 2 ਕਿਸ਼ਤਾਂ ਸੋਣੀ ਤੇ ਹਾੜੀ। ਜਿੱਥੇ ਕਿਤੇ ਕਿਹਾ ਗਿਆ ਵੀ no land revenue is payable by an state the rates and cesses, ਕਿਤੇ ਲੈਂਡ ਰੈਵਨਿਊ ਤਾਂ ਪੇਬਲ ਨਹੀਂ ਹੈਗਾ, ਪਰ ਜਿਹੜੇ ਰੇਟਸ ਤੇ ਸੈਸਸ ਨੇ ਇਹਨਾਂ ਦੀ ਰਿਕਵਰੀ ਕਦੋਂ ਹੋਏਗੀ, ਇਹਨਾਂ ਦੀ ਰਿਕਵਰੀ ਵੀ ਉਸੇ ਤਰੀਕੇ ਹੋਏਗੀ ਜਿਵੇਂ ਮਾਮਲੇ ਦੀ ਰਿਕਵਰੀ ਹੁੰਦੀ ਹੈ ਸੋਣੀ ਤੇ ਹਾੜੀ। ਤੇ ਸੋਣੀ ਤੇ ਹਾੜੀ ਹੀ ਇਹ ਜਿਹੜੇ ਰੇਟਸ ਤੇ ਸੈਸਸ ਨੇ ਕਲੈਕਸ਼ਨ shall be by the order determine the installments। Portion of the rates and cesses not payable to the government। ਇੱਥੇ ਕਿਹਾ ਗਿਆ ਵੀ ਜੋ ਰੇਟਸ ਤੇ ਸੈਸਸ ਇਕੱਠੇ ਕੀਤੇ ਜਾਣੇ ਨੇ ਤਾਂ ਉਹਦਾ ਕੁਝ ਪੋਰਸ਼ਨ ਜਿਹੜਾ ਹੈਗਾ any portion of the due demand which consists of the produce in kind due to village officers holding office, ਕੁਝ ਜਿਹੜੇ ਖਰਚੇ ਹੈਗੇ ਆ, ਠੀਕ ਹੈ, ਜਿਵੇਂ ਪਟਵਾਰੀ ਲਿਖਿਆ ਗਿਆ ਵਿਲੇਜ ਹੈਡਮੈਨ ਰਿਮਿਨੇਸ਼ਨ ਤਨਖਾਹ, ਉਸ ਵੇਲੇ ਪੁਰਾਣੀਆਂ ਗੱਲਾਂ ਨੇ, ਹੁਣ ਤਾਂ ਸਾਰੀ ਸਰਕਾਰ ਦੇ ਖਾਤੇ 'ਚ ਡਾਇਰੈਕਟ ਤੌਰ ਤੇ ਜਾਂਦੀ ਹੈਗੀ ਹੈ। ਪਰ ਕੁਝ ਐਕਸਪੈਂਸਿਸ ਜਿਹੜੇ ਹੁੰਦੇ ਸੀਗੇ ਉਹ ਕੱਟ ਕੇ ਹੀ ਜਿਹੜੀ ਬਾਕੀ ਦੀ ਜਿਹੜੀ ਰੇਟਸ ਤੇ ਸੈਸਸ ਸੀ ਸਰਕਾਰ ਦੇ ਖਾਤੇ 'ਚ ਜਮ੍ਹਾਂ ਕਰਾਏ ਜਾਂਦੇ ਸੀ। ਨੈਕਸਟ ਆ ਗਿਆ ਪ੍ਰੋਸੈਸ ਆਫ ਦਾ ਫੀ, ਚਾਰਜਸ ਫॉर ਸਰਵਿਸ ਆਫ ਪ੍ਰੋਸੈਸ। ਜਿਹੜੇ ਅਸੀਂ ਸਮਨ ਵਗੈਰਾ ਭੇਜਦੇ ਹਾਂ, ਰੇਟ ਆਫ ਡਿਮਾਂਡ ਭੇਜਦੇ ਹਾਂ, ਵਾਰੰਟ ਜਾਰੀ ਕਰਦੇ ਹਾਂ, ਉਹਦੇ ਚਾਰਜਸ ਨੇ, ਪਰ ਹੁਣ ਬਦਲ ਚੁੱਕਿਆ ਸਾਰਾ ਇਹ। ਰੇਟ ਆਫ ਡਿਮਾਂਡ ਹੈ ਸੈਕਸ਼ਨ 68 ਦੇ ਤਹਿਤ ਅਸੀਂ ਜਾਰੀ ਕਰਦੇ ਹਾਂ। ਠੀਕ ਹੈ, ਜਦੋਂ ਏਰੀਅਰ ਆਫ ਦਾ ਰਿਕਵਰੀ ਅਸੀਂ ਲੈਣੀ ਹੁੰਦੀ ਹੈ ਕਿਸੇ ਤੋਂ, ਤਾਂ ਉਹ ਰੇਟ ਆਫ ਡਿਮਾਂਡ ਦੇ ਵਿੱਚ ਇਹ ਕਿਹਾ ਗਿਆ ਪਹਿਲਾਂ 1 ਰੁਪਇਆ ਲਿਖਿਆ ਗਿਆ ਵੀ ਉਹ ਤੋਂ ਨਾਲ ਹੀ ਉਹ ਤੋਂ ਵਸੂਲ ਕੀਤਾ ਜਾਣਾ ਹੁੰਦਾ ਹੈ, ਜਿਹਦੇ ਖਿਲਾਫ ਇਹ ਜਾਰੀ ਹੁੰਦੀ ਹੈ। ਪਰ ਹੁਣ ਇਹ ਸਾਰਾ ਬਦਲ ਚੁੱਕਿਆ ਹੈ। ਵਾਰੰਟ ਆਫ ਅਟੈਚਮੈਂਟ ਦੀ ਵੀ ਫੀਸ ਹੁੰਦੀ ਹੈ। ਠੀਕ ਹੈ, ਵਾਰੰਟ ਆਫ ਅਰੈਸਟ ਦੀ ਵੀ ਫੀਸ ਹੁੰਦੀ ਹੈ, ਦਫਾ 69 ਦੇ ਵਾਰੰਟਾਂ ਦੀ ਵੀ ਫੀਸ ਹੁੰਦੀ ਹੈ। ਇਹ ਜਿਹੜੇ ਵਾਰੰਟ ਹੁੰਦੇ ਆ, ਇਹ ਵਾਰੰਟ ਤੁਹਾਨੂੰ ਜਿਹੜਾ ਹੈਗਾ DRA ਸ਼ਾਖਾ ਜ਼ਿਲ੍ਹੇ ਪੱਧਰ ਦੀ DRA ਸ਼ਾਖਾ ਤੋਂ ਪ੍ਰਾਪਤ ਹੁੰਦੇ ਆ। ਉੱਥੇ ਜਿਹੜੀ ਪੇਮੈਂਟ ਹੁੰਦੀ ਹੈ ਉਹ ਦੇਣੀ ਹੁੰਦੀ ਹੈ। ਉਹ ਪੇਮੈਂਟ ਦੇ ਕੇ ਜਿੰਨੀ ਵਾਰੰਟ ਦੀ ਪੇਮੈਂਟ ਲਗਭਗ ਪਹਿਲਾਂ 10 ਪਤਾ ਨਹੀਂ 20 ਰੁਪਏ ਚੱਲਦੀ ਸੀਗੀ, ਹੁਣ ਇਹ ਸ਼ਾਇਦ ਕੋਈ ਅਮੈਂਡਮੈਂਟ ਹੋ ਚੁੱਕੀ ਹੋਵੇ। ਜੇਕਰ ਤੁਸੀਂ 20 ਵਾਰੰਟ ਲੈ ਕੇ ਆਉਣੇ ਆ ਡਿਸਟ੍ਰਿਕਟ ਹੈਡਕੁਆਟਰ ਤੋਂ, ਤਾਂ ਉਹਦੇ ਅਕੋਰਡਿੰਗ ਫੀਸ ਜਮ੍ਹਾਂ ਕਰਵਾ ਕੇ ਹੀ ਤੁਹਾਨੂੰ ਜਿਹੜੇ ਵਾਰੰਟ ਹੈ ਕਲੈਕਟਰ ਦੇ ਸੈਨਾਂ ਦੇ ਵਿੱਚ ਜਿਹੜੇ ਵਾਰੰਟ ਜਾਰੀ ਕੀਤੇ ਜਾਂਦੇ ਆ, ਉਹ ਬਸਲ ਬਾਕੀ ਵੀ ਸਕੂਲ ਰਹਿੰਦੇ ਨੇ। ਫਿਰ ਕਿਸੇ ਵੀ ਵਿਅਕਤੀ ਨੂੰ ਜੋ ਕੋਈ ਏਰੀਆ ਜਿਸ ਤੋਂ ਲੈਣਾ ਹੁੰਦਾ ਹੈ, ਠੀਕ ਹੈ, ਉਹਦੇ ਖਿਲਾਫ ਜਿਹੜਾ ਵਾਰੰਟ ਜਾਰੀ ਕੀਤਾ ਜਾਂਦਾ ਹੈ ਰੈਵਨਿਊ ਆਫੀਸਰ ਵੱਲੋਂ ਕੰਸਰਨਡ ਪੁਲਿਸ ਥਾਣੇ ਨੂੰ ਵਾਰੰਟ ਭੇਜਿਆ ਜਾਂਦਾ ਹੈ। ਇਹ ਜਿਹੜੀ ਫੀਸ ਹੁੰਦੀ ਹੈ ਉਸ ਵਿਅਕਤੀ ਦੇ ਪੈਂਦੀ ਹੈ ਜਿਹਨੂੰ ਅਸੀਂ ਅਰੈਸਟ ਕਰਨਾ ਹੁੰਦਾ। ਰਿਕਵਰੀ ਆਫ ਏਰੀਅਰਸ ਬਾਰੇ ਗੱਲ ਕੀਤੀ ਗਈ ਹੈ। ਰੂਲ ਨੰਬਰ 64 ਐਪਲੀਕੇਸ਼ਨ ਆਫ ਦਾ ਹੈਡਮੈਨ ਫਾਰ ਦਾ ਰਿਕਵਰੀ ਆਫ ਏਰੀਅਰਸ ਫਰੋਮ ਦਾ ਡਿਫਾਲਟਰ। ਜਦੋਂ ਕੋਈ ਡਿਫਾਲਟਰ ਜਿਹੜਾ ਹੈਗਾ ਉਹ ਮਾਮਲਾ ਨਹੀਂ ਦਿੰਦਾ, ਤਾਂ ਨੰਬਰਦਾਰ ਕੀ ਹੈਗਾ, ਨੰਬਰਦਾਰ ਦੇ ਨੇ ਆਪਣੇ ਪੱਧਰ ਤੇ ਐਫਰਟਸ ਕੀਤੇ ਨੇ, ਪਰ ਉਹਦੇ ਐਫਰਟਸ ਕਰਨ ਦੇ ਬਾਵਜੂਦ ਵੀ ਫਿਰ ਵੀ ਕੋਈ ਪਰਟੀਕੂਲਰ ਵਿਅਕਤੀ ਇੱਕ ਜਾਂ 2 ਪਿੰਡ ਦੇ ਜਿਹੜੇ ਹੁੰਦੇ ਆ, ਕੋਈ ਨੰਬਰਦਾਰ ਮਾਮਲਾ ਨਹੀਂ ਦਿੰਦੇ, ਤਾਂ ਐਪਲੀਕੇਸ਼ਨ ਦੇ ਸਕਦਾ ਨੰਬਰਦਾਰ
ਤਹਿਸੀਲਦਾਰ ਕੋਲੇ ਕਦੇ ਲਈ ਵੀ ਕਲੈਕਸ਼ਨ ਕਰਵਾ ਕੇ ਦਿਓ ਮੇਰੀ ਮਾਮਲੇ ਦੀ। ਰੈਵਨਿਊ ਐਕਟ ਸ਼ੈਲ ਸਟੇਟ ਕੀ ਹੋਏਗਾ ਉਹਦੇ ਵਿੱਚ ਨੇਮ ਐਂਡ ਡਿਸਕ੍ਰਿਪਸ਼ਨ ਉਹਦਾ ਡਿਫਾਲਟਰ ਜਿਹੜੀ ਅਰਜੀ ਹੋਏਗੀ ਉਹਦੇ ਚ ਲਿਖੇਗਾ ਉਹਦਾ ਨਾਮ ਲਿਖੇਗਾ, ਠੀਕ ਹੈ, ਡਿਫਾਲਟਰ ਦਾ ਨਾਮ ਲਿਖੇਗਾ, ਏਰੀਆ ਕਿੰਨੀ ਰਿਕਵਰੀ ਰਹਿੰਦੀ ਹੈ ਉਹਦੇ ਵੱਲ, ਤੇ ਸਰਕਮਸਟੈਂਸਸ ਵਿੱਚ ਹੈ ਮੇਡ ਐਪਲੀਕੇਸ਼ਨ ਨੈਸੈਸਰੀ, ਅਰਜੀ ਦੇਣ ਦੀ ਕਿਉਂ ਲੋੜ ਪਈ ਹੈਗੀ। ਕਹੇਗਾ ਮੈਂ ਬਹੁਤ ਵਾਰੀ ਜਾ ਚੁੱਕਿਆ ਤੇ ਮੈਨੂੰ ਲਾਰੇ ਲੱਪੇ ਲਗਾਈ ਜਾਂਦਾ, ਮੈਨੂੰ ਮਾਮਲਾ ਨਹੀਂ ਦਿੰਦਾ ਹੈਗਾ, ਇਸ ਕਰਕੇ ਮੈਂ ਆ ਰਹੀ ਅਰਜੀ ਦੇ ਰਿਹਾ। ਪਰ ਇਹਦੇ ਵਿੱਚ ਨਾਲ ਹੀ ਇਹ ਕਿਹਾ ਗਿਆ ਹੈਗਾ ਵੀ ਜਿਹੜੀ ਐਪਲੀਕੇਸ਼ਨ ਹੈ ਇਹ 6 ਮਹੀਨੇ ਦੇ ਅੰਦਰ ਦਾ ਦੇਣੀ ਹੁੰਦੀ ਹੈ, ਤੇ ਜੇ ਕਿਸੇ ਵੱਲ ਬਕਾਇਆ ਹੈਗਾ। ਡਿਫਾਲਟਰ ਟੂ ਬੀ ਸਮਨਡ ਰੂਲ 65 ਚ ਕੀ ਕਿਹਾ, ਜਦੋਂ ਐਪਲੀਕੇਸ਼ਨ ਤਹਿਸੀਲਦਾਰ ਕੋਲ ਆਉਂਦੀ ਹੈ, ਇਫ ਦ ਐਪਲੀਕੇਸ਼ਨ ਇਜ਼ ਇਨ ਡਿਊ ਫਾਰਮ and the areas of which recovery is desired has not been due for more than 6 months, ਮਤਲਬ ਕਹਿਣ ਦਾ ਭਾਵ ਇਹ ਹੈ ਵੀ 6 ਮਹੀਨੇ ਦੇ ਅੰਦਰ ਅੰਦਰ ਹੀ ਜੇ ਤੁਸੀਂ ਮਾਮਲਾ ਤੁਹਾਡਾ ਕੋਈ ਵਿਅਕਤੀ ਨਹੀਂ ਦਿੰਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਤਾਂ ਹੀ ਰਿਕਵਰੀ ਕੀਤੀ ਜਾ ਸਕਦੀ ਹੈ। ਜੇ ਫਿਰ ਤੁਸੀਂ ਦੰਦੀ ਨਹੀਂ ਜਾ ਕੇ ਸਾਲ ਬਾਅਦ ਕਹਿੰਦੇ ਹੋ ਮੇਰਾ ਉਹਦੇ ਵੱਲ ਮਾਮਲਾ ਪਕਾਇਆ ਸੀਗਾ, ਫਿਰ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਤਹਿਸੀਲਦਾਰ ਵੱਲੋਂ ਰਿਜੈਕਟ ਕਰ ਦਿੱਤੀ ਜਾਂਦੀ ਹੈ ਨੰਬਰਦਾਰ ਦੀ। ਤਾਂ ਇਸ ਕਰਕੇ ਇਹ ਕਿਹਾ ਗਿਆ ਵੀ ਜੇ ਕੋਈ ਵਿਅਕਤੀ ਮਾਮਲਾ ਨਹੀਂ ਦਿੰਦਾ ਹੈਗਾ ਤਾਂ 6 ਮਹੀਨੇ ਦੇ ਅੰਦਰ ਅੰਦਰ ਹੀ ਤੁਸੀਂ ਰਿਕਵਰੀ ਕਰਨ ਦੀ ਖਾਤਰ रेवेन्यू ऑफिसर को एप्लीकेशन दे सकते हो। रूल 66 की है रिकवरी ऑफ एरियाज फ्रॉम द डिफॉल्टर ऑन एंड आफ्टर द डेट फिक्स्ड फॉर द अटेंडेंस। रेवेन्यू ऑफिसर वालों फिर समन जारी किए जाते हैं कंसर्न डिफॉल्टर ਨੂੰ, ठीक है, ਵੀ ਇੰਨੀ ਤਰੀਕ ਨੂੰ ਆ ਕੇ ਤੁਸੀਂ ਆਪਦਾ ਪੱਖ ਪੇਸ਼ ਕਰੋ। ਇਫ ਇਟ ਇਜ਼ ਪ੍ਰੂਵਡ ਹੀ ਸ਼ੈਲ ਰਿਕਾਰਡ ਐਨ ਆਰਡਰ ਸਟੇਟਿੰਗ ਦ ਅਮਾਉਂਟ ਆਫ ਦ ਏਰੀਅਰਸ ਐਂਡ ਦ ਪਰਸਨ, ਜਿੱਥੇ ਕਿਤੇ ਉਹਨੂੰ ਤਸੱਲੀ ਹੋ ਜਾਂਦੀ ਵੀ ਹਾਂ ਇਹਦੇ ਵੱਲ ਇੰਨਾ ਬਕਾਇਆ ਰਹਿੰਦਾ ਹੈ ਤਾਂ ਰੈਵਨਿਊ ਆਫਿਸਰ ਵੱਲੋਂ ਜਿਹੜੀ ਹੈਗੀ ਆ ਆਰਡਰ ਕਰ ਦਿੱਤਾ ਜਾਂਦਾ ਵੀ ਐਜ਼ ਏ ਏਰੀਅਰ ਆਫ ਦਾ ਪਰਸਨ ਜਿਹੜੀ ਹੈਗੀ ਆ ਵੀ ਇਹਦੇ ਵੱਲ ਇੰਨੀ ਰਿਕਵਰੀ ਬਣਦੀ ਹੈ। 67 ਕੇ ਬੇਲ ਆਫ ਡਿਫਾਲਟਰ ਅੰਡਰ ਡਿਟੈਂਸ਼ਨ, ਜੇ ਕਿਸੇ ਡਿਫਾਲਟਰ ਨੂੰ ਅਸੀਂ ਰੂਲ ਨੰਬਰ ਦਫਾ 69 ਦੇ ਤਹਿਤ ਲੈਂਡ ਸੈਕਸ਼ਨ 69 ਦਾ 2 ਹੈਗਾ ਲੈਂਡ ਰੈਵਨਿਊ ਐਕਟ ਦਾ, ਇਸ ਨੂੰ ਅਰੈਸਟ ਕਰ ਲਿਆ ਡਿਫਾਲਟਰ ਨੂੰ, ਠੀਕ ਹੈ, ਫਿਰ ਉਹਦੀ ਬੇਲ ਵੀ ਕੀਤੀ ਜਾ ਸਕਦੀ ਹੈ, ਤਹਿਸੀਲਦਾਰ ਬੇਲ ਦੇ ਸਕਦਾ ਹੈ। ਬੀਇੰਗ ਕੈਪਟ ਅੰਡਰ ਪਰਸਨਲ ਰਿਸਟ੍ਰੇਂਟ, ਫੜ ਕੇ ਬਿਠਾਇਆ ਗਿਆ ਉਹਨੂੰ, ਲੋਕਲ ਜੇਲ੍ਹ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਿਹੜੀ ਬਣੀ ਹੁੰਦੀ ਹੈ ਉੱਥੇ ਫੜ ਕੇ ਬਿਠਾਇਆ ਗਿਆ ਹੈਗਾ। ਪਰ ਜੇ ਕੋਈ ਵਿਅਕਤੀ ਆ ਕੇ ਉਹਦੀ ਕੋਈ ਜ਼ਮਾਨਤ ਦਿੰਦਾ ਹੈ ਤਾਂ ਉਹਦੀ ਜ਼ਮਾਨਤ ਕੀਤੀ ਜਾ ਸਕਦੀ ਹੈ। 10 ਦਿਨ ਤੱਕ ਤਹਿਸੀਲਦਾਰ ਕੋਲ ਅਥਾਰਟੀ ਹੈਗੀ ਹੈ, 10 ਦਿਨ ਤੱਕ ਉਸਨੂੰ ਮਤਲਬ ਕਿ ਕਸਟਡੀ 'ਚ ਰੱਖਿਆ ਜਾ ਸਕਦਾ ਹੈ ਆਪਦੇ ਲੈਵਲ ਤੇ। ਫਿਰ 68 'ਚ ਕੀ ਕਿਹਾ ਗਿਆ, ਸਰਕਮਸਟੈਂਸਸ ਅੰਡਰ ਵਿਚ ਅ ਡਿਫਾਲਟ ਇਜ਼ ਲਾਇਬਲ ਟੂ ਡਿਟੈਂਸ਼ਨ or imprisonment for the arrears. No defaulter shall be detained under section 69 of the act or confirmed. ਮਤਲਬ ਕਹਿੰਦਾ ਇਹ ਹੈਗਾ ਵੀ ਜੇਕਰ ਕੋਈ ਵਿਅਕਤੀ ਪੇਮੈਂਟ ਨਹੀਂ ਦਿੰਦਾ ਤਾਂ 10 ਦਿਨ ਤੱਕ ਦੀ 1 ਜਾਂ 2 ਦਿਨ ਦੇ ਲਈ ਤੁਸੀਂ ਉਹਨੂੰ ਰਿਸਟੇਨ ਕਰਕੇ ਰੱਖ ਸਕਦੇ ਹੋ, ਠੀਕ ਹੈ, ਫਿਰ 10 ਦਿਨ ਤੱਕ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਭੇਜ ਸਕਦੇ ਹੋ। ਜੇਕਰ ਜੇਲ੍ਹ ਦੇ ਵਿੱਚ ਭੇਜ ਦਿੰਦਾ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਕਲੈਕਟਰ ਨੂੰ ਭੇਜੀ ਜਾਂਦੀ ਹੈ। ਸਰਕਮਸਟੈਂਸਸ ਅੰਡਰ ਵਿਚ ਮਤਲਬ ਇਹ ਕਿਹਾ ਗਿਆ ਵੀ ਨੋ ਡਿਫਾਲਟਰ ਸ਼ੈਲ ਬੀ ਡਿਟੇਨਡ ਅੰਡਰ ਸੈਕਸ਼ਨ 69 ਹਿਮਸੈਲਫ, ਜੋ ਬੰਦਾ ਬਾਕੀਦਾਰ ਖੁਦ ਹੈਗਾ ਤਾਂ ਹੀ ਉਸ ਨੂੰ ਭੇਜਿਆ ਜਾ ਸਕਦਾ ਹੈ, ਜਾਂ ਫਿਰ ਉਹ ਕੋ ਪ੍ਰੋਪਰਾਈਟਰ ਹੈਗਾ ਜਾਂ ਸ਼ੇਅਰ ਹੋਲਡਰ ਹੈਗਾ ਕਿਸੇ ਖੇਵੜ ਦੇ ਵਿੱਚ ਜਿਹੜਾ ਬਾਕੀਦਾਰ ਹੈਗਾ, ਕਿਸੇ ਹੋਰ ਤੀਜੇ ਬੰਦੇ ਨੂੰ ਤੁਸੀਂ ਉਹਦੇ ਕਿਸੇ ਦੇ ਹੋਰ ਦੇ ਬਿਹਾਵ ਤੇ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਹੈਗਾ ਅਰੈਸਟ ਨਹੀਂ ਕੀਤਾ ਜਾ ਸਕਦਾ। ਆਰਡਰ ਫਾਰ ਦ ਡਿਟੈਂਸ਼ਨ ਆਫ ਇਸ਼ੂ ਬਾਈ ਦ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਟੂ ਬੀ ਰਿਪੋਰਟਡ ਟੂ ਦ ਕਲੈਕਟਰ, ਜਦੋਂ ਕੋਈ ਇਦਾਂ ਦੀ ਅਸੀਂ ਆਰਡਰ ਕਰਦੇ ਹਾਂ ਅਰੈਸਟ ਦੇ ਤਾਂ ਉਹਦੀ ਜਿਹੜੀ ਰਿਪੋਰਟ ਹੈਗੀ ਕਲੈਕਟਰ ਨੂੰ ਭੇਜੀ ਜਾਂਦੀ ਹੈ। ਹੀ ਸ਼ੈਲ ਵਿਦਾਊਟ delay report his action to the collector for the information if the detention exceeds 24 hours। ਜੇ ਕਿਸੇ ਵਿਅਕਤੀ ਨੂੰ ਅਸੀਂ ਫੜ ਕੇ ਰੱਖਿਆ ਹੋਇਆ ਆਪਦੇ ਕੋਲ ਡਿਟੇਨ ਕੀਤਾ ਗਿਆ ਜੇ ਤਾਂ ਉਹ 24 ਘੰਟੇ ਤੋਂ ਪਹਿਲਾਂ ਅਸੀਂ ਉਹਨੂੰ ਛੱਡ ਦਿੰਦੇ ਹਾਂ, ਜ਼ਮਾਨਤ ਤੇ ਕਰ ਦਿੰਦੇ ਹਾਂ, ਇਹ ਤਾਂ ਗੱਲ ਵੱਖਰੀ ਹੈ। ਜੇ 24 ਘੰਟੇ ਤੋਂ ਬਾਅਦ ਅਸੀਂ ਉਹਨੂੰ ਰੱਖਦੇ ਹਾਂ ਫੜ ਕੇ ਤਾਂ ਉਹਦੀ ਜਿਹੜੀ ਰਿਪੋਰਟ ਹੈਗੀ ਅਸੀਂ ਕਲੈਕਟਰ ਨੂੰ ਸਾਡੇ ਵੱਲੋਂ ਕਲੈਕਟਰ ਨੂੰ ਭੇਜੀ ਜਾਂਦੀ ਹੈ। Sealed under section 75 or section 77 to be proceeded by attachment। ਸੈਕਸ਼ਨ 75 ਪੜਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ। ਸੇਲ ਆਫ ਸਟੇਟ ਔਰ ਹੋਲਡਿੰਗ 75 ਦੇ ਵਿੱਚ ਸੇਲ ਸੀਗੀ, 77 ਚ ਸੀਗੀ ਜਦੋਂ ਉਹਦੀ ਆਪਦੀ ਪ੍ਰਾਪਰਟੀ ਤੋਂ ਇਸ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਗਈ ਹੈ ਇਹਦੇ ਤੋਂ ਸੇਲ ਪੂਰੀ ਨਾ ਹੋ ਸਕੇ, ਅਮਾਉਂਟ ਪੂਰੀ ਨਾ ਹੋ ਸਕੇ ਤਾਂ ਉਹਦੀ ਕੋਈ ਹੋਰ ਪ੍ਰਾਪਰਟੀ ਹੈਗੀ ਹੈ
ਉਹ ਅੰਡਰ ਸੈਕਸ਼ਨ 77 ਅਸੀਂ ਉਹ ਵੀ ਸੇਲ ਕਰ ਸਕਦੇ ਸੀਗੇ। ਸੇਲ ਅੰਡਰ ਸੈਕਸ਼ਨ 75 ਸੈਕਸ਼ਨ 77 ਟੂ ਬੀ ਪ੍ਰੋਸੀਡਡ ਬਾਈ ਦਾ ਅਟੈਚਮੈਂਟ, ਉਹ ਕਹਿੰਦੇ ਪਹਿਲਾਂ ਉਹਨੂੰ ਅਟੈਚ ਕਰੋ ਸੈਕਸ਼ਨ 72 ਦੇ ਤਹਿਤ ਤੇ ਫਿਰ ਹੀ ਅਗਲੀ ਕਾਰਵਾਈ ਜਿਹੜੀ ਹੈਗੀ ਆ ਉਹ ਸੇਲ ਦੀ ਕੀਤੀ ਜਾਂਦੀ ਹੈ। ਫਸਟ ਪਲੇਸ ਆਫ ਦਾ ਅਟੈਚਮੈਂਟ ਹੁੰਦਾ ਪੈਂਦਾ ਸੈਕਸ਼ਨ 72 ਦੇ ਤਹਿਤ ਅਟੈਚਮੈਂਟ ਕੀਤੀ ਜਾਂਦੀ ਹੈ। ਨੈਕਸਟ ਹੈ ਸੈਕਸ਼ਨ ਰੂਲ 71 ਇੰਸਪੈਕਸ਼ਨ ਆਫ ਦਾ ਰਿਕਾਰਡ। ਇਹ ਆ ਗਿਆ ਰੂਲ 71, ਜਿਹੜਾ ਪਟਵਾਰੀ ਹਲਕਾ ਦੇ ਕੋਲ ਰਿਕਾਰਡ ਹੁੰਦਾ ਹੈ ਉਹਦੀ ਇੰਸਪੈਕਸ਼ਨ ਕਰਨੀ ਹੈ, ਕਿਸੇ ਨੇ ਕਾਪੀਆਂ ਲੈਣੀਆਂ ਨੇ, ਨਕਲਾਂ ਲੈਣੀਆਂ ਨੇ, ਠੀਕ ਹੈ। ਪਟਵਾਰੀ inspection of record and issuance of the certificate copies of the extracts therefrom. Patory shall allow one interested to inspect his record and to take notice. ਪੈਨਸਲ ਦੇ ਨਾਲ ਲੈ ਕੇ ਕੋਈ ਉਹਨੇ ਕੁਝ ਨੋਟ ਕਰਨਾ ਹੈਗਾ, ਪੈਨਸਲ ਪੇਪਰ ਲੈ ਕੇ ਉਹ ਨੋਟ ਕਰ ਸਕਦਾ ਹੈ, ਠੀਕ ਹੈ। ਕੋਈ ਵੀ ਵਿਅਕਤੀ ਸਰਟੀਫਾਈਡ ਕਾਪੀਆਂ ਲੈ ਸਕਦਾ ਹੈ। ਤੇ ਥੱਲੇ ਇਹ ਇੱਕ ਦਿੱਤਾ ਗਿਆ ਹੈਗਾ ਪੂਰਾ, ਮਤਲਬ ਕਿ the following fee shall be charged in each case, ਪਰ ਇਹ ਸਾਰੀ ਹੁਣ ਅਮੈਂਡ ਹੋ ਚੁੱਕੀ ਹੈ। ਮੇਰੇ ਖਿਆਲ 20 ਰੁਪੀਜ਼ ਪਰ ਪੇਜ ਦਾ ਓਰੀਜਨਲ ਡਾਕੂਮੈਂਟ, ਜਮਾਨਤ ਦੀ ਕਾਪੀ ਲੈਣੀ ਹੈ, ਫਰਵਰ ਦੀ ਕਾਪੀ ਲੈਣੀ ਹੈ, 20 ਰੁਪਏ ਪਰ ਪੇਜ ਹੈਗਾ। ਹੁਣ ਸ਼ਾਇਦ ਕੋਈ ਅਮੈਂਡਮੈਂਟ ਹੋ ਚੁੱਕੀ ਹੋਵੇ, ਇੰਤਕਾਲ ਦੀ ਕਾਪੀ ਲੈਣੀ ਹੈ। ਚਲੋ ਇਹ ਸਾਰਾ ਤੁਸੀਂ ਦੇਖ ਲਿਓ ਆਪਣੇ ਲੈਵਲ ਤੇ ਵੀ ਕਿਸ ਡਾਕੂਮੈਂਟ ਦੀ ਕਿੰਨੀ ਫੀਸ ਹੈਗੀ ਹੈ, ਕਿਸ ਡਾਕੂਮੈਂਟ ਦੀ ਕਿੰਨੀ ਫੀਸ ਹੈਗੀ ਹੈ। ਤਾਂ ਪਟਵਾਰੀ ਸ਼ੈਲ ਨਾਟ ਬੀ ਇੰਟਾਈਟਲ ਟੂ ਰਿਟੇਨ ਐਨੀ ਸ਼ੇਅਰ। ਪਟਵਾਰੀ ਹਲਕਾ ਨੂੰ ਇਸ ਇੰਸਪੈਕਸ਼ਨ ਕਰਨੀ ਹੈ, ਕਿਸੇ ਨੇ ਕਾਪੀ ਲੈਣੀ, ਉਹਦੇ ਵਿੱਚੋਂ ਕੋਈ ਵੀ ਜਿਹੜੀ ਹੈਗੀ ਹੈ ਸ਼ੇਅਰ ਨਹੀਂ ਦਿੱਤਾ ਜਾਂਦਾ। ਇਹ ਜਿਹੜੀ ਪੇਮੈਂਟ ਹੈਗੀ ਹੈ 0029 ਲੈਂਡ ਰੈਵਨਿਊ 800 ਅਦਰ ਰਸੀਟ 07 ਕਾਪਿੰਗ ਫੀਸ ਦੇ ਵਿੱਚ ਜਮ੍ਹਾਂ ਕਰਾਈ ਜਾਂਦੀ ਹੈ ਖਜ਼ਾਨਾ ਦਫ਼ਤਰ ਦੇ ਵਿੱਚ, ਠੀਕ ਹੈ, ਪਟਵਾਰੀ ਰਿਕਾਰਡ ਦੇ ਨਾਮ ਤੇ। ਪਟਵਾਰੀ ਹਲਕਾ ਨੂੰ ਇੱਥੇ ਕਿਹਾ ਗਿਆ ਪਟਵਾਰੀ ਆਰ ਫੋਰਬਿਡਨ ਟੂ ਪ੍ਰਪੇਅਰ ਐਂਡ ਸਪਲਾਈ ਕਾਪੀਜ਼ ਔਰ ਐਕਸਟ੍ਰੈਕਟਸ ਆਫ ਦਾ ਪੇਪਰ ਨਾਟ ਸ਼ੋਨ ਇਨ ਦਾ ਅਬਵ ਟੇਬਲ। ਜੋ ਉੱਪਰ ਟੇਬਲ ਬਣਾਈ ਗਈ ਹੈ, ਇਸ ਟੇਬਲ ਤੋਂ ਇਲਾਵਾ ਕਿਸੇ ਹੋਰ ਰਿਕਾਰਡ ਦੀ ਜਿਹੜੀ ਕਾਪੀ ਹੈ ਪਟਵਾਰੀ ਹਲਕਾ ਵੱਲੋਂ ਨਹੀਂ ਦਿੱਤੀ ਜਾਂਦੀ। ਲਿਸਟ ਆਫ ਦਾ ਕੋ-ਸ਼ੇਅਰਰ ਸ਼ੈਲ ਨਾਟ ਬੀ ਪ੍ਰਪੇਅਰਡ। ਜੇ ਕੋਈ ਵਿਅਕਤੀ ਕਹੇ ਮੈਨੂੰ ਲਿਸਟ ਬਣਾ ਕੇ ਦਿਓ ਹਿੱਸੇਦਾਰਾਂ ਦੀ, ਕਿੰਨਾ ਕਿੰਨਾ ਹਿੱਸਾ ਕਿਸੇ ਦਾ ਹੈਗਾ, ਜੇ ਹੈਗਾ ਉਹ ਹੈਗਾ, ਇੱਦਾਂ ਦੀ ਕੋਈ ਲਿਸਟ ਪਟਵਾਰੀ ਹਲਕਾ ਵੱਲੋਂ ਬਣਾ ਕੇ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਜਦੋਂ ਤੱਕ ਕਲੈਕਟਰ ਵੱਲੋਂ ਕੋਈ ਇੱਦਾਂ ਦਾ ਕੋਈ ਸਪੈਸ਼ਲ ਆਰਡਰ ਨਾ ਆਵੇ ਜਾਂ ਕਿਸੇ ਕੋਰਟ ਵੱਲੋਂ, ਠੀਕ ਹੈ, ਕੋਈ ਮਤਲਬ ਕਿ ਡਿਮਾਂਡ ਨਾ ਹੋਵੇ। ਇਹ ਸਾਰਾ ਇਹ ਬਸ ਅੱਗੇ ਜਿਹੜੇ ਸੈਕਸ਼ਨ ਹੈਗੇ ਨੇ ਇਹ ਉਹਦੇ ਸੰਬੰਧ ਵਿੱਚ ਹੀ ਹੈਗੇ ਆ। ਜੇ ਕਿਸੇ ਨੇ ਕਾਪੀ VIP ਬਾਈ ਪੋਸਟ ਮੰਗਾਣੀ ਹੈ, ਹੋਰ ਮੰਗਾਣੀ ਹੈ, ਉਹਦੇ ਵਿੱਚ ਕੁਛ ਨਹੀਂ ਹੈਗਾ। ਜਮਾਂਬੰਦੀ ਦਾ ਫਾਰਮ ਕਿਹਾ ਜਾ ਹੋਣਾ ਚਾਹੀਦਾ ਹੈ, ਠੀਕ ਹੈ। ਇਹਦੇ ਨਾਲ ਜਿਹੜਾ ਇਹ ਤੁਹਾਡਾ ਲੈਂਡਰ ਨੂੰ ਰੂਲਸ ਨੇ ਇਹ ਖਤਮ ਹੋ ਜਾਂਦੇ ਨੇ। ਅਗਲੇ ਕੁਛ ਰੂਲ ਜਿਹੜੇ ਇੱਕ ਦੋ ਹੈਗਾ ਉਹ ਰੈਲੀਵੈਂਟ ਨਹੀਂ ਹੈਗੇ। ਤੁਹਾਡਾ ਇਹ ਜਿਹੜਾ ਹੈਗਾ ਲੈਂਡਰ ਨੂੰ ਐਕਟ ਤੇ ਲੈਂਡਰ ਨੂੰ ਰੂਲਸ ਖਤਮ ਹੋ ਜਾਂਦੇ। ਫਿਰ ਇਸ ਤੋਂ ਬਾਅਦ ਹੁਣ ਅਸੀਂ ਡਿਸਕਸ ਕਰਾਂਗੇ ਸਟੈਂਡਿੰਗ ਆਰਡਰ, ਫਾਈਨੈਂਸ਼ੀਅਲ ਕਮਿਸ਼ਨਰ ਆਫਿਸ ਦੇ ਸਟੈਂਡਿੰਗ ਆਰਡਰ। ਸਟੈਂਡਿੰਗ ਆਰਡਰ ਜਿਹੜੇ ਹੈਗੇ ਨੇ ਇਹ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਸੀ FCR ਦਫ਼ਤਰ ਵੱਲੋਂ, ਠੀਕ ਹੈ ਜੀ। ਜਸਟ ਫਾਰ ਦਾ ਪ੍ਰੋਸੀਜਰ ਐਕਟ ਸਾਡੇ ਬਣੇ ਹੋਏ ਨੇ, ਟੈਨੈਂਸੀ ਐਕਟ ਬਣਿਆ ਹੋਇਆ ਹੈ, ਲੈਂਡ ਰੈਵਨਿਊ ਐਕਟ ਬਣਿਆ ਹੋਇਆ ਹੈ, ਠੀਕ ਹੈ ਜੀ। ਜਿੰਨੇ ਵੀ ਸਾਡੇ ਕੋਲੇ ਐਕਟ ਬਣੇ ਹੋਏ ਨੇ ਉਹਨਾਂ ਐਕਟਾਂ ਦੇ ਅਕੋਰਡਿੰਗ, ਉਹਨਾਂ ਐਕਟਾਂ ਨੂੰ ਕਿਤੇ ਕੁਛ ਜਿੱਥੇ ਕਿਤੇ ਪ੍ਰੋਬਲਮਾਂ ਮਾੜੀਆਂ ਮੋਟੀਆਂ ਆਉਂਦੀਆਂ ਸੀਗੀਆਂ, ਜਿੱਥੇ ਕਿਸੇ ਹੋਰ ਪ੍ਰੋਸੀਜਰ ਦੀ ਜ਼ਰੂਰਤ ਹੁੰਦੀ ਸੀ, ਹੋਰ ਕਲੈਰੀਫਿਕੇਸ਼ਨ ਦੀ ਲੋੜ ਹੁੰਦੀ ਸੀਗੀ, ਉੱਥੇ ਸਮੇਂ ਦੇ ਮੁਤਾਬਕ ਜਿਹੜੇ ਹੈਗੇ ਆ ਆਰਡਰ ਜਾਰੀ ਕੀਤੇ ਗਏ, ਜਿਹਨੂੰ ਅਸੀਂ ਸਟੈਂਡਿੰਗ ਆਰਡਰਸ ਕਹਿੰਦੇ ਆ। ਸਟੈਂਡਿੰਗ ਆਰਡਰ ਨੰਬਰ ਜਿਹੜਾ 2 ਹੈਗਾ, ਠੀਕ ਹੈ, ਇਹ ਕਾਹਦੇ ਲਈ ਹੈ? ਲੈਂਡਲॉर्ड ਤੇ ਟੇਨੈਂਟ, ਪ੍ਰੋਸੀਡਿੰਗਸ ਐਂਡ ਸੂਟਸ ਬਿਟਵੀਨ ਦਾ ਲੈਂਡਲॉर्ड ਐਂਡ ਟੇਨੈਂਟ। ਲੈਂਡਲॉर्ड ਤੇ ਟੇਨੈਂਟ ਦੇ ਸੰਬੰਧ ਵਿੱਚ ਕਿਹੜੀ ਬੁੱਕ ਅਸੀਂ ਪੜ੍ਹੀ ਹੈ? ਪਹਿਲਾਂ ਅਸੀਂ ਪੜ੍ਹ ਰਹੇ ਸੀਗੇ ਪੰਜਾਬ ਟੈਨੈਂਸੀ ਐਕਟ, ਪੰਜਾਬ ਟੈਨੈਂਸੀ ਐਕਟ 1887, ਲੈਂਡਲॉर्ड ਐਂਡ ਟੇਨੈਂਟਸ, ਠੀਕ ਹੈ। ਉਹਦੇ ਵਿਚਕਾਰ ਆਪਾਂ ਸਾਰੀ ਡਿਟੇਲ ਪੜ੍ਹ ਚੁੱਕੇ ਹਾਂ। ਇਹਦੇ ਵਿੱਚ ਥੋੜਾ ਬਹੁਤਾ ਫਿਰ ਹੋਰ ਦਿੱਤਾ ਗਿਆ ਕਿ ਪਰਫਾਰਮੇ ਵਗੈਰਾ ਦਿੱਤੇ ਗਏ ਨੇ। ਨੋਟਿਸ ਆਫ ਰਿਲਿੰਕੁਇਸ਼ਮੈਂਟ ਬਾय ਦਾ ਟੇਨੈਂਟ ਐਟ ਵਿਲ। ਕੋਈ ਟੇਨੈਂਟ ਐਟ ਵਿਲ ਹੈਗਾ, ਉਹ ਆਪਦੀ ਮਰਜ਼ੀ ਦੇ ਨਾਲ ਜਾਣੀ ਕਿ ਕਾਸ਼ਤ ਕਰ ਰਿਹਾ ਹੈ। ਜਦੋਂ ਉਹ ਚਾਹੁੰਦਾ ਹੈ, ਚਾਹੇ ਤਾਂ ਉਹ ਜ਼ਮੀਨ ਨੂੰ ਛੱਡ ਸਕਦਾ ਹੈ। ਜ਼ਮੀਨ ਛੱਡਣ ਤੋਂ ਪਹਿਲਾਂ ਜਿਹੜਾ ਹੈਗਾ ਉਸ ਨੂੰ ਨੋਟਿਸ ਦੇਣਾ ਪਏਗਾ ਲੈਂਡਲॉर्ड ਨੂੰ। The procedure connected with the issue of the notices of the relinquishment by the tenant at will under the provisions of section Tenancy Act ਦਾ ਸੈਕਸ਼ਨ ਦਿੱਤਾ ਗਿਆ ਸ਼ਾਇਦ 36 ਸੈਕਿੰਡ ਹੈ, ਪੈਰਾਗ੍ਰਾਫ 59 of the land administration manual ਵੀ ਦਿੱਤਾ ਗਿਆ ਹੀ ਸੇਮ। The form of the notice, ਫਾਰਮ ਕੀ ਹੋਏਗਾ? ਨੋਟਿਸ ਕੌਣ ਜਾਰੀ ਕਰ ਰਿਹਾ ਹੈ? ਅਸਿਸਟੈਂਟ ਕਲੈਕਟਰ ਆਫ ਦਾ ਡਿਸਟ੍ਰਿਕਟ। Excuse me, sir. ਹਾਂਜੀ,
ਸਰ ਇਹ ਕਿੱਥੇ ਨੇ ਸਰ ਇਹ ਇਹ Standing order? ਤੁਹਾਡੇ ਸਟੈਂਡਿੰਗ ਆਰਡਰ ਦੀ ਇੱਕ ਸਪੈਸ਼ਲ ਬੁੱਕ ਹੈਗੀ ਹੈ, ਮੇਰੇ ਖਿਆਲ Okay, ਮਿਲਦੀ sir. ਮਾਰਕੀਟ 'ਚ ਘੱਟ ਹੈਗੀ ਹੈ। ਤੁਸੀਂ ਇਹ ਜਿਹੜੇ ਸਟੈਂਡਿੰਗ ਆਰਡਰ ਹੈਗੇ ਤੁਸੀਂ ਨੈਟ ਤੋਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਸਰ। ਬੁੱਕ ਦੇ ਵਿੱਚ ਮੇਰੇ ਖਿਆਲ ਹੈ ਬੁੱਕਸ ਸ਼ਾਇਦ ਅਵੇਲੇਬਲ ਨਹੀਂ ਹੈਗੀਆਂ ਮਾਰਕੀਟ ਦੇ ਵਿੱਚ। ਸਰ ਇਹ ਮਤਲਬ ਕੀ ਆਪਾਂ ਡਾਊਨਲੋਡ ਕੀਤਾ ਨਾ ਸਟੈਂਡਿੰਗ ਆਰਡਰ ਫਾਈਨੈਂਸ਼ੀਅਲ ਕਮਿਸ਼ਨਰ ਸਟੈਂਡਿੰਗ ਆਰਡਰ। ਠੀਕ ਹੈ ਸਰ। ਫਾਈਨੈਂਸ਼ੀਅਲ ਕਮਿਸ਼ਨਰ ਸਟੈਂਡਿੰਗ ਆਰਡਰ ਜਿਹੜੇ ਨੰਬਰ ਤੁਹਾਨੂੰ ਚਾਹੀਦੇ ਆ ਉਹੀ ਨੰਬਰ ਤੁਸੀਂ ਉੱਥੇ ਫੀਡ ਕਰੋਗੇ ਤੇ ਉਹਦੀ ਕਾਪੀ ਤੁਹਾਨੂੰ ਮਿਲ ਜਾਣਗੀ ਨੈਟ ਤੋਂ। ਸਰ ਕਿਹੜੇ ਨੰਬਰ ਕਢਾਈਏ ਸਰ? ਇਹ ਆਪਾਂ ਤੁਸੀਂ ਲੈ ਲਓ ਸਟੈਂਡਿੰਗ ਆਰਡਰ ਨੰਬਰ 2372029 ਬਸ ਸਫੀਸ਼ੀਐਂਟ ਹੈਗੇ ਆ। ਠੀਕ ਹੈ ਸਰ। ਓਕੇ ਸਰ। ਹਾਂ 6 ਲੈਣੇ ਹਨ, 6 ਆਰਡਰ ਲੈਣੇ ਹੈ ਜੀ, ਬਸ ਇੰਨੇ ਕੀ ਨੇ। ਹਾਂ ਤੁਹਾਡੇ ਕੋਲ ਅੱਜ ਕਿਸੇ ਕੋਲ ਹੈਗੇ ਸਟੈਂਡਿੰਗ ਆਰਡਰ ਇਹ ਇਸ ਵੇਲੇ? ਹਾਂਜੀ ਸਰ ਹੈਗੇ ਕਿਸੇ ਕੋਲ? ਠੀਕ ਹੈ। ਹਾਂਜੀ ਇਹ 'ਚ ਦੇਖੋ ਥੋੜਾ ਜਿਹਾ ਸਮਝਣ ਦੀ ਗੱਲ ਹੈ ਕੁਝ ਨਹੀਂ ਹੈਗਾ। ਅਸੀਂ ਜੋ ਪੜ੍ਹ ਚੁੱਕੇ ਹਾਂ ਉਹੀ ਕੁਛ ਇਹਦੇ ਵਿੱਚ, ਜੋ ਅਸੀਂ ਪੜ੍ਹ ਚੁੱਕੇ ਹਾਂ ਸਾਰਾ ਕੁਝ ਉਹਦੇ ਵਿੱਚ ਹੀ ਹੈ। ਪਰ ਜਦੋਂ ਅਸੀਂ ਪੇਪਰ ਦੇਣਾ ਹੁੰਦਾ ਪਰ ਤੁਹਾਨੂੰ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ ਵੀ ਕਿ ਅਸੀਂ ਕਿੱਥੇ ਕੀ ਪਿਆ ਹੈਗਾ। ਲਿਖਣਾ ਤਾਂ ਅਸੀਂ ਬੁੱਕਸ ਦੇਖ ਕੇ ਹੀ ਹੈ ਪਰ ਤੁਹਾਨੂੰ ਇੰਨਾ ਕੁ ਜਾਣਕਾਰੀ ਹੋਣੀ ਚਾਹੀਦੀ ਵੀ ਕਿੱਥੇ ਕੀ ਪਿਆ, ਕਿਹੜੀ ਬੁੱਕ ਦੇ ਵਿੱਚ ਜਿਹੜਾ ਕੁਐਸਚਨ ਹੈ ਕਿਹੜੀ ਬੁੱਕ ਦੇ ਨਾਲ ਰੈਲੀਵੈਂਟ ਹੈਗਾ। ਨੋਟਸ ਆਫ ਰਿਲਿੰਕੁਇਸ਼ਮੈਂਟ ਹੈਗਾ। ਜਦੋਂ ਆਪਾਂ ਪੜ੍ਹੇ ਅਸੀਂ ਟੈਨੈਂਸੀ ਐਕਟ ਦੇ ਵਿੱਚ ਕੋਈ ਵਿਅਕਤੀ ਜਿਹੜਾ ਬਿੱਲ ਦੇ ਟੈਨੈਂਟ ਐਟ ਬਿੱਲ ਹੁੰਦੇ ਆ ਜਿਹੜੇ ਮਰਜ਼ੀ ਦੇ ਨਾਲ ਜਿੰਨੀ ਜੇ ਚਾਹੁੰਦੇ ਆ ਤਾਂ ਕਾਸ਼ਤ ਕਰਦੇ ਰਹਿਣ, ਜਦੋਂ ਛੱਡਣਾ ਚਾਹਣ ਤਾਂ ਛੱਡ ਸਕਦੇ ਆ ਪਰ ਉਹਦਾ ਨੋਟਿਸ ਦੇਣਾ ਹੁੰਦਾ ਹੈ। ਉਹ ਨੋਟਿਸ ਜਿਹੜਾ ਜਾਰੀ ਕੀਤਾ ਜਾਂਦਾ ਕਿਹਦੇ ਵੱਲੋਂ ਜਾਰੀ ਹੋਏਗਾ ਨੋਟਿਸ? ਇਹ ਨੋਟਿਸ ਉਹ ਰੈਵਨਿਊ ਆਫੀਸਰ ਨੂੰ ਕਹੇਗੇ, ਐਪਲੀਕੇਸ਼ਨ ਦੇਣਗੇ ਵੀ ਮੈਂ ਇਹ ਜ਼ਮੀਨ ਛੱਡਣੀ ਚਾਹੁੰਦਾ, ਠੀਕ ਹੈ, ਤੇ ਤਾਂ ਕਿ ਤੁਸੀਂ ਲੈਂਡਲੌਰਡ ਨੂੰ ਜਿਹੜਾ ਹੈਗਾ ਨੋਟਿਸ ਜਾਰੀ ਕਰ ਦਿਓ। ਕੋਰਟ ਨੂੰ ਕਹੇਗਾ, ਰੈਵਨਿਊ ਕੋਰਟ ਨੂੰ। ਰੈਵਨਿਊ ਕੋਰਟ ਵੱਲੋਂ ਨੋਟਿਸ ਜਾਰੀ ਕਰਨਾ ਅਸਿਸਟੈਂਟ ਕਲੈਕਟਰ ਆਫ ਦਾ ਡਿਸਟ੍ਰਿਕਟ। ਨੋਟਿਸ ਆਫ ਰਿਲਿੰਕੁਇਸ਼ਮੈਂਟ ਇਹਦਾ ਪ੍ਰੋਫਾਰਮਾ ਬਣਾ ਕੇ ਦਿੱਤਾ ਗਿਆ ਵੀ ਨੋਟਿਸ ਆਫ ਦਾ ਰਿਲਿੰਕੁਇਸ਼ਮੈਂਟ ਦੇ ਨਾਮ ਤੇ ਇਹ ਹੋਏਗਾ ਪੰਜਾਬ ਟੈਨੈਂਸੀ ਐਕਟ 1887 ਦੇ ਤਹਿਤ। ਇਸ਼ੂ ਪਰਸੂਐਂਟ ਟੂ ਦਾ ਸਬਸੈਕਸ਼ਨ 2 ਆਫ ਸੈਕਸ਼ਨ 36। ਸੈਕਸ਼ਨ 36 ਅਸੀਂ ਪੜ੍ਹਿਆ ਸੀਗਾ ਟੈਨੈਂਸੀ ਐਕਟ ਦਾ, ਜਿੱਥੇ ਇਹ ਦਿੱਤਾ ਗਿਆ ਹੈਗਾ ਵੀ ਉਸ ਵੱਲੋਂ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ। ਫਿਰ ਇਹਦਾ ਪ੍ਰੋਫਾਰਮਾ ਕੀ ਹੈ? ਛੋਟਾ ਸਿੰਪਲ ਜਿਹਾ ਪ੍ਰੋਫਾਰਮਾ ਹੈ, ਟੈਨੈਂਟ ਔਨ ਹੂਜ਼ ਐਪਲੀਕੇਸ਼ਨ ਦਿਸ ਨੋਟਿਸ ਇਜ਼ ਇਸ਼ੂਡ। ਠੀਕ ਹੈ, ਜਦੋਂ ਰੈਵਨਿਊ ਆਫਿਸ ਦੇ ਵੱਲੋਂ ਲੈਂਡਲੌਰਡ ਨੂੰ ਨੋਟਿਸ ਜਾਰੀ ਕੀਤਾ ਜਾਣਾ ਹੈ ਔਨ ਦਾ ਐਪਲੀਕੇਸ਼ਨ ਆਫ ਦਾ ਟੈਨੈਂਟ, ਤਾਂ ਉਹਦਾ ਕੋਰਟ ਦਾ ਨਾਮ ਹੋਏਗਾ ਪਹਿਲਾਂ ਤੇ ਅੰਡਰ ਸੈਕਸ਼ਨ ਕਿਹੜੇ ਸੈਕਸ਼ਨ ਦੇ ਤਹਿਤ ਇਹ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਕਿਹਦੀ ਅਰਜ਼ੀ ਤੇ ਜਾਰੀ ਕੀਤਾ ਜਾ ਰਿਹਾ ਹੈ, ਕਿਸ ਵਿਅਕਤੀ ਨੂੰ ਜਾਰੀ ਕੀਤਾ ਜਾ ਰਿਹਾ ਹੈ। ਜਾਰੀ ਕਿਹਨੂੰ ਹੋਏਗਾ? ਲੈਂਡਲੌਰਡ ਨੂੰ ਜਾਰੀ ਹੋਏਗਾ। ਫਿਰ ਕਿਹੜੀ ਪ੍ਰੋਪਰਟੀ ਦੇ ਰਿਗਾਰਡਿੰਗ ਜਾਰੀ ਕੀਤਾ ਜਾ ਰਿਹਾ, ਟੈਨੈਂਸੀ ਟੂ ਵਿਚ ਦਿਸ ਨੋਟਿਸ ਰਿਲੇਟਸ, ਕਿਹੜੇ ਨੰਬਰ ਖਾਸਰਾ ਨੇ, ਕਿਹੜੇ ਪਿੰਡ ਦੇ ਨੇ, ਕਿੰਨਾ ਰਕਬਾ ਹੈਗਾ, ਕਿਹੜੀ ਤਹਿਸੀਲ 'ਚ ਪੈਂਦਾ ਹੈ, ਠੀਕ ਹੈ, ਉਹਦੇ ਰਿਗਾਰਡਿੰਗ ਇਹ ਜਿਹੜਾ ਨੋਟਿਸ ਹੈ ਜਾਰੀ ਕੀਤਾ ਜਾ ਰਿਹਾ ਹੈ। ਇਨ ਅਕੋਰਡੈਂਸ ਵਿਦ ਦਾ ਐਪਲੀਕੇਸ਼ਨ ਆਫ ਜਿਹੜੀ ਦਾ ਟੈਨੈਂਟ ਨੋਟਿਸ ਇਜ਼ ਹੇਅਰ ਬਾਈ ਗਿਵਨ। ਆ ਦੋ ਲਾਈਨਾਂ ਲਿਖੀਆਂ ਜਾਣਗੀਆਂ ਵੀ ਤੁਹਾਨੂੰ ਇਹ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। The landlord that the tenant will relinquish the tenancy above described at the end of the agriculture year। ਇਹ ਲਿਖਿਆ ਜਾਏਗਾ ਵੀ ਤੁਸੀਂ ਇਸ ਐਗਰੀਕਲਚਰ ਈਅਰ ਦੇ ਉੱਪਰ ਜਿਹੜਾ ਹੈ ਟੈਨੈਂਟ ਹੈਗਾ ਇਹ ਜ਼ਮੀਨ ਤੁਹਾਡੀ ਛੱਡਣੀ ਚਾਹੁੰਦਾ ਹੈ, ਠੀਕ ਹੈ। ਇਹ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਡੇਟਸ ਐਟ ਦਾ ਰੈਵਨਿਊ ਆਫੀਸਰ ਆਫ ਦਿਸ ਡੇ, ਮਤਲਬ ਕਿ ਰੈਵਨਿਊ ਆਫੀਸਰ ਵੱਲੋਂ ਜਦੋਂ ਨੋਟਿਸ ਜਾਰੀ ਕੀਤਾ ਜਾਂਦਾ ਉਹਦੀ ਡੇਟ ਲਗਾਈ ਜਾਂਦੀ, ਡੇਟ ਫਿਕਸ ਡੇਟ ਦਿੱਤੀ ਜਾਂਦੀ ਹੈ ਤੇ ਨਾਲ ਹੀ ਮਤਲਬ ਕਿ ਮੋਹਰ ਲਾ ਕੇ ਸਾਈਨ ਕੀਤੇ ਜਾਂਦੇ। ਸੈਕੰਡ ਜਿਹੜਾ ਹੈਗਾ ਇਹਦੇ ਵਿੱਚ ਨੋਟਿਸ ਆਫ ਐਜੈਕਟਮੈਂਟ ਆਫ ਟੈਨੈਂਟ ਐਟ ਬਿਲ। ਇਹ ਦੇਖੋ ਐਜੈਕਟਮੈਂਟ ਦਾ ਵੱਖਰਾ ਆ ਗਿਆ। ਐਜੈਕਟਮੈਂਟ ਕੌਣ ਕਰਾਏਗਾ? ਮਾਲਕ ਕਰਾਏਗਾ। ਰਿਲਿੰਕੁਇਸ਼ ਕੌਣ ਕਰਦਾ ਹੈ? ਜਿਹੜਾ ਵਿਅਕਤੀ ਆਪ ਛੱਡਦਾ ਹੈ। ਛੱਡਣ ਵਾਲੇ ਬੰਦੇ ਨੂੰ ਕਹਾਂਗੇ ਮੈਂ ਛੱਡ ਰਿਹਾ, ਉਹ ਹੋ ਗਈ ਰਿਲਿੰਕੁਇਸ਼ਮੈਂਟ। ਥੋੜਾ ਸਾ ਡਿਫਰੈਂਸ ਹੈ ਦੋਨਾਂ ਦੇ ਵਿੱਚ। ਨੋਟਿਸ ਆਫ ਐਜੈਕਟਮੈਂਟ ਕੌਣ ਕਰੇਗਾ? ਟੈਨੈਂਟ, ਜਿਹੜਾ ਲੈਂਡਲੌਰਡ ਹੈ ਉਹ ਅਰਜੀ ਦੇਗਾ ਰੈਵਨਿਊ ਕੋਰਟ ਦੇ ਵਿੱਚ ਵੀ ਇਹ ਜਿਹੜੀ ਜ਼ਮੀਨ ਹੈਗੀ ਹੈ ਮੇਰੀ, ਇਹ ਟੈਨੈਂਸੀ ਹੈਗੀ ਹੈ, ਇਹ ਫਲਾਣਾ ਟੈਨੈਂਟ ਹੈਗਾ, ਉਹਦੇ ਕਬਜ਼ੇ ਦੇ ਵਿੱਚ, ਉਹਨੂੰ ਬਾਂਧ ਲਈ ਮੈਂ ਦਿੱਤੀ ਵੀ ਹੈ ਤੇ ਮੈਨੂੰ ਇਹ ਖਾਲੀ ਕਰਵਾ ਕੇ ਦਿੱਤੀ ਜਾਵੇ, ਮੈਂ ਅਗਲੀ ਫਸਲ ਦੀ ਜਿਹੜੀ ਹੈਗੀ ਆ ਖਾਲੀ ਕਰਾਉਣੀ ਹੈ। ਇਹਦੇ ਵਿੱਚ ਅਰਜੀ ਲੈਂਡਲੌਰਡ ਵੱਲੋਂ ਹੋਏਗੀ ਰੈਵਨਿਊ ਆਫੀਸਰ ਨੂੰ, ਠੀਕ ਹੈ। ਉਸ ਅਰਜੀ ਦੇ ਵਿੱਚ ਉਹ ਦਰਸਾਏਗਾ ਮੇਰੀ ਆਹ ਫਸਲ, ਆਹ ਮੇਰੀ ਜ਼ਮੀਨ ਹੈ, ਆਹ ਉਹਦੇ ਨੰਬਰ ਖਸਰਾ ਨੇ, ਆਹ ਮੇਰਾ ਟੈਨੈਂਟ ਹੈਗਾ, ਪਿੰਡ ਦੀ ਲੈਂਡ ਹੈਗੀ ਹੈ। ਫਿਰ ਰੈਵਨਿਊ ਆਫਿਸ ਦੇ ਵੱਲੋਂ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਜਾਵੇਗਾ। ਨੋਟਿਸ ਇਸ਼ੂਡ ਬਾਏ ਦਾ ਅਸਿਸਟੈਂਟ ਕਲੈਕਟਰ ਆਫ ਦਾ ਡਿਸਟ੍ਰਿਕਟ, ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਹੈਗਾ। ਨੋਟਿਸ ਆਫ ਐਜੈਕਟਮੈਂਟ ਇਹਦਾ ਇਸ਼ੂ, ਇਹਦਾ ਸਬਜੈਕਟ ਕੀ ਹੋਏਗਾ?
नोटिस ऑफ एजेक्टमेंट होगा इशूड परसुएंट टू द प्रोविजंस ऑफ सबसेक्शन 1 ऑफ सेक्शन 45 ऑफ द पंजाब टेनेंसी एक्ट। ਅਸੀਂ सेक्शन 45 पढ़ के गए ਪਹਿਲਾਂ पंजाब टेनेंसी एक्ट ਦਾ ਵੀ ਉਸ ਐਕਟ ਦੇ ਤਹਿਤ ਇਹ ਜਿਹੜਾ ਨੋਟਿਸ ਹੈ ਤੁਹਾਨੂੰ ਜਾਰੀ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਜਾਰੀ ਕੀਤਾ ਜਾ ਰਿਹਾ ਹੈ ਪਰਸਨ ਔਨ ਹੂਜ਼ ਐਪਲੀਕੇਸ਼ਨ ਦਿਸ ਨੋਟਿਸ ਇਸ਼ੂਡ, ਯਾਨੀ ਕਿ ਸੀਡੀ ਨਾਮ ਦਾ ਕੋਈ ਵਿਅਕਤੀ ਹੈਗਾ ਮੰਨ ਲਓ, ਉਹਨੇ ਅਰਜੀ ਦਿੱਤੀ ਹੈ, ਜਿਹੜਾ ਲੈਂਡਲॉर्ड ਹੈ ਉਹਨੇ ਅਰਜੀ ਦਿੱਤੀ ਹੈ ਤੇ ਨੋਟਿਸ ਜਾਰੀ ਕਿਹਨੂੰ ਕੀਤਾ ਜਾ ਰਿਹਾ ਹੈ ਉਹਦਾ ਨਾਮ ਲਿਖਾਂਗੇ ਪਰਸਨਸ ਔਨ ਹੂਮ ਦਿਸ ਨੋਟਿਸ ਇਜ਼ ਟੂ ਬੀ ਸਰਵ, ਠੀਕ ਹੈ, ਉਹਦਾ ਨਾਮ ਲਿਖਾਂਗੇ ਯਾਨੀ ਕਿ ਟੈਨੈਂਟ ਦਾ ਨਾਮ ਲਿਖਾਂਗੇ। ਫਿਰ ਕੀ ਹੈ ਟੈਨੈਂਸੀ ਵੇਰਵਾ ਏਰੀਆ ਦਾ, ਟੈਨੈਂਸੀ ਟੂ ਵਿਚ ਦਿਸ ਨੋਟਿਸ ਇਜ਼ ਰਿਲੇਟਸ, ਨੰਬਰ ਕਸਰਾ ਰਕਬਾ ਵਗੈਰਾ ਵਗੈਰਾ ਸਾਰਾ ਫਿਰ ਨਾਲ ਉਹਨੂੰ ਵੇਰਵਾ ਦਿੱਤਾ ਜਾਏਗਾ ਵੀ ਇਹ ਜਿਹੜਾ ਫਲਾਣੀ ਫਸਲ ਤੇ ਜਿਹੜੀ ਹੈਗੀ ਤੁਸੀਂ ਇਹ ਜ਼ਮੀਨ ਖਾਲੀ ਕਰਨੀ ਹੈ। ਇਟ ਅਪੀਅਰਸ from the annual record ਇਹ affords a tenant ਵੀ ਤੁਸੀਂ tenant ਹੈਗੇ ਹੋ, ਠੀਕ ਹੈ, is liable to ejectment and is here liable to be ejectment by the notice of the accordance with the provisions so and so, ਵੀ ਤੁਸੀਂ ਇਹ ਜਿਹੜਾ ਐਗਰੀਕਲਚਰ ਖਤਮ ਹੋ ਰਿਹਾ ਹੈਗਾ ਤੁਸੀਂ ਇਸ ਫਸਲ ਤੇ ਜਿਹੜਾ ਹੈਗਾ ਇਹ ਜ਼ਮੀਨ ਨੂੰ ਖਾਲੀ ਕਰੋਗੇ। he must vacate the land before the first day of the May the next following, ਠੀਕ ਹੈ, ਮਤਲਬ ਕਿ ਉਹਨੂੰ ਨੋਟਿਸ ਭੇਜਿਆ ਜਾਂਦਾ ਹੈ ਵੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ 2 ਮਿੰਟ ਦੇ ਅੰਦਰ ਅੰਦਰ ਆਪਦੀ ਜਿਹੜੀ ਰਿਪੋਰਟ ਉਹ ਵੀ ਹੈਗੀ ਹੈ, ਕੋਈ ਕਲੇਮ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਹੋ। ਇਹ ਨੋਟਿਸ ਹੀ ਹੈਗਾ ਸਿੰਪਲ, ਹੋਰ ਕੁਝ ਨਹੀਂ ਇਹਦੇ ਵਿੱਚ, ਰੈਵਨਿਊ ਆਫੀਸਰ ਵੱਲੋਂ ਜਾਰੀ ਕੀਤੇ ਜਾਂਦੇ ਆ। ਅੱਗੇ ਚਲੋ, ਸੂਟਸ ਫਾਰ ਐਂਡ ਟੂ ਕੰਟੈਸਟ ਦ ਐਜੈਕਟਮੈਂਟ। suits for and to contest the ejectment by the landlords for the ejectment of the tenant by the tenant to contest the ejectment, landlord ਵੱਲੋਂ ਵੀ ਸੂਟ ਫਾਈਲ ਕੀਤਾ ਜਾਂਦਾ ਹੈ, ਠੀਕ ਹੈ, ਉਹਨੂੰ eject ਕਰਨ ਦੀ ਖਾਤਰ tenant ਵੱਲੋਂ ਜਾਰੀ ਸੂਟ ਫਾਈਲ ਕੀਤਾ ਜਾਂਦਾ ਹੈ ਉਸ ਨੂੰ ਕੰਟੈਸਟ ਕਰਨ ਦੀ ਖਾਤਰ by the tenant to recover possession or to the obtain the compensation, ਜਾਂ ਫਿਰ tenant ਇਹ ਕਹਿੰਦਾ ਜਦੋਂ ਉਹਨੂੰ ejectment ਦੇ ਲਈ ਕਿਹਾ ਜਾਂਦਾ ਹੈ ਤਾਂ tenant ਜਿਹੜਾ ਹੈਗਾ ਉਹ ਆਪਦਾ ਕੰਪਨਸੇਸ਼ਨ ਕਲੇਮ ਕਰ ਸਕਦਾ ਹੈਗਾ। ਕੰਪਨਸੇਸ਼ਨ ਕਲੇਮ ਕਰਨ ਦੇ ਲਈ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ ਜਾ ਕੇ ਦਾਅਵਾ ਦਾਇਰ ਕਰ ਸਕਦਾ ਵੀ ਮੇਰੇ ਇੰਨੇ ਕੰਪਨਸੇਸ਼ਨ ਬਣਦੇ ਹੈਗੇ। ਸਮਰੀ ਆਫ ਦਾ ਪ੍ਰੋਵੀਜ਼ਨਸ ਆਫ ਦਾ ਟੈਨੈਂਸੀ ਐਂਡ ਰਿਲੇਟਿੰਗ ਟੂ ਦਾ ਐਜੈਕਟਮੈਂਟ ਆਫ ਦਾ ਟੈਨੈਂਟਸ ਐਟ ਵਿਲ। The following summary of the provisions of the Tenancy Act so far. Revenue officers. Notes of the ejectment can be only be served by the revenue officer in the 5 months between 16 June and 16 November. A notice of the ejectment can only be served by a revenue officer in the 5 months between 16 जून तो लेके जून जुलाई अगस्त सितंबर अक्तूबर नवंबर, ठीक है, 16 जून तो लेके 16 नवंबर तक ही ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ ejectment ਦਾ ਰੈਵਨਿਊ ਆਫੀਸਰ ਵੱਲੋਂ ਟੈਨੈਂਟ ਨੂੰ। फिर हैगा a suit in the revenue court by tenant to contest his liability to be ejected must be filed within 2 months। ਇਹ ਆਪਾਂ ਪਹਿਲਾਂ ਹੀ ਪੜਿਆ ਸੀ 2 ਮਿੰਟ ਦੇ ਅੰਦਰ ਅੰਦਰ ਜਦੋਂ ਉਹਨੂੰ ਨੋਟਿਸ ਮਿਲ ਗਿਆ ਤਾਂ 2 ਮਿੰਟ ਦੇ ਅੰਦਰ ਅੰਦਰ ਉਸਨੇ ਜਿਹੜਾ ਹੈਗਾ ਸੂਟ ਫਾਈਲ ਕਰਨਾ ਹੁੰਦਾ ਟੈਨੈਂਟ ਨੇ। from the service of the notice the very latest date in any agriculture year on which such a suit can be filed, therefore 15th January 15 जनवरी तक। इफ ए टेनेंट फेल्स टू इंस्टीट्यूट सच सूट, जे कोई ਜਿਹੜਾ टेनेंट है कोई कंटेस्ट नहीं करता, कोई अपनी कंपनसेशन कलैक्ट नहीं करता, मतलब कंपनसेशन क्लेम नहीं करता, फेल हो जाता है, लैंडलॉर्ड कैन अप्लाई फॉर एन एजैक्टमेंट ऑर्डर, ਤਾਂ ਫਿਰ लैंडलॉर्ड ਹੈਗਾ ਅਪਲਾਈ ਕਰ ਸਕਦਾ ਮੈਨੂੰ ਐਜੈਕਟਮੈਂਟ ਮੈਨੂੰ ਕਰਵਾਈ ਜਾਵੇ ਦੀ ਟੈਨੈਂਟ ਦੀ। ਇਫ ਕੰਪਨਸੇਸ਼ਨ ਫਾਊਂਡ ਟੂ ਬੀ ਡਿਊ, ਜੇ ਕਿਤੇ ਲੱਗਦਾ ਹੈਗਾ ਵੀ ਇਹਦੀ ਕੰਪਨਸੇਸ਼ਨ ਡਿਊ ਹੈਗੀ ਹੈ ਤਾਂ ਰੈਵਨਿਊ ਆਫਿਸ ਬਾਉਂਡ ਟੂ ਸਟੇ ਐਜੈਕਟਮੈਂਟ ਅੰਟਿਲ ਇਟ ਇਜ਼ ਪੇਡ। ਜੇ ਰੈਵਨਿਊ ਜੇ ਟੈਨੈਂਟ ਵੱਲੋਂ ਆ ਕੇ ਕਿਹਾ ਜਾਂਦਾ ਵੀ ਮੇਰੀ ਇੰਨੀ ਕੰਪਨਸੇਸ਼ਨ ਬਣਦੀ ਹੈ ਤਾਂ ਰੈਵਨਿਊ ਆਫਿਸਰ ਮਤਲਬ ਕਿ ਸੈਟੀਸਫਾਈ ਹੁੰਦਾ ਹੈ ਤਾਂ ਜਿਹੜਾ ਰੈਵਨਿਊ ਆਫਿਸਰ ਵੱਲੋਂ ਜਿਹੜੀ ਐਜੈਕਟਮੈਂਟ ਦੇ ਆਰਡਰ ਹੈਗੇ ਆ ਉਹ ਸਟੇ ਕਰ ਦਿੱਤੇ ਜਾਂਦੇ ਜਦੋਂ ਤੱਕ ਉਹ ਪੇਮੈਂਟ ਉਹਦੇ ਵੱਲੋਂ ਜਮ੍ਹਾਂ ਨਹੀਂ ਕਰਾਈ ਜਾਂਦੀ। ਤੇ ਜਿਹੜੀ ਐਜੈਕਟਮੈਂਟ ਦਾ ਜਿਹੜਾ ਆਰਡਰ ਹੈਗਾ ਇਹ ਕਦੋਂ ਐਗਜ਼ੀਕਿਊਟ ਹੁੰਦਾ ਹੈ ਇਹਦਾ ਇਹ ਸਮਾਂ ਦਿੱਤਾ ਗਿਆ, ਆਪਾਂ ਪਹਿਲਾਂ ਹੀ ਪੜ੍ਹਿਆ ਸੀਗਾ ਟੈਨੈਂਸੀ ਐਕਟ ਦੇ ਵਿੱਚ ਹੀ ਪੜ੍ਹਿਆ ਸੀਗਾ 1 ਮਈ ਤੋਂ ਲੈ ਕੇ 15 ਜੂਨ ਦੇ ਵਿੱਚ ਜਿਹੜੀ ਹੈਗੀ ਐਜੈਕਟਮੈਂਟ ਦੇ ਆਰਡਰ ਜਿਹੜੇ ਹੁੰਦੇ ਨੇ ਉਹ ਐਗਜ਼ੀਕਿਊਟ ਕਰਨੇ ਹੁੰਦੇ ਨੇ। ਕਬਜ਼ਾ ਕਾਰਵਾਈ 1 ਮਈ ਤੋਂ ਲੈ ਕੇ 15 ਜੂਨ, ਪੂਰਾ ਮਈ ਦਾ ਮਹੀਨਾ ਤੇ 15 ਦਿਨ ਜੂਨ ਦੇ।
Question of compensation must be decided in all the adjustment and enhancement of the rent suits. ਕਿੰਨੀ ਕੰਪਨਸੇਸ਼ਨ ਬਣਦੀ ਹੈ, ਕਿੰਨੀ ਨਹੀਂ ਬਣਦੀ, ਇਹ ਜਿਹੜਾ ਕੁਐਸਚਨ ਹੈ ਇਹ ਪਹਿਲਾਂ ਡਿਸਾਈਡ ਕਰਨਾ ਹੁੰਦਾ ਹੈ, ਫਿਰ ਹੀ ਉਸ ਤੋਂ ਬਾਅਦ ਹੈਗਾ ਜਿਹੜਾ ਐਡਜਸਟਮੈਂਟ ਦਾ ਆਰਡਰ ਕੀਤਾ ਜਾਂਦਾ ਹੈ। ਡਿਕਰੀ ਨਾਟ ਟੂ ਬੀ ਐਗਜ਼ੀਕਿਊਟਡ ਟਿਲ ਕੰਪਨਸੇਸ਼ਨ ਹੈਜ਼ ਬੀਨ ਮੇਡ। ਐਡਜਸਟਮੈਂਟ ਦੀ ਡਿਗਰੀ ਉਦੋਂ ਤੱਕ ਪਾਸ ਨਹੀਂ ਕੀਤੀ ਜਾਂਦੀ ਜਦੋਂ ਤੱਕ ਲੈਂਡਲੌਰਡ ਵੱਲੋਂ ਜਿਹੜੀ ਕੰਪਨਸੇਸ਼ਨ ਹੈ ਪੇ ਨਹੀਂ ਕੀਤੀ ਜਾਂਦੀ। ਜਦੋਂ ਤੱਕ ਪੇ ਨਹੀਂ ਕੀਤੀ ਜਾਂਦੀ, ਜਿਹੜੀ ਐਡਜਸਟਮੈਂਟ ਦਾ ਜਿਹੜਾ ਆਰਡਰ ਹੈ ਉਹ ਸਟੇ ਕਰ ਦਿੱਤਾ ਜਾਂਦਾ ਹੈ ਰੈਵਨਿਊ ਆਫੀਸਰ ਵੱਲੋਂ। ਕੰਪਨਸੇਸ਼ਨ ਫਾਰ ਦਾ ਡਿਸਟਰਬੈਂਸ, ਆਪਾਂ ਪੜ੍ਹਿਆ ਸੀ ਡਿਸਟਰਬੈਂਸ ਕੀ ਹੁੰਦੀ ਹੈ, ਵੀ ਨਾਲ ਦਾ ਖੇਤ ਨੂੰ ਰਲਾ ਕੇ ਨਾਲ ਦੇ ਖੇਤ ਨੂੰ ਮਤਲਬ ਕਿ ਮਿਲਾ ਲਿਆ ਜਾਵੇ ਆਪਣੀ ਟੈਨੈਂਸੀ ਦੇ ਵਿੱਚ, ਉਹਦੀਆਂ ਵੀ ਕੰਪਨਸੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਵੀ ਦੇਣੀਆਂ ਬਣਦੀਆਂ ਹੁੰਦੀਆਂ ਨੇ ਲੈਂਡਲੌਰਡ ਵੱਲੋਂ ਜੇਕਰ ਟੈਨੈਂਟ ਨੂੰ ਐਡਜਸਟ ਕੀਤਾ ਜਾਣਾ ਹੋਵੇ। ਸਕੇਲ ਆਫ ਦਾ ਕੰਪਨਸੇਸ਼ਨ ਫਾਰ ਦਾ ਡਿਸਟਰਬੈਂਸ, ਕੀ ਸਕੇਲ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਦੇਖਿਆ ਜਾਏਗਾ ਵੀ ਕਿੰਨਾ ਕਿਹਦਾ ਪੈਸਾ ਖਰਚ ਹੋਇਆ, ਕਿੰਨੇ ਕਮੋਡੇ ਦੀ ਖਰਚ ਹੋਈ ਤੇ ਕਿੰਨੀ ਦੇਰ ਨੇ ਯੂਟਿਲਾਈਜ਼ ਕਰ ਲਈ। ਇਹ ਰੈਵਨਿਊ ਆਫੀਸਰ ਵੱਲੋਂ ਜਿਹੜੀ ਕੰਪਨਸੇਸ਼ਨ ਹੈ ਡਿਸਟਰਬੈਂਸ ਦੀ, ਉਹ ਰੈਵਨਿਊ ਆਫੀਸਰ ਵੱਲੋਂ ਅਸੈਸ ਕੀਤੀ ਜਾਂਦੀ ਹੈ। ਨੈਕਸਟ ਹੈਗਾ ਡਿਕਰੀ ਇਨ ਸੂਟਸ ਫਾਰ ਦਾ ਏਰੀਆਜ਼ ਆਫ ਕਾਈਂਡ ਰੈਂਟ। ਕਾਈਂਡ ਰੈਂਟ, ਜਿੱਥੇ ਕਿਤੇ ਰੈਂਟ ਹੈਗਾ ਕਾਈਂਡ ਦੇ ਬੇਸਿਸ ਤੇ ਹੈਗਾ, ਠੀਕ ਹੈ, ਉਹਦੀ ਜਿਹੜੀ ਡਿਗਰੀ ਹੈਗੀ ਹੈ, ਏਰੀਅਰਸ ਦੀ ਕੋਈ ਬਕਾਇਆ ਪਏ ਹੈਗੇ ਆ, ਠੀਕ ਹੈ, ਉਹ ਵੀ ਜਿਹੜੀ ਪਾਸ ਕੀਤੀ ਜਾਂਦੀ ਹੈ। ਪਟਵਾਰੀਜ਼ ਪੇਪਰਸ ਐਂਡ ਵਿਲੇਜ ਰਜਿਸਟਰਸ the area under each kind of the crop grown harvest, ਉਹ ਕਿਵੇਂ ਕੀਤੀ ਜਾਏਗੀ, ਜਿੱਥੇ ਕਾਇੰਡ ਦੇ ਬੇਸਿਸ ਤੇ ਜਿਹੜਾ ਏਰੀਅਰ ਬਣਦਾ ਹੈ ਉਹ ਦੇਖਿਆ ਜਾਏਗਾ ਕਿ ਕਿਹੜੀ ਫਸਲ ਚ ਕਿਹੜੇ ਸਮੇਂ ਦੇ ਕਿਹੜੀ ਫਸਲ ਬੀਜੀ ਗਈ ਸੀ। ਪਟਵਾਰੀ ਹਲਕਾ ਦਾ ਰਿਕਾਰਡ ਗਰਦੌਰੀ ਦੇਖੀ ਜਾਏਗੀ, ਠੀਕ ਹੈ, ਗਰਦੌਰੀ ਤੋਂ ਅਸੈਸਮੈਂਟ ਕੀਤੀ ਜਾਏਗੀ ਕਿਹੜੀ ਫਸਲ ਬੀਜੀ ਗਈ ਸੀ, ਉਹਦੀ ਕਿੰਨੀ ਅਮਾਊਂਟ ਬਣਦੀ ਹੈਗੀ ਹੈ, ਤਦੀ ਉਹਦੇ ਬੇਸਿਸ ਤੇ ਜਿਹੜੀ ਡਿਗਰੀ ਹੈ ਇਹ ਪਾਸ ਕੀਤੀ ਜਾਂਦੀ ਹੈ। ਜਾਣੀ ਕਿ ਆਪਾਂ ਜਿਹਨੂੰ ਗੋਸ਼ਵਾਰਾ ਕਹਿ ਦਿੰਦੇ ਹਾਂ, ਸੌਰੀ ਕੋਈ ਹੋਰ ਵਰਡ ਹੈਗਾ ਮੈਨੂੰ ਯਾਦ ਨਹੀਂ ਆ ਰਿਹਾ, ਅੱਗੇ ਚਲੋ। ਫਿਰ ਹੈਗਾ ਟੈਬਲੇਟ ਸਟੇਟਮੈਂਟ ਟੂ ਬੀ ਗਿਵਨ ਇਨ ਜਜਮੈਂਟ ਦੇ ਵਿੱਚ ਜਿਹੜੀ ਜਦੋਂ ਜਜਮੈਂਟ ਪਾਸ ਕਰਨੀ ਹੈ ਤਾਂ ਸਾਰੀ ਸਟੇਟਮੈਂਟ ਵੇਰਵਾ ਪੂਰਾ, ਹਾਰਵੈਸਟ ਕਿਹੜੀ ਫਸਲ ਸੀਗੀ, ਪਿੰਡ ਦਾ ਕੀ ਨਾਮ ਸੀਗਾ, ਅਸੈਸਮੈਂਟ ਕੀਤੀ ਗਈ ਹੈ, ਸਰਕਲ ਕਿਹੜਾ ਸੀਗਾ, ਹਾਰਵੈਸਟ ਕਿਹੜੀ ਫਸਲ ਬੀਜੀ ਗਈ ਸੀ, ਕਿਹੜੀ ਕ੍ਰੌਪਸ, ਸੋਇਲ ਕਿਹੜੀ ਹੈ, ਮੈਚਿਓਰਡ ਏਰੀਆ ਕਿੰਨਾ ਸੀਗਾ, ਕਿੰਨਾ ਦੂਜਾ ਸੀਗਾ, ਐਵਰੇਜ ਆਊਟਕਮ ਪਰ ਏਕੜ ਪਰ ਕਿੱਲੇ ਦੇ ਮੁਤਾਬਕ ਕਿੰਨੀ ਫਸਲ ਪੈਦਾਵਾਰ ਹੋਈ ਸੀ, ਗ੍ਰੋਸ ਆਊਟਕਮ ਟੋਟਲ ਕਿੰਨੀ ਅਮਾਊਂਟ ਬਣ ਗਈ, ਠੀਕ ਹੈ, ਡਿਡਕਸ਼ਨਸ ਫਾਰ ਦਾ ਕੈਮਿਆਨਾ ਵਗੈਰਾ ਜੋ ਖਰਚੇ ਖੁਰਚੇ ਹੋਏ ਉਹ ਕੱਢ ਕੇ ਸਾਰੀ ਕਿੰਨੀ ਪੇਮੈਂਟ ਬਣਦੀ ਸੀ, ਕਿੰਨੀ ਉਹਨੂੰ ਜਿਹੜੀ ਡਿਗਰੀ ਆ ਪਾਸ ਕੀਤੀ ਜਾਣੀ ਬਣਦੀ ਹੈ। ਸਾਰਾ ਹਿਸਾਬ ਕਿਤਾਬ ਲਗਾ ਕੇ ਹੀ ਜਿਹੜੀ ਹੈਗੀ ਹੈ ਡਿਗਰੀ ਪਾਸ ਕੀਤੀ ਜਾਂਦੀ, ਜਿੱਥੇ ਜਿਹੜੀ ਇਨ ਕਾਇੰਡ ਜਿਹੜੀ ਹੈਗੀ ਹੈ ਰੈਂਟ ਦੇਣਾ ਹੁੰਦਾ ਕਿਸੇ ਟੇਨੈਂਟ ਨੇ ਮਾਲਕ ਨੂੰ। ਨੈਕਸਟ ਆ ਗਿਆ ਰਿਸਪੌਂਸਿਬਿਲਿਟੀ ਫਾਰ ਦਾ ਫਸਟ ਕੋਰਟ ਆਫ ਅਪੀਲ, ਜਿੱਥੇ ਕਿਤੇ ਰਿਸਪੌਂਸਿਬਿਲਿਟੀ ਫਾਰ ਦਾ ਫਸਟ ਕੋਰਟ ਆਫ ਦਾ ਅਪੀਲ, all the appellant court should insist that the particular set forth in paragraph 12, ਜਿੱਥੇ ਕਿਤੇ ਅਪੀਲ ਕੀਤੀ, ਅਪੀਲ ਦੇ ਵਿੱਚ ਵੀ ਮਤਲਬ ਕਿ ਪੂਰੇ ਵੇਰਵੇ ਅਪੀਲੈਂਟ ਕੋਰਟ ਵੱਲੋਂ, ਜਿਵੇਂ ਉੱਪਰ ਆਪਾਂ ਪੜ੍ਹ ਕੇ ਗਏ ਹਾਂ, ਮਤਲਬ ਕਿ ਪਿੰਡ ਦਾ ਨਾਮ, ਹਾਰਵੈਸਟ, ਕ੍ਰੌਪ, ਸੋਇਲ, ਮੈਚਿਓਰਡ ਏਰੀਆ ਵਗੈਰਾ ਇਹ ਸਾਰਾ ਡਿਟੇਲ ਜਿਹੜੀ ਹੈਗੀ ਅਪੀਲੈਂਟ ਕੋਰਟ ਵੱਲੋਂ ਵੀ ਆਪਣੀ ਡਿਗਰੀ ਦੇ ਵਿੱਚ ਦਿੱਤੀ ਜਾਂਦੀ ਹੈ। ਨੈਕਸਟ ਆ ਗਿਆ ਲੈਂਡਲੌਰਡ objections or the adjustment. Order number 18, rule 18, according to the existing provisions of the law, the landlord can have a recourse to civil proceedings to seek the adjustment of the tenant only on the following grounds. कुछ grounds ਦਿੱਤੀਆਂ ਗਈਆਂ ਹਨ ਜਿੱਥੇ ਲੈਂਡਲੌਰਡ ਹੈਗਾ objection ਲੈ ਸਕਦਾ ਹੈ ਅੰਡਰ ਦਾ ਪੰਜਾਬ ਟੈਨੈਂਸੀ ਐਕਟ 1887 ਚ, that he has used the land comprised in the tenancy in the manner which renders it unfit। ਆਪਾਂ ਪਹਿਲਾਂ ਪੜ੍ਹ ਕੇ ਗਏ ਸੈਕਸ਼ਨ 40 ਦੇ ਵਿੱਚ, ਜਦੋਂ ਟੇਨੈਂਟ ਹੈਗਾ ਜਦੋਂ ਕੋਈ ਜ਼ਮੀਨ ਨੂੰ ਇਸ ਤਰੀਕੇ ਨਾਲ ਵਾਹਵੇ ਵੀ ਉਹ ਜ਼ਮੀਨ ਨੂੰ ਅਨਫਿਟ ਕਰ ਦੇਵੇ, ਠੀਕ ਹੈ, ਤਾਂ ਜਿਹੜਾ ਲੈਂਡਲੌਰਡ ਹੈ ਉਹ objection ਲੈ ਸਕਦਾ ਹੈ, ਤਾਂ ਉਹ adjustment ਦੇ ਲਈ ਸੂਟ ਫਾਈਲ ਕਰ ਸਕਦਾ ਹੈ। where the rent is payable in kind, ਜਿੱਥੇ rent payable kind ਦੇ ਵਿੱਚ ਹੋਵੇ ਤਾਂ fail to cultivate the land in the manner, ਔਰ ਸੇਮ ਉਹੀ ਹੈਗਾ ਜਿਸ ਏਰੀਏ ਜਿਹੋ ਜਿਹੀ ਖੇਤੀ ਕੀਤੀ ਜਾਂਦੀ ਹੈ ਉਸ ਤਰੀਕੇ ਦੀ ਖੇਤੀ ਨਾ ਕਰੇ ਟੇਨੈਂਟ, ਤਦ ਵੀ ਉਸਨੂੰ ਜਿਹੜਾ ਹੈਗਾ ਮਤਲਬ ਕਿ ਉਹਦੇ ਖਿਲਾਫ ਐਡਜਸਟਮੈਂਟ ਦੇ ਆਰਡਰ ਲਏ ਜਾ ਸਕਦੇ ਨੇ। ਤੇ ਔਨ ਐਨੀ ਗਰਾਊਂਡ ਵਿੱਚ ਵੁੱਡ ਜਸਟੀਫਾਈ, ਜਾਂ ਕੋਈ ਹੋਰ ਗਰਾਊਂਡ ਵੀ ਹੋ ਸਕਦੀ ਹੈ, ਕੋਈ ਡਿਗਰੀ ਹੈ, ਕੋਈ ਆਰਡਰ ਪਾਸ ਹੋਇਆ ਹੈ, ਕੋਈ ਕੰਟੈਕਟ ਪਾਸ ਹੋਇਆ, ਕੋਈ ਏਰੀਆ ਦੀ ਡਿਗਰੀ ਪਾਸ ਹੋਈ ਹੈ, ਤਾਂ ਉਹਦੇ ਅਕੋਰਡਿੰਗ ਪੇਮੈਂਟ ਨਹੀਂ ਕਰਦਾ ਟੇਨੈਂਟ, ਤਦ ਵੀ ਉਸਨੂੰ ਐਡਜਸਟਮੈਂਟ ਉਹਦੀ ਕੀਤੀ ਜਾ ਸਕਦੀ ਹੈ।
ਅੰਡਰ ਦਾ ਪੰਜਾਬ ਸਿਕਿਉਰਿਟੀ ਐਂਡ ਲੈਂਡ ਟਰਨਓਵਰ ਐਕਟ 1953 ਦੀ ਗੱਲ ਕੀਤੀ ਸੈਕਸ਼ਨ 9 ਦੇ ਮੁਤਾਬਕ ਕੀ ਹੈ ਆਕੂਪੈਂਸੀ ਹੀ ਇਜ਼ ਆਕੂਪਾਈਂਗ ਦਾ ਲੈਂਡ ਰਿਜ਼ਰਵਡ ਅੰਡਰ this act he is tenant of small land owner he fails to pay the rent regularly sufficient एक कुछ he fails to pay the rent regularly sufficient cause he is in arrears of the rent at the commencement of the act failed एक कुछ रीजन ਦਿੱਤੇ ਗਏ ਹੈਗੇ ਆ ਆਪਾਂ ਸਾਰੇ ਪੜ੍ਹੇ ਸੀਗੇ ਟੈਨੈਂਸੀ ਐਕਟ ਦੇ ਵਿੱਚ ਆਪਾਂ ਲੈਂਡ ਟੈਨੋਰ ਐਕਟ 53 ਵੀ ਪੜ੍ਹਨਾ ਹੈਗਾ ਅਜੇ ਇਹ ਥੋੜਾ ਪਾਰਟ ਹੈਗਾ ਉਹਦਾ ਪੇਪਰ ਨੰਬਰ 4 ਦਾ ਪਾਰਟ ਹੈਗਾ ਪੰਜਾਬ ਲੈਂਡ ਫਾਰਮਸ ਐਕਟ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨੋਰ ਐਕਟ ਐਂਡ ਟੈਕਸ ਟੈਨੈਂਸੀ ਐਂਡ ਖੇਤੀਬਾੜੀ ਐਕਟ 1955 ਚਲੋ ਜੀ ਅੱਗੇ ਹੈਗਾ ਸਟੈਂਡਿੰਗ ਆਰਡਰ ਨੰਬਰ 3 ਰੈਵਨਿਊ ਆਫੀਸਰ ਦੇ ਰੈਵਨਿਊ ਕੋਡਸ ਡਿਸਟਿੰਗੁਇਸ਼ ਰੈਵਨਿਊ ਆਫੀਸਰ ਤੇ ਰੈਵਨਿਊ ਕੋਡਾਂ ਦੀ ਗੱਲ ਕੀਤੀ ਹੈ ਇਹ ਹੈਗਾ ਇਹ ਸਾਰਾ ਲੈਂਡ ਰੈਵਨਿਊ ਐਕਟ ਦੇ ਨਾਲ ਰਿਲੇਟਡ ਹੈਗਾ ਆਪਾਂ ਰੈਵਨਿਊ ਆਫੀਸਰਸ ਦੀਆਂ ਸੈਕਸ਼ਨ 6 ਪੜ੍ਹਿਆ ਸੀ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਰੈਵਨਿਊ ਆਫੀਸਰਸ ਕੀ ਹੁੰਦੇ ਰੈਵਨਿਊ ਕੋਡਾਂ ਕੀ ਹੁੰਦੀਆਂ ਜਿਹੜੇ ਰੈਵਨਿਊ ਆਫੀਸਰ ਹੁੰਦੇ ਉਹੀ ਉਹਨਾਂ ਦੇ ਕੋਡਾਂ ਹੁੰਦੀਆਂ ਅਸਿਸਟੈਂਟ ਕਲੈਕਟਰ ਹੁੰਦਾ ਸੈਕੰਡ ਗ੍ਰੇਡ ਠੀਕ ਹੈ ਫਸਟ ਗ੍ਰੇਡ ਸੇਮ ਕਲਾਸਿਸ ਹੁੰਦੀਆਂ ਨੇ ਰੈਵਨਿਊ ਆਫੀਸਰ ਦੀਆਂ ਸੇਮ ਕਲਾਸਿਸ ਰੈਵਨਿਊ ਕੋਡ ਦੀਆਂ ਹੁੰਦੀਆਂ ਨੇ ਪ੍ਰੋਸੀਜਰ ਆਫ ਦਾ ਰੈਵਨਿਊ ਆਫੀਸਰਸ ਰੂਲ 32 ਸਾਡੇ ਆਪਾਂ ਹੁਣ ਪੜ੍ਹ ਕੇ ਗਏ ਹਾਂ ਲੈਂਡ ਰੈਵਨਿਊ ਐਕਟ ਦੇ ਵਿੱਚ ਰੂਲ 32 34 to 44 ਹੈਗੇ ਆ ਠੀਕ ਹੈ ਐਂਡ ਰੂਲਸ 2 ਤੋਂ 11 ਆਪਾਂ ਪੰਜਾਬ ਟੈਨੈਂਸੀ ਐਕਟ ਦੇ ਵੀ ਪੜ੍ਹੇ ਜਿੱਥੇ ਸਾਰਾ ਪ੍ਰੋਸੀਜਰ ਦੱਸਿਆ ਗਿਆ ਹੈਗਾ ਰੈਵਨਿਊ ਕੋਰਟਾਂ ਨੇ ਕੀ ਕੀਤਾ ਕਿਵੇਂ ਕਿਵੇਂ ਪ੍ਰੋਸੀਜਰ ਅਡਾਪਟ ਕਰਨਾ ਹੈ ਪਲੀਡਿੰਗ ਫਾਈਲ ਕੀਤੀ ਜਾਣੀ ਹੈ ਪਲੀਡਿੰਗ ਦਾ ਜਵਾਬ ਕਿਸੇ ਨੇ ਜਿਹਨੇ ਦਾਵਾ ਦਾਇਰ ਕਰਨਾ ਹੈ ठीक है उन्हें प्लीडिंग फाइल करनी है फिर दूसरी पार्टी ने जवाब दावा रिटन स्टेटमेंट देनी है मतलब क्या है भी ये शायद बिल्कुल ब्रीफ होना चाहिए नॉट आर्गूमेंट नहीं होना चाहिए सिंपल शॉर्टकट ਦੇ ਵਿੱਚ ਹੋਣਾ ਚਾਹੀਦਾ ਵੀ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਜੇ ਕੋਈ ਐਜੈਕਟਮੈਂਟ ਕਰਾਉਣਾ ਚਾਹੁੰਦਾ ਤਾਂ ਉਹ ਦੱਸੇਗਾ ਵੀ ਮੈਂ ਐਜੈਕਟਮੈਂਟ ਕਿਉਂ ਕਰਾਉਣਾ ਚਾਹੁੰਦਾ ਜੇ ਦੂਜਾ ਟੈਨੈਂਟ ਕਹਿੰਦਾ ਵੀ ਮੇਰੀ ਐਜੈਕਟਮੈਂਟ ਨਹੀਂ ਹੋਣੀ ਚਾਹੀਦੀ ਤਾਂ ਉਹ ਦੱਸੇਗਾ ਕਿਉਂ ਨਹੀਂ ਹੋਣੀ ਚਾਹੀਦੀ ਇਦਾਂ ਹੀ ਕੋਈ ਪਾਰਟੀਸ਼ਨ ਦਾ ਕੇਸ ਹੈ ਕੋਈ ਗਜ਼ਾਵੀ ਦਾ ਕੇਸ ਹੈਗਾ ਉਹ ਸਾਰਾ ਪ੍ਰੋਸੀਜਰ ਜੀ ਦੱਸਿਆ ਗਿਆ ਹੈਗਾ जनरल जी में रूल 4 हैगा procedure of the revenue codes general power to make special rules of the procedure of the revenue codes is given in section 88 tenancy act ਵਿੱਚ ਦੱਸੇ ਗਏ ਹੈਗੇ ਆ ਮਤਲਬ ਕਿਹਾ ਗਿਆ ਇਹ ਕਿਹਾ ਗਿਆ ਵੀ ਜਿੱਥੇ ਕਿਤੇ ਤੁਹਾਨੂੰ ਪ੍ਰੋਸੀਜਰ ਤੁਹਾਡੇ ਇਹ ਰੈਵਨਿਊ ਰਿਕਾਰਡ ਚ ਰੈਵਨਿਊ ਲਾਅ ਚ ਨਹੀਂ ਮਿਲਦਾ ਹੈਗਾ then we have to follow the procedure of the CPC rules and orders ठीक है हाई कोर्ट as far as these are applicable section 82 reception of plaints and the applications टाइम एंड आवर ਉਹਦਾ ਪ੍ਰੈਜੈਂਟੇਸ਼ਨ ਕੋਈ ਅਰਜੀ ਦੇਣੀ ਕਿਸੇ ਨੇ ਕੋਈ ਪਲੇਂਟ ਫਾਈਲ ਕਰਨੀ ਹੈ ਕੋਈ ਅਰਜੀ ਦੇਣੀ ਹੈਗੀ ਹੈ ਤਾਂ ਉਹਦਾ ਟਾਈਮ ਐਂਡ ਆਵਰ ਕਦੋਂ ਦਿੱਤੀ ਗਈ ਹੈ ਡੇਟ ਵਗੈਰਾ ਅਸੀਂ ਪਾਣੇ ਹੈਗੇ ਆ ਹਾਊ ਫਾਈਲਡ plaints and petitions must be filed except when otherwise specially by the law for the time in force ਪਰਸਨ ਖੁਦ ਆ ਕੇ ਪੇਸ਼ ਕਰਦਾ ਐਪਲੀਕੇਸ਼ਨ ਠੀਕ ਹੈ ਜੇ ਪਰਸਨ ਆ ਕੇ ਪੇਸ਼ ਨਹੀਂ ਕਰਦਾ ਤਾਂ ਉਹਦਾ ਕੋਈ ਲੀਗਲ ਐਡਵਾਈਜ਼ਰ ਵੀ ਆ ਸਕਦਾ ਹੈਗਾ ਵਕੀਲ ਵੀ ਆ ਸਕਦਾ ਜਿਵੇਂ ਕਿ ਸੀਪੀਸੀ ਜੋ ਪ੍ਰੋਸੈਸ ਸੀਪੀਸੀ ਦੇ ਵਿੱਚ ਹੈਗਾ ਸੇਮ ਹੀ ਜਿਹੜਾ ਪ੍ਰੋਸੈਸ ਹੈਗਾ ਇੱਥੇ ਅਡਾਪਟ ਕੀਤਾ ਜਾਂਦਾ ਰੈਵਨਿਊ ਦੇ ਵਿੱਚ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਸਭ ਤੋਂ ਪਹਿਲਾਂ ਜਿਹੜੀ ਜਦੋਂ ਪਲੇਂਟ ਫਾਈਲ ਹੁੰਦੀ ਹੈ ਤਾਂ ਉਹਦੀ ਜਿਹੜੀ ਸਿੰਪਲ ਤੌਰ ਤੇ ਜਿਹੜੀ ਹੈਗੀ ਹੈ ਉਹ ਐਗਜ਼ਾਮਿਨ ਕੀਤਾ ਜਾਂਦਾ ਪਲੇਂਟ ਨੂੰ ਵੀ ਕੀ ਇਹ ਪਿੰਡ ਦੇ ਨਾਲ ਰਿਲੇਟਡ ਹੈਗੀ ਹੈ ਕਿ ਰੈਵਨਿਊ ਆਫੀਸਰ ਕੋਲ ਜਿੱਥੇ ਪੇਸ਼ ਕੀਤੀ ਜਾ ਰਹੀ ਹੈ ਉਹਦੇ ਕੋਲ ਇਸ ਨੂੰ ਸੁਣਨ ਦੀ ਅਥਾਰਟੀ ਹੈਗੀ ਹੈ ਠੀਕ ਹੈ ਰਿਸਪੌਂਸਿਬਿਲਿਟੀ ਰਿਗਾਰਡਿੰਗ ਕੋਰਟ ਫੀ ਸਟੈਂਪਸ ਫਿਰ ਇਹ ਦੇਖਿਆ ਜਾਂਦਾ ਵੀ ਕਿ ਇਸ ਨੇ ਪ੍ਰੋਪਰ ਸਟੈਂਪ ਡਿਊਟੀ ਵਗੈਰਾ ਲਗਾਈ ਹੈ ਜਾਂ ਨਹੀਂ ਲਗਾਈ ਜੇ ਨਹੀਂ ਲਗਾਈ ਤਾਂ ਉਸ ਵੇਲੇ ਵਾਪਸ ਕਰ ਦਿੱਤੀ ਜਾਂਦੀ ਹੈ ਪ੍ਰੋਪਰ ਸਟੈਂਪ ਡਿਊਟੀ ਲਗਵਾਉਣ ਦੇ ਲਈ ਕਿਹਾ ਜਾਂਦਾ ਹੈਗਾ disposal of unstamped petitions to the financial commissioners financial commissioner ਦੇ ਆਫਿਸ ਦੀ ਗੱਲ ਕੀਤੀ ਗਈ ਹੈ when an unstamped petition is presented to the financial commissioner which is to be transferred to a subordinate officer slip will be attached to the fact that no action
should be taken on the petition until it is stamped। लिखा जाता भी ਇਹਦੇ पर कोई कार्रवाई ना की जाए जो तक ਇਹਦੇ पर स्टैंप पूरे ना लगाए जान। एग्जामिनेशन ऑफ प्लेंट वही गल आ गई, नेम ਉਹਦਾ ਕੋਡ ਲਿਖਿਆ ਜਾਂਦਾ ਹੈ, ਠੀਕ ਹੈ ਜੀ। ਕੌਮ ਦਾ एग्जाम प्लेंट फाइल कर रहा है ਉਹਦਾ ਨਾਮ ਲਿਖਿਆ ਜਾਏਗਾ, ਉਹਦਾ ਰੈਜ਼ੀਡੈਂਸ ਐਡਰੈਸ ਲਿਖਿਆ ਜਾਏਗਾ। ਕੰਟੇਨਸ ਦਾ ਨੇਮ ਡਿਸਕ੍ਰਿਪਸ਼ਨ ਉਹਦਾ ਵੀ ਕੀ ਇਹਦੇ ਉੱਪਰ ਜਿਹਦੇ ਉੱਪਰ ਇਹਦੇ ਬੰਦਿਆਂ ਦੇ ਨਾਮ ਲਿਖੇ ਨੇ ਜਿਨ੍ਹਾਂ ਦੇ ਖਿਲਾਫ ਇਹ ਦਾਇਰ ਕੀਤੀ ਗਈ ਹੈ, ਉਹਨਾਂ ਦੇ ਐਡਰੈਸ ਦਿੱਤੇ ਗਏ ਸਾਰੇ। ਇਹ ਵੀ ਦੇਖੇਗਾ ਜੇ ਕੋਈ ਮਾਈਨਰ ਹੈਗਾ ਤਾਂ ਮਾਈਨਰ ਦੇ ਬਿਹਾਫ ਤੇ ਕੌਣ ਬੰਦਾ ਉਸ ਨੂੰ ਪ੍ਰੈਜ਼ੈਂਟ ਕਰ ਰਿਹਾ ਹੈ, ਰਿਪਰੈਜ਼ੈਂਟ ਕਰ ਰਿਹਾ ਹੈ, ਇਹ ਵੀ ਦੇਖਿਆ ਜਾਏਗਾ। whether it contains the facts ਕਾਜ਼ ਆਫ ਐਕਸ਼ਨ ਵਗੈਰਾ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ, whether the suit is within the jurisdiction of the court ਹੈਗੀ ਜਾਂ ਨਹੀਂ, ਠੀਕ ਹੈ ਜੀ। ਇਹ ਸਿੰਪਲ ਗੱਲਾਂ ਸਾਰੀਆਂ ਹੈਗੀਆਂ ਜਿਹੜੀਆਂ ਅਸੀਂ ਦੇਖਣੀਆਂ ਹੈਗੀਆਂ ਨੇ ਵੀ ਕੀ ਇਹ ਚਲੋ ਸਾਈਨ ਕੀਤੀ ਜਾਏਗੀ, ਵੈਰੀਫਾਈ ਕੀਤੀ ਜਾਵੇਗੀ ਜਿਹੜੀ ਕੰਪਲੇਂਟ ਹੈਗੀ ਹੈ, ਸਾਰੀ ਕੰਪਲੇਂਟ ਹੈਗੀ ਹੈ ਐਂਡ ਦੇ ਵਿੱਚ। The presence of the court with regard to the pleadings, plaint and written statement should be carefully studied। ਇੱਥੇ ਕਿਹਾ ਹੈਗਾ ਵੀ ਤੁਸੀਂ ਜਿਹੜੀਆਂ ਹੈਗੀਆਂ ਨੇ ਜੇ ਪ੍ਰੋਵੀਜ਼ਨ ਦੇਖਣੀਆਂ ਨੇ ਤਾਂ ਤੁਸੀਂ ACPC ਦੀਆਂ ਜਿਹੜੀਆਂ ਪਲੇਂਟਸ ਆਪਾਂ ਪੜ੍ਹ ਹੀ ਰਿਹਾ ਰੀਸੈਂਟਲੀ, ਰੂਲ ਨੰਬਰ ਆਰਡਰ 5, 6, 7, ਠੀਕ ਹੈ ਜੀ। ਉਹਦੇ 'ਚ ਸਾਰਾ ਦਿੱਤਾ ਗਿਆ ਹੈਗਾ CPC ਦੇ ਵਿੱਚ ਕੀ ਪ੍ਰੋਸੀਜਰ ਹੈਗਾ ਪਲੇਂਟ ਵਗੈਰਾ ਦਾ, ਰਿਟਨ ਸਟੇਟਮੈਂਟ ਦਾ ਕੀ ਪ੍ਰੋਸੀਜਰ ਹੈਗਾ। ਚਲੋ ਆਪਾਂ ਰੀਸੈਂਟਲੀ ਪੜ੍ਹਿਆ ਹੈਗਾ ਹੁਣੀ, ਅਜੇ ਜ਼ਿਆਦਾ ਟਾਈਮ ਨਾ ਖਰਾਬ ਕਰੀਏ ਇਹਦੇ ਤੇ। ਜੁਆਇੰਟਰ ਆਫ ਦਾ ਪਾਰਟੀਜ਼ ਐਂਡ ਕਾਜ਼ ਆਫ ਐਕਸ਼ਨ, necessary parties ਜਿਹੜੀ ਹੈਗੇ when the plaintiff or the defendant are more than one, the plaint should be examined with a view to see if there is prima facie any misjoinder of the parties or cause of action। ਜਿਵੇਂ ਜਮਾਂ ਦੀ ਚਾਰ ਨਾਮ ਹੈਗੇ ਕਿ ਉਸਨੇ ਚਾਰੇ ਬੰਦਿਆਂ ਨੂੰ, ਤਿੰਨ ਬੰਦਿਆਂ ਨੂੰ ਪਾਰਟੀ ਬਣਾਇਆ ਜਾਂ ਨਹੀਂ ਬਣਾਇਆ ਹੋਇਆ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ cause of action ਲਿਖਿਆ ਜਾਂ ਨਹੀਂ ਲਿਖਿਆ, it should appear in the plaint that the persons if more than one who sue together as a plaintiff or either jointly severally ਵੀ ਕੀ ਉਹ ਇਕੱਠੇ ਤੌਰ ਤੇ ਸੂਟ ਫਾਈਲ ਕਰ ਰਹੇ ਹਨ, ਉਹਨਾਂ ਦਾ ਕਲੇਮ ਇੱਕੋ ਹੀ ਬਣਦਾ ਜਾਂ ਅਲੱਗ-ਅਲੱਗ ਕਲੇਮ ਹੈਗੇ ਆ। ਜੇ ਅਲੱਗ-ਅਲੱਗ ਕਲੇਮ ਨੇ ਉਹਨਾਂ ਦੇ ਤਾਂ ਫਿਰ ਉਹ ਅਲੱਗ-ਅਲੱਗ ਸੂਟ ਫਾਈਲ ਕਰਨਗੇ, ਜੇ ਉਹਨਾਂ ਦਾ ਕਲੇਮ ਇੱਕੋ ਹੀ ਹੈਗਾ ਤਾਂ ਇਕੱਠਾ ਸੂਟ ਫਾਈਲ ਹੋ ਸਕਦਾ ਹੈਗਾ। Different causes of action against different defendants or groups of the defendants cannot be brought into one suit। ਜੇ ਡਿਫਰੈਂਟ ਕਾਜ਼ ਆਫ ਐਕਸ਼ਨ ਹੈ, ਅਲੱਗ-ਅਲੱਗ ਬੰਦਿਆਂ ਦੇ ਖਿਲਾਫ ਹੈਗਾ, ਠੀਕ ਹੈ, ਤਾਂ ਅਲੱਗ-ਅਲੱਗ ਹੀ ਸੂਟ ਦਾਇਰ ਕੀਤੇ ਜਾ ਸਕਦੇ ਨੇ, ਇਕੱਠਾ ਸੂਟ ਦਾਇਰ ਨਹੀਂ ਕੀਤਾ ਜਾ ਸਕਦਾ। only permits a plaintiff to unite in the same suit several causes of action against the same defendant। ਜੇ several causes of action ਹੈਗੇ ਨੇ, ਬੰਦਾ ਇੱਕ ਹੈਗਾ ਔਰ the same defendants jointly, it follows therefore the defendants are jointly, ਤਾਂ ਉਹ defendant ਨੂੰ ਅਸੀਂ joint ਕਰ ਸਕਦੇ ਹਾਂ। The general rule here, the general rule is to be observed that while no suit may be defeated by mere misjoinder of the parties and the rights of the parties actually before the court may always be disposed of। ਮਤਲਬ ਕਹਿਣ ਦਾ ਭਾਵ ਹੈ ਵੀ ਕਿਸੇ ਵੀ ਸਟੇਜ ਤੇ ਜਾ ਕੇ ਤੁਸੀਂ ਉਸ ਨੂੰ ਮਤਲਬ ਕੋਰਟ ਕਹਿ ਸਕਦੇ ਵੀ ਤੁਸੀਂ ਪਾਰਟੀ ਜੁਆਇਨ ਕਰਵਾਓ, ਇੰਨੇ ਕੁ ਲੈਵਲ ਤੇ ਜਿਹੜਾ ਹੈਗਾ ਸੂਟ ਨੂੰ ਡਿਸਪਿਸ ਨਹੀਂ ਕੀਤਾ ਜਾਣਾ ਚਾਹੀਦਾ ਹੁੰਦਾ। ਜਿਹੜੇ ਇੰਟਰਸਟਡ ਪਰਸਨ ਹੈਗੇ ਨੇ ਉਸ ਨੂੰ ਮਤਲਬ ਕਿ ਜੁਆਇਨ ਕਰਾ ਲੈਣਾ ਚਾਹੀਦਾ। ਜੇ ਕੋਈ ਆ ਕੇ ਤੁਹਾਡੇ ਕੋਲ ਅਰਜ਼ੀ ਦਿੰਦਾ, ਕੋਈ ਪਾਰਟੀ ਦਾ ਕੇਸ ਤੁਹਾਡੇ ਕੋਲ ਹੈਗਾ, ਕੋਈ ਪਾਰਟੀ ਆ ਕੇ ਕਹਿੰਦੀ ਮੈਨੂੰ ਜੁਆਇਨ ਨਹੀਂ ਕਰਾਇਆ ਗਿਆ, ਇਸ ਕੇਸ 'ਚ ਮੈਂ ਵੀ ਪਾਰਟੀ ਹਾਂ, ਤਾਂ ਤੁਸੀਂ ਨੂੰ ਉਹਦੀ ਐਪਲੀਕੇਸ਼ਨ ਨੂੰ ਅਲਾਉ ਕਰੋਗੇ। ਸਕਰੂਟਨੀ ਆਫ ਦਾ ਪਲੇਂਟ ਰਿਲੇਟਿੰਗ ਟੂ ਦ ਐਗਰੀਕਲਚਰ ਲੈਂਡ ਵੈਨ ਪਲੈਂਟ ਇਜ਼ ਇਲੀਟਰੇਟ। ਜਦੋਂ ਕੋਈ ਪਰਸਨ ਹੈ ਤੁਹਾਡੇ ਕੋਲ ਪਾਰਟੀਸ਼ਨ ਦੀ ਕੋਈ ਐਪਲੀਕੇਸ਼ਨ ਆਈ ਹੈ ਜ਼ਮੀਨ ਦੇ ਰਿਗਾਰਡਿੰਗ ਹੈ, ਜਾਂ ਜਿਹੜਾ ਵਿਅਕਤੀ ਹੈਗਾ, ਠੀਕ ਹੈ, ਉਹ ਇਲੀਟਰੇਟ ਹੈਗਾ, ਤਾਂ ਰੈਵਨਿਊ ਆਫਿਸਰ ਦੀ ਡਿਊਟੀ ਬਣ ਜਾਂਦੀ ਹੈ, ਰੈਵਨਿਊ ਜਿਹੜਾ ਰੀਡਰਸ ਹੈਗੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹਦੇ ਨਾਲ ਸਾਰੀ ਜਮਾਬੰਦੀ ਦੇਖੀ ਜਾਵੇ, ਜਮਾਬੰਦੀ ਨਾਲ ਜਿਹੜੇ ਨੰਬਰ ਖਾਸਰਾਂ ਨੇ ਉਹ ਦੇਖੇ ਜਾਣ, ਗਰਦੌਰੀ ਵਗੈਰਾ ਸਾਰੇ ਡਾਕੂਮੈਂਟ ਨਾਲ ਲਗਾਏ ਗਏ ਜਾਂ ਨਹੀਂ ਲਗਾਏ ਗਏ, ਨਕਸ਼ਾ ਵਗੈਰਾ ਲੱਗਿਆ ਕਿ ਨਹੀਂ ਲੱਗਿਆ ਗਿਆ, ਠੀਕ ਹੈ। ਜਿਸ ਪੇਸ਼ੇ ਦਾ ਕੇਸ ਹੈਗਾ ਉਹਦੇ ਨਾਲ ਜਿਹੜੇ ਕੰਸਰਨ ਡਾਕੂਮੈਂਟ ਹੈ ਉਹ ਲਗਾਏ ਗਏ ਜਾਂ ਨਹੀਂ ਲਗਾਏ ਗਏ, ਪਟਵਾਰੀ ਹਲਕਾ ਵੱਲੋਂ ਜਿਹੜੀ ਜਮਾਬੰਦੀ ਦੀ ਕਾਪੀ ਲਗਾਈ ਗਈ ਹੈ, ਗਰਦੌਰੀ ਦੀ ਕਾਪੀ ਲਗਾਈ ਹੈ ਕਿ ਉਹ ਟੈਸਟ ਕੀਤੀ ਗਈ ਜਾਂ ਨਹੀਂ ਕੀਤੀ ਗਈ, ਇਹ ਸਾਰਾ ਕੁਝ ਜਿਹੜਾ ਹੈਗਾ ਦੇਖਣਾ ਬਣਦਾ ਹੈ। ਕੋਰਟਸ ਟੂ ਡਿਟਰਮਿਨ ਦ ਫਾਰਮ ਆਫ ਦਾ ਸਮਨਸ, ਫਿਰ ਸੰਮਣ ਦੀ ਗੱਲ ਆ ਜਾਂਦੀ ਹੈ। ਸੰਮਣ ਆਪਾਂ ਪਹਿਲਾਂ ਪੜ੍ਹ ਕੇ ਗਏ, ਆਊਟ ਆਫ 5 ਦੇ ਵਿੱਚ ਪੜ੍ਹ ਕੇ ਗਿਆ, ਸੈਕਸ਼ਨ 20 'ਚ ਲੈਂਡ ਰੈਵਨਿਊ ਐਕਟ 'ਚ ਵੀ ਪੜ੍ਹ ਕੇ ਗਿਆ, ਸੈਟਲਮੈਂਟ ਆਫ ਦਾ ਇਸ਼ੂ ਫਾਈਨਲ ਜਿਹੜੇ ਸਮਨ ਜਾਰੀ ਕੀਤੇ ਜਾਂਦੇ ਕੋਰਟ ਵੱਲੋਂ ਦੂਜੀਆਂ ਪਾਰਟੀਆਂ ਨੂੰ, ਠੀਕ ਹੈ ਜੀ। ਸਮਨ ਤੋਂ ਡਿਫੈਂਡੈਂਟ ਜਾਰੀ ਕਰਦੇ ਆ ਸੰਮਨ, ਉਹ ਵਾਰ-ਵਾਰ ਆਪਾਂ ਆ ਰਿਹਾ ਉਹੀ ਚੀਜ਼ ਹੈਗੀ ਇਹਦੇ ਵਿੱਚ। ਸਰਵਿਸ ਵਿਦ ਇਨ ਇੰਡੀਆ
ਜੇ ਕਿਤੇ ਦੂਰ ਰਹਿੰਦਾ ਵਿਅਕਤੀ ਤਾਂ ਉਸ ਕੋਰਟ ਨੂੰ ਭੇਜਿਆ ਜਾਂਦਾ ਸਮਨ, ਠੀਕ ਹੈ। ਬਾਈ ਪੋਸਟ ਵੀ ਭੇਜ ਸਕਦੇ ਹਾਂ, ਬਾਈ ਮੇਲ ਵੀ ਭੇਜ ਸਕਦੇ ਹਾਂ, ਬਾਈ ਫੈਕਸ ਮੈਸੇਜ ਵੀ ਕੀਤਾ ਜਾ ਸਕਦਾ ਹੈ, ਬਾਈ ਪੋਸਟ ਵੀ ਭੇਜ ਸਕਦੇ ਹਾਂ, ਦੂਜੀ ਕੋਰਟ ਰਾਹੀਂ ਵੀ ਸਮਨ ਕਰਾਏ ਜਾ ਸਕਦੇ ਨੇ, ਮਨਾਦੀ ਵੀ ਕਰਾਈ ਜਾ ਸਕਦੀ ਹੁੰਦੀ ਹੈ। ਬਹੁਤ ਸਾਰੇ ਪ੍ਰੋਸੈਸ ਜਿਹੜੇ ਹੈਗੇ ਆਪਾਂ ਪਹਿਲਾਂ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ। ਉਹ ਸਾਰੇ ਹੀ ਪ੍ਰੋਸੈਸ ਅਸੀਂ ਜਿਹੜਾ ਹੈਗਾ ਸਰਵਿਸ ਆਫ ਸਮਨ ਦੇ ਲਈ ਯੂਜ਼ ਕੀਤੇ ਜਾ ਸਕਦੇ ਨੇ। Rules regarding service of revenue process. Revenue officer shall send the process issued by them for which process fee is charged to the civil process serving agency for service and execution. The control over the income deprived from the process fee in all the revenue courts, revenue officers and the expenditure on the establishment. ਮਤਲਬ ਇਹ ਹੈਗਾ ਜਿਹੜਾ ਪ੍ਰੋਸੈਸ ਅਸੀਂ ਅਪਲਾਈ ਕਰਨਾ ਹੈਗਾ, ਜਿਵੇਂ ਕਿਸੇ ਨੂੰ ਸਮਨਿੰਗ ਭੇਜਣੀ ਹੈ, ਸਮਨਿੰਗ ਦੀ ਜਿਹੜੀ ਫੀਸ ਹੈਗੀ ਆ ਪਾਰਟੀ ਨੇ ਜਮ੍ਹਾਂ ਕਰਾਉਣੀ ਹੈ, ਜਿਹਦੇ ਹੱਕ ਦੇ ਵਿੱਚ ਅਸੀਂ ਦੂਜੀ ਪਾਰਟੀ ਨੂੰ ਬੁਲਾ ਰਹੇ ਹਾਂ, ਕਿਸੇ ਵਿਅਕਤੀ ਨੂੰ ਸਮਨ ਭੇਜੀ ਜਾ ਰਹੇ ਨੇ, ਜਿਹੜੀ ਪਲੈਂਟਿਵ ਪਾਰਟੀ ਹੈਗੀ ਉਹ ਸਮਨ ਦੀ ਫੀਸ ਜਮ੍ਹਾਂ ਕਰਾਏਗੀ, ਜਿਹਨੂੰ ਅਸੀਂ ਤਲਵਾਨਾ ਕਹਿ ਦਿੰਦੇ ਹਾਂ। ਪ੍ਰੋਸੈਸ ਫੀ ਦੀ ਗੱਲ ਕੀਤੀ ਗਈ ਹੈ। ਅੱਗੇ ਚਲੋ। ਸਰਵਿਸ ਬਾਈ ਪੋਸਟ ਟੂ ਵੀ ਜਨਰਲ ਰੂਲ, ਇਹ ਵੀ ਪਤਾ ਹੈ ਆਪਾਂ ਨੂੰ, ਜਦੋਂ ਜਿਵੇਂ CPC 'ਚ ਸਰਵਿਸ ਕਰਾਈ ਜਾਂਦੀ ਹੈ, ਬਾਈ ਪੋਸਟ ਵੀ ਕਰਾ ਸਕਦੇ ਹਾਂ ਅਸੀਂ। ਬਾਈ ਪੋਸਟ ਦਾ ਮਤਲਬ ਇਹ ਵੀ ਜਦੋਂ ਅਸੀਂ ਸਰਵਿਸ ਭੇਜ ਦਿੱਤੀ, ਰਜਿਸਟਰਡ ਲੈਟਰ ਭੇਜ, ਜਦੋਂ ਸਾਡੇ ਕੋਲ ਵਾਪਸ ਨਹੀਂ ਆਉਂਦਾ 15 ਡੇਜ਼ ਦੇ ਅੰਦਰ ਅੰਦਰ ਸਾਡੇ ਕੋਲ ਵਾਪਸ ਨਹੀਂ ਆਉਂਦੇ, ਪ੍ਰਜ਼ੂਮ ਕਰ ਲਿਆ ਜਾਂਦਾ ਵੀ ਸਮਨਿੰਗ ਹੋ ਚੁੱਕੀ ਹੈ। ਫੋਰਨ ਟੈਰੀਟਰੀ 'ਚ ਵੀ ਸਮਨਿੰਗ ਦੀ ਗੱਲ ਆਪਾਂ ਪਹਿਲਾਂ ਪੜ੍ਹ ਕੇ, ਸਟੇਟ ਗਵਰਨਮੈਂਟ ਦੀ ਕਿਤੇ ਦੂਜੇ ਕੰਟਰੀ ਨਾਲ ਟ੍ਰੀਟੀ ਹੋਈ ਹੁੰਦੀ ਹੈ, ਠੀਕ ਹੈ, ਮਿਨਿਸਟਰੀ ਆਫ ਫੋਰਨ ਅਫੇਅਰਸ ਰਾਹੀਂ ਅਸੀਂ ਸਮਨ ਕਰਵਾ ਸਕਦੇ ਹਾਂ। ਜਿੱਥੇ ਕੋਈ ਸਪੈਸ਼ਲ ਅਰੇਂਜਮੈਂਟ ਨਹੀਂ ਹੋਏ ਹੁੰਦੇ ਉੱਥੇ ਅਸੀਂ ਫੈਕਸ ਮੈਸੇਜ ਕਰਕੇ ਭੇਜ ਸਕਦੇ ਹਾਂ, ਮੈਸੇਜ ਚਾਹੇ ਮੇਲ ਵੀ ਕਰਾਈ ਜਾ ਸਕਦੀ ਹੈ ਵਿਅਕਤੀ ਨੂੰ, ਕੰਸਰਨ ਪਰਸਨ ਨੂੰ। ਚਲੋ। Interrogatories in the case of the foreign territories, interrogatory should be transmitted through the channels prescribed of the summons. ਤੇ ਅਸੀਂ ਮਤਲਬ ਕਿ ਜੇ ਸੰਬੰਧ ਰਾਹੀਂ ਜੇ ਕੋਈ ਕੁਝ ਪੁੱਛਣਾ ਚਾਹੁੰਦੇ ਕਿਸੇ ਵਿਅਕਤੀ ਨੂੰ ਤਾਂ ਕੁਐਸਚਨਰੀ ਅਸੀਂ ਭੇਜ ਸਕਦੇ ਹਾਂ ਨਾਲ, ਵੀ ਆਹ ਕੁਐਸਚਨ ਹੈ, ਤੁਸੀਂ ਇਹਦਾ ਕੀ ਜਵਾਬ ਦੇਣਾ ਚਾਹੁੰਦੇ ਹੋ। ਉਹ ਸੰਬੰਧ ਦੇ ਨਾਲ ਹੀ ਉਹਨੂੰ ਇੰਟਰੋਗੇਟਰੀ ਭੇਜੀ ਜਾ ਸਕਦੀ ਹੈ, ਤਾਂ ਕਿ ਉਹਦੇ ਜਿਹੜੇ ਜਵਾਬ ਹੈਗੇ ਉੱਥੋਂ ਉਸ ਸੰਬੰਧ ਜਦੋਂ ਵਾਪਸ ਆਉਣਾ ਹੈਗਾ ਉਹਦੇ ਨਾਲ ਹੀ ਜਵਾਬ ਉਹਦੇ ਆ ਜਾਣ। ਇਸ ਦਿਨ ਵਿੱਚ ਇੰਡੀਅਨ ਆਫੀਸਰਸ ਔਰ ਸੋਲਜਰਸ ਆਰ ਕੰਸਰਨਡ, ਜਿੱਥੇ ਕਿਤੇ ਸਮਨ ਭੇਜਣਾ, ਕਿਸੇ ਆਫੀਸਰ ਨੂੰ ਭੇਜਣਾ, ਕਿਸੇ ਸੋਲਜਰ ਨੂੰ ਭੇਜਣਾ, ਤਾਂ ਉਹਨਾਂ ਦਾ ਜਿਹੜਾ ਹੈਗਾ ਆਫੀਸਰ ਇੰਚਾਰਜ ਹੁੰਦਾ ਉਸ ਉਹਦਾ ਆਰਮੀ ਵਗੈਰਾ ਦਾ, ਠੀਕ ਹੈ ਜੀ, ਉਹਨੂੰ ਜਿਹੜਾ ਸਮਨ ਹੈਗਾ ਭੇਜਿਆ ਜਾਂਦਾ ਹੈ ਤਾਂ ਕਿ ਕੰਸਰਨ ਜਿਹੜਾ ਪਰਸਨ ਹੈਗਾ ਉਸ ਨੂੰ ਸਮਨ ਹੋ ਸਕੇ। ਡਿਫੈਂਡੈਂਟ ਟੂ ਪ੍ਰੈਜ਼ੈਂਟ ਰਿਟਰਨ ਸਟੇਟਮੈਂਟ ਆਪਾਂ ਪਹਿਲਾਂ ਵੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ, ਵੀ ਜਦੋਂ ਆਰਡਰ 8 ਦੇ ਵਿੱਚ ਵੀ ਆਪਾਂ ਰੀਸੈਂਟਲੀ ਪੜ੍ਹ ਰਹੇ ਹਾਂ, CPC 'ਚ ਵੀ ਪੜ੍ਹ ਰਹੇ ਹਾਂ, ਜਦੋਂ ਪਲੇਂਟ ਦੀ ਕੋਈ ਜਵਾਬ ਦੇਣਾ ਦੂਜੀ ਪਾਰਟੀ ਨੇ, ਜਿਹਨੂੰ ਆਪਾਂ ਜਵਾਬ ਦਾਵਾ ਕਹਿੰਦੇ ਹਾਂ, ਉਹ ਰਿਟਰਨ ਸਟੇਟਮੈਂਟ ਕਹੀ ਜਾਂਦੀ ਹੈ। ਰਿਟਰਨ ਸਟੇਟਮੈਂਟ ਦੇਣੀ ਹੁੰਦੀ ਹੈ। ਰਿਟਰਨ ਸਟੇਟਮੈਂਟ ਦੇਣ ਵੇਲੇ ਜਿਹੜੇ ਡਾਕੂਮੈਂਟ ਜਿਹੜੇ ਹੁੰਦੇ ਆ ਸਾਰੇ ਪਾਰਟੀ ਵੱਲੋਂ ਨਾਲ ਲਗਾਏ ਜਾਂਦੇ ਨੇ। ਰਿਟਰਨ ਸਟੇਟਮੈਂਟ ਟੂ ਬੀ ਅਕੰਪਨੀਡ ਬਾਈ ਦਾ ਡਾਕੂਮੈਂਟ ਰਾਈਟ ਅਪੋਨ ਇਟ, ਹਾਂ ਠੀਕ ਹੈ, ਨਾਲ ਲਗਾਏ ਜਾਂਦੇ ਡਾਕੂਮੈਂਟ ਸਾਰੇ। ਲੈਟਰ ਮੇ ਆਲਸੋ ਵੀ ਕਾਲਡ ਅਪੋਨ ਟੂ ਫਾਈਲ ਰਿਟਰਨ ਸਟੇਟਮੈਂਟ। ਜੇ ਰਿਟਰਨ ਸਟੇਟਮੈਂਟ ਜਿਹੜੀ ਦਿੱਤੀ ਜਾਂਦੀ ਹੈ ਡਿਫੈਂਡੈਂਟ ਵੱਲੋਂ, ਪਾਰਟੀ ਵੱਲੋਂ, ਫਿਰ ਉਹਦਾ ਜਵਾਬ ਵੀ ਅੱਗੇ ਜਿਹੜਾ ਪਲੈਂਟ ਵੱਲੋਂ ਦੁਆਰਾ ਵੀ ਮੰਗਿਆ ਜਾ ਸਕਦਾ ਹੈ। ਈਚ ਡਿਫੈਂਡੈਂਟ ਸ਼ੁੱਡ ਐਜ਼ ਏ ਰੂਲ ਫਾਈਲ ਸੈਪਰੇਟ ਰਿਟਰਨ ਸਟੇਟਮੈਂਟ। ਹਰ ਜਿਹੜਾ ਡਿਫੈਂਡੈਂਟ ਹੈਗਾ ਵੱਖਰੀ ਵੱਖਰੀ ਸਟੇਟਮੈਂਟ ਆਪਦੀ ਜਿਹੜੀ ਹੈਗੀ ਹੈ ਜਵਾਬ ਦਾਵਾ ਪੇਸ਼ ਕਰੇ। ਜੇ ਉਹਨਾਂ ਦਾ ਕਾਮਨ ਕਾਜ਼ ਇੱਕੋ ਹੀ ਹੋਵੇ, ਕਾਮਨ ਕਲੇਮ ਇੱਕੋ ਹੀ ਹੋਵੇ, ਡਿਫੈਂਸ ਇੱਕੋ ਹੀ ਹੋਵੇ, ਤਾਂ ਇਕੱਠੇ ਤੌਰ ਤੇ ਵੀ ਜਿਹੜੀ ਹੈਗੀ ਹੈ ਰਿਟਰਨ ਸਟੇਟਮੈਂਟ ਜਵਾਬ ਦਾਵਾ ਦੇ ਸਕਦੇ ਨੇ। ਸੈਟ ਆਫ ਦੀ ਗੱਲ ਆਪਾਂ ਕੱਲ ਕਲੀਅਰ ਪੜ੍ਹੀ ਸੀ, ਜੇ ਕੋਈ ਅਮਾਊਂਟ ਦੀ ਗੱਲ ਹੈਗੀ ਹੈ, ਕੁਛ ਅਮਾਊਂਟ ਇੱਕ ਨੇ ਦਾਵਾ ਪਾਇਆ ਸੀ 5 ਲੱਖ ਰੁਪਏ ਦਾ, ਦੂਜੇ ਨੇ ਦਾਵਾ ਪਾਇਆ, ਉਹ ਕਹਿੰਦਾ ਮੈਂ 1 ਲੱਖ ਰੁਪਏ ਦਾ ਸੈਟ ਆਫ ਹੋ ਚੁੱਕਿਆ ਮੇਰਾ, ਮੈਂ ਦੇ ਚੁੱਕਿਆ, ਉਹ ਵੀ ਸੈਟ ਆਫ ਦੀ ਜਿਹੜੀ ਰਿਟਰਨ ਸਟੇਟਮੈਂਟ ਚਾਲਾ ਰਿਪਲਾਈ ਦੇ ਸਕਦਾ। ਜਨਰਲ ਐਂਡ ਸਪੈਸ਼ਲ ਰੂਲਸ ਐਜ਼ ਟੂ ਦ ਰਿਟਰਨ ਸਟੇਟਮੈਂਟ। ਆਪਾਂ CPC ਪੜ੍ਹੇ ਹਾਂ, ਦੇਖੋ ਜਿੱਥੇ ਵੀ ਕਿਤੇ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ, ਜਿੱਥੇ ਵੀ ਕਿਤੇ ਤੁਸੀਂ ਤੁਹਾਡੇ ਰੈਵਨਿਊ ਲਾਅ ਦੇ ਵਿੱਚ ਕਿਤੇ ਪ੍ਰੋਸੀਜਰ ਨਾ ਮਿਲੇ ਤੁਹਾਨੂੰ, ਤਾਂ CPC ਦਾ ਜਿਹੜਾ ਹੈਗਾ ਆਰਡਰ 6 ਰੂਲ 1 ਰੀਡਿੰਗ ਸੰਬੰਧੀ ਹੈਗਾ, ਠੀਕ ਹੈ, ਇਹ ਅਸੀਂ ਫੋਲੋ ਕਰਨਾ ਹੈ। ਇੱਦਾਂ ਹੀ ਰੈਸ ਜੁਡੀਕਾਟਾ ਦੇ ਸੰਬੰਧ 'ਚ ਦੱਸਿਆ ਗਿਆ ਹੈ, ਜੇ ਕੋਈ ਪਹਿਲਾਂ ਕੇਸ ਫੈਸਲਾ ਹੋ ਚੁੱਕਿਆ ਸੇਮ ਉਸ ਨੇਚਰ ਦਾ ਕੇਸ ਦੁਬਾਰਾ ਦਾਇਰ ਨਹੀਂ ਹੋ ਸਕਦਾ।
ਸੈਟਲਮੈਂਟ ਆਫ ਦਾ ਇਸ਼ੂਜ਼, ਜਦੋਂ ਪਲੇਂਟ ਫਾਈਲ ਹੋ ਗਈ, ਰਿਟਨ ਸਟੇਟਮੈਂਟ ਫਾਈਲ ਜਵਾਬ ਦਵਾ ਫਾਈਲ ਹੋ ਗਿਆ, ਠੀਕ ਹੈ। ਨੈਸੈਸਿਟੀ ਆਫ ਫਰੇਮਿੰਗ ਦਾ ਕਰੈਕਟ ਇਸ਼ੂਜ਼, ਫਿਰ ਉਸ ਤੋਂ ਬਾਅਦ ਜਿਹੜੇ ਇਸ਼ੂ ਫਰੇਮ ਕੀਤੇ ਜਾਂਦੇ ਨੇ। ਇਸ਼ੂ ਫਰੇਮ ਕਿਉਂ ਕੀਤੇ ਜਾਂਦੇ ਨੇ? ਤਾਂ ਕਿ ਕਿਹੜੇ ਕਿਹੜੇ ਕੁਐਸਚਨ ਜਿਹੜੇ ਹੈਗੇ ਨੇ, ਉਹਨੇ ਕੀ ਕਲੇਮ ਕੀਤਾ, ਉਹਦਾ ਜਵਾਬ ਦੂਜੀ ਪਾਰਟੀ ਨੇ ਕੀ ਦਿੱਤਾ ਹੈ, ਕੋਰਟ ਕੀ ਕਿਸ ਸਿੱਟੇ ਤੇ ਪਹੁੰਚਦੀ ਹੈ, ਕੋਰਟ ਨੂੰ ਮਤਲਬ ਕਿ ਆਪਣਾ ਕੇਸ ਨੂੰ ਸੈਟਲ ਕਰਨ ਦੀ ਖਾਤਰ ਜਿਹੜੇ ਹੈਗੇ ਇਸ਼ੂ ਫਰੇਮ ਕੀਤੇ ਜਾਂਦੇ ਨੇ। ਫਿਰ ਇਸ਼ੂ ਨੂੰ ਜਿਹੜਾ ਹੈਗਾ ਡਿਸਾਈਡ ਕਰਨ ਦੀ ਖਾਤਰ ਕੀ ਹੁੰਦਾ ਹੈ, ਪਲੇਂਟਿਵ ਪਾਰਟੀ ਤੇ ਡਿਫੈਂਡੈਂਟ ਪਾਰਟੀ ਆਪਣੇ ਆਪਣੇ ਗਵਾਹ ਪੇਸ਼ ਕਰਦੀਆਂ ਨੇ। ਮੇਨ ਫਾਊਂਡੇਸ਼ਨ ਫਾਰ ਦਾ ਇਸ਼ੂਜ਼। ਇਸ਼ੂ ਤਿਆਰ ਕਿੱਥੋਂ ਹੁੰਦੇ ਨੇ? ਇਸ਼ੂ ਤਿਆਰ ਕਿੱਥੋਂ ਹੁੰਦੇ ਨੇ? ਇਸ਼ੂ ਜਿਹੜੀ ਪਲੇਂਟ ਹੈਗੀ ਆ ਫਾਈਲ ਕੀਤੀ ਗਈ ਹੈ, ਪਾਰਟੀ ਕੀ ਕਹਿੰਦੀ ਹੈ, ਜਿਹੜੀ ਪਲੇਂਟ ਪਾਰਟੀ ਹੈ, ਤੇ ਡਿਫੈਂਡੈਂਟ ਪਾਰਟੀ ਕੀ ਕਹਿੰਦੀ ਹੈ। ਇਹਨਾਂ ਦੋਨਾਂ ਨੂੰ ਜਦੋਂ ਪੜ੍ਹ ਕੇ ਦੇਖਿਆ ਜਾਂਦਾ ਕੋਰਟ ਵੱਲੋਂ, ਜਦ ਵਕੀਲ ਪੜ੍ਹ ਕੇ ਦੱਸਦੇ ਨੇ, ਠੀਕ ਹੈ, ਵਕੀਲਾਂ ਦੀ ਸਹਾਇਤਾ ਦੇ ਨਾਲ ਜਿਹੜਾ ਹੈਗਾ ਇਸ਼ੂ ਫਰੇਮ ਕੀਤੇ ਜਾਂਦੇ ਨੇ ਕੋਰਟ ਵੱਲੋਂ, ਦੋਨੇ ਪਾਰਟੀਆਂ ਦੇ ਵਕੀਲਾਂ ਦੀ ਸਹਾਇਤਾ ਦੇ ਨਾਲ। ਮਤਲਬ ਕਹਿੰਦਾ ਇਹ ਹੈਗਾ ਵੀ ਜੇ ਕਿਸੇ ਕੇਸ ਨੂੰ ਪ੍ਰੋਪਰਲੀ ਤਰੀਕੇ ਦੇ ਨਾਲ ਤੁਸੀਂ ਇਸ਼ੂ ਫਰੇਮ ਕਰ ਲਓ ਤੇ ਪਲੇਂਟ ਨੂੰ ਤੇ ਰਿਟਨ ਸਟੇਟਮੈਂਟ ਨੂੰ ਪੜ੍ਹ ਲਿਆ ਜਾਵੇ ਆਫੀਸਰ ਵੱਲੋਂ ਥੋੜਾ ਬਰੀਕੀ ਤੌਰ ਤੇ, ਤਾਂ ਜਿਹੜਾ ਕੇਸ ਹੈਗਾ ਉਹ ਵਧੀਆ ਤਰੀਕੇ ਨਾਲ ਜਿਹੜਾ ਡਿਸਾਈਡ ਕੀਤਾ ਜਾ ਸਕਦਾ ਹੁੰਦਾ ਹੈ। ਪ੍ਰੋਸੀਜਰ ਇਨ ਫਰੇਮਿੰਗ ਦਾ ਇਸ਼ੂ, ਪ੍ਰੋਸੀਜਰ ਇਹ ਹੈ ਵੀ ਪਹਿਲਾਂ ਉਸਨੂੰ ਕੇਅਰਫੁਲੀ ਪੜ੍ਹੋਗੇ, ਐਗਜ਼ਾਮਿਨ ਕਰੋਗੇ ਪਲੀਡਿੰਗ ਨੂੰ, ਤੇ ਫਿਰ ਕੇਅਰਫੁਲੀ ਐਗਜ਼ਾਮਿਨ ਕਰੋਗੇ ਤੁਸੀਂ ਰਿਟਨ ਸਟੇਟਮੈਂਟ ਨੂੰ, ਫਿਰ ਹੀ ਤੁਹਾਡਾ ਜਿਹੜਾ ਇਸ਼ੂ ਫਰੇਮ ਹੋ ਸਕਦਾ ਵੀ ਮੈਨੂੰ ਕੀ ਮੈਨੇ ਸਾਬਤ ਕਰਨਾ ਹੈਗਾ, ਕੀ ਕਿਹੜੀ ਪਾਰਟੀ ਕੀ ਸਾਬਤ ਕਰਨਾ ਚਾਹੁੰਦੀ ਹੈ। ਅਮੈਂਡਮੈਂਟ ਆਫ ਪਲੀਡਿੰਗ ਦੀ ਗੱਲ ਕੀਤੀ ਗਈ ਹੈ, ਐਗਜ਼ਾਮੀਨੇਸ਼ਨ ਆਫ ਦਾ ਪਾਰਟੀਜ਼। ਕਿਸੇ ਵੀ ਸਟੇਜ ਤੇ ਜੇ ਕੋਰਟ ਨੂੰ ਲੱਗਦਾ ਹੈਗਾ ਕੋਈ ਪਾਰਟੀ, ਜਾਂ ਕੋਰਟ ਨੂੰ ਲੱਗਦਾ ਜਾਂ ਕੋਈ ਪਾਰਟੀ ਕਿਸੇ ਆਪਦੀ ਜਿਹੜੀ ਹੈਗੀ ਹੈ ਪਲੇਂਟ ਦੇ ਵਿੱਚ ਜਾਂ ਰਿਟਨ ਸਟੇਟਮੈਂਟ ਦੇ ਵਿੱਚ ਕੋਈ ਅਮੈਂਡਮੈਂਟ ਕਰਨਾ ਚਾਹੁੰਦੀ ਹੈ, ਤਾਂ ਉਹ ਜਿਹੜੀ ਹੈਗੀ ਆ ਫਾਈਨਲ ਜਿੱਥੇ ਜਦੋਂ ਇਸ਼ੂ ਫਰੇਮ ਹੋ ਚੁੱਕੇ ਹੁੰਦੇ ਆ, ਉਸ ਤੋਂ ਬਾਅਦ ਜਦੋਂ ਕੇਸ ਜਿਹੜਾ ਹੈਗਾ ਫਾਈਨਲ ਸਟੇਜ ਤੇ ਪਹੁੰਚ ਚੁੱਕਿਆ ਹੁੰਦਾ, ਉਦੋਂ ਇਹ ਗੱਲ ਨਹੀਂ ਕੀਤੀ ਜਾ ਸਕਦੀ, ਤੇ ਇਨੀਸ਼ੀਅਲ ਸਟੇਜ ਤੇ ਹੀ ਕੋਈ ਅਮੈਂਡਮੈਂਟ ਕਰਨੀ ਚਾਹੁੰਦੇ ਆ ਤਾਂ ਕੀਤੀ ਜਾ ਸਕਦੀ ਹੈ ਕੋਰਟ ਦੀ ਪਰਮਿਸ਼ਨ ਦੇ ਨਾਲ। burden of proof, the burden of proof important issue word ਹੈਗਾ ਇਹ, burden of proof ਕਿਹੜੀ ਪਾਰਟੀ ਦਾ ਲਾਈ ਕਰਦਾ ਹੈ। the burden of proof as to the each issue should be carefully determined and the name of the party on whom burden lies, ਵੀ ਕਿਹੜਾ ਪੁਆਇੰਟ ਕਿਹੜੀ ਪਾਰਟੀ ਸਾਬਤ ਕਰੇਗੀ, ਕੋਰਟ ਨੇ ਡਿਸਾਈਡ ਕਰਨਾ ਹੈਗਾ ਕਿਹੜਾ ਪੁਆਇੰਟ ਨੂੰ ਸਾਬਤ ਕਰਨ ਦੇ ਲਈ ਕਿਹੜੀ ਪਾਰਟੀ ਦਾ ਜ਼ਿੰਮੇਵਾਰੀ ਬਣਦੀ ਹੈ, ਪਲੇਂਟਿਵ ਪਾਰਟੀ ਜਾਂ ਡਿਫੈਂਡੈਂਟ ਪਾਰਟੀ, ਠੀਕ ਹੈ। ਇਹ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹੜੀ ਪਾਰਟੀ ਦੇ ਬਰਡਨ ਆਫ ਪ੍ਰੂਫ ਲਾਈ ਕਰਦਾ ਹੈ ਕਿਸੇ ਇਸ਼ੂ ਨੂੰ ਸਾਬਤ ਕਰਨ ਦੀ ਖਾਤਰ। ਸਟੇਟਡ ਨੈਕਸਟ ਆ ਗਿਆ ਡਾਕੂਮੈਂਟਰੀ ਐਵੀਡੈਂਸ, ਮੇਨ ਪ੍ਰੋਵੀਜ਼ਨ ਵਿਦ ਰਿਗਾਰਡ ਟੂ ਦਾ ਪ੍ਰੋਡਕਸ਼ਨ ਆਫ ਦਾ ਡਾਕੂਮੈਂਟਸ। ਡਾਕੂਮੈਂਟ ਦੀ ਜਿਹੜੀ ਲਿਸਟ ਹੁੰਦੀ ਹੈ, ਜਦੋਂ ਪਲੇਂਟ ਹੈ ਪਲੇਂਟ ਦੇ ਨਾਲ ਲਗਾਈ ਜਾਂਦੀ ਹੈ, ਠੀਕ ਹੈ। ਇਹਦੀ ਜਿਹੜੀ ਰਿਟਨ ਸਟੇਟਮੈਂਟ ਹੈ ਡਿਫੈਂਡੈਂਟ ਦੇ ਵੱਲੋਂ ਜਵਾਬ ਦਾ ਪੇਸ਼ ਕੀਤਾ ਜਾਂਦਾ ਹੈ, ਉਹਦੇ ਜਿਹੜੇ ਡਾਕੂਮੈਂਟ ਨੇ ਉਹ ਉਹਦੇ ਨਾਲ ਲਗਾ ਕੇ ਪੇਸ਼ ਕਰਦਾ ਹੈ। ਜਿਹੜੇ ਡਾਕੂਮੈਂਟਾਂ ਨੂੰ ਇੱਕ ਦੂਜੀ ਪਾਰਟੀ ਐਡਮਿਟ ਕਰ ਲੈਂਦੀ ਹੈ ਵੀ ਹਾਂ ਜਿਹੜਾ ਤੁਹਾਡਾ ਡਾਕੂਮੈਂਟ ਹੈ ਇਹ ਜਿਹੜਾ ਲਗਾਇਆ ਗਿਆ ਅਸੀਂ ਇਸ ਨੂੰ ਮੰਨਦੇ ਹੈਗੇ ਹਾਂ, ਠੀਕ ਹੈ। ਫਿਰ ਉਹ ਡਾਕੂਮੈਂਟ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ, ਫਿਰ ਡਾਕੂਮੈਂਟ ਦੇ ਬੇਸਿਸ ਤੇ ਜਿਹੜੀ ਐਵੀਡੈਂਸ ਹੈ, ਠੀਕ ਹੈ, ਉਹ ਦਿੱਤੀ ਜਾਂਦੀ ਹੈ ਵੀ ਡਾਕੂਮੈਂਟ 'ਚ ਕੀ ਕਿਹਾ ਗਿਆ ਹੈਗਾ ਤੇ ਅਸੀਂ ਉਹਦੇ ਸੰਬੰਧ ਵਿੱਚ ਕੀ ਗਵਾਹੀ ਦੇਣਾ ਚਾਹੁੰਦੇ ਹਾਂ। ਲਿਸਟ ਆਫ ਦਾ ਡਾਕੂਮੈਂਟ ਦੀ ਗੱਲ ਕੀਤੀ ਗਈ ਹੈ, ਫਾਈਲਡ, ਠੀਕ ਹੈ, ਦੋਨੇ ਪਾਰਟੀਆਂ ਲਿਸਟ ਲਗਾਉਣਗੀਆਂ ਡਾਕੂਮੈਂਟਾਂ ਦੀ, ਫਿਰ ਠੀਕ ਕਿਹਾ ਗਿਆ। ਅੱਗੇ ਚਲੋ, ਇਹ ਲਿਸਟ ਦਾ ਕੀ ਹੈ ਪਰਫਾਰਮੈਂਸ ਦਿੱਤਾ ਗਿਆ, ਸੀਰੀਅਲ ਨੰਬਰ, ਡਿਸਕ੍ਰਿਪਸ਼ਨ ਐਂਡ ਡੇਟ ਇਫ ਐਨੀ ਆਫ ਦਾ ਡਾਕੂਮੈਂਟ, ਠੀਕ ਹੈ। ਇਹਦੇ 4 ਕਾਲਮ ਬਣਾਏ ਗਏ 4-5, ਪਹਿਲਾ ਸੀਰੀਅਲ ਨੰਬਰ ਦਾ, ਫਿਰ ਡੇਟ ਐਂਡ ਡਿਸਕ੍ਰਿਪਸ਼ਨ ਆਫ ਦਾ ਡਾਕੂਮੈਂਟ, ਡਾਕੂਮੈਂਟ ਕਿਹੜਾ ਹੈਗਾ ਉਹਦੀ ਕੀ ਤਰੀਕ ਹੈਗਾ, ਬਟ ਦਾ ਡਾਕੂਮੈਂਟ ਇਜ਼ ਇੰਟੈਂਡਡ ਟੂ ਪ੍ਰੂਵ, ਇਸ ਡਾਕੂਮੈਂਟ ਦੇ ਰਾਹੀਂ ਕੀ ਪ੍ਰੂਵ ਕਰਨਾ ਚਾਹੁੰਦੇ ਹੋ ਤੁਸੀਂ। ਇਫ ਬ੍ਰੌਟ ਔਨ ਰਿਕਾਰਡ ਦਾ ਐਗਜ਼ੀਬਿਟ ਔਨ ਦਾ ਡਾਕੂਮੈਂਟ, ਜਦੋਂ ਰਿਕਾਰਡ ਤੇ ਲੈ ਕੇ ਆਉਂਦਾ ਤਾਂ ਕੀ ਇਹਨੂੰ ਐਗਜ਼ੀਬਿਟ ਨੰਬਰ ਲੱਗ ਚੁੱਕਿਆ ਜਾਂ ਨਹੀਂ ਲੱਗਿਆ ਹੈਗਾ। If rejected date of return to the party with sign or pleader, ਜੇ ਤੁਹਾਡਾ ਡਾਕੂਮੈਂਟ ਇਹ ਨਹੀਂ ਮਤਲਬ ਕਿ ਐਡਮਿਟ ਹੋਇਆ ਕੋਰਟ ਦੇ ਵਿੱਚ ਤਾਂ ਉਹਨੂੰ ਰਿਜੈਕਟ ਕਰ ਦਿੱਤਾ ਗਿਆ, ਤਾਂ ਪਾਰਟੀ ਨੂੰ ਰਿਟਰਨ ਕਰ ਦਿੱਤਾ ਗਿਆ, ਤਾਂ ਕਿਹੜੀ ਤਰੀਕ ਨੂੰ ਰਿਟਰਨ ਕੀਤਾ ਗਿਆ ਤੇ ਕਾਲਮ ਹੈਗਾ ਰਿਮਾਰਕਸ ਦਾ। ਇਹ ਡਾਕੂਮੈਂਟਾਂ
ਦੀ ਜਿਹੜੀ ਲਿਸਟ ਬਣਦੀ ਹੈ, ਇਹ ਡਾਕੂਮੈਂਟ ਦੀ ਲਿਸਟ ਮੂਹਰਲੇ ਪਾਸੇ ਲਗਾਈ ਜਾਂਦੀ ਹੈ। ਸਾਰੇ ਡਾਕੂਮੈਂਟਾਂ ਦੇ ਅੱਗੇ ਦੋਨੇ ਪਾਰਟੀਆਂ ਵੱਲੋਂ ਲਗਾਈ ਜਾਂਦੀ ਹੈ। ਡਾਕੂਮੈਂਟ ਸ਼ੁੱਡ ਬੀ ਪ੍ਰੋਡਿਊਸਡ ਐਟ ਦਾ ਫਸਟ ਹੀਅਰਿੰਗ। ਦਾ ਕੋਰਟ ਜਿਹੜੇ ਡਾਕੂਮੈਂਟਾਂ ਦੀ ਲਿਸਟ ਲਗਾਈ ਜਾਂਦੀ ਹੈ, ਉਹ ਡਾਕੂਮੈਂਟ ਜਿਹੜੇ ਉਦੋਂ ਡਾਕੂਮੈਂਟ ਹੁੰਦੇ ਨੇ ਉਹ ਵੀ ਕੋਰਟ ਦੇ ਵਿੱਚ ਫਸਟ ਹੀਅਰਿੰਗ ਤੇ ਪੇਸ਼ ਕੀਤੇ ਜਾ ਸਕਦੇ ਹੁੰਦੇ ਆ, ਕਿਉਂਕਿ ਕਾਪੀਆਂ ਅਸੀਂ ਨਾਲ ਲਗਾਉਂਦੇ ਆ ਪਹਿਲਾਂ, ਮਤਲਬ ਮੇਬੀ ਸਾਡੇ ਕੋਲ ਐਗਰੀਮੈਂਟ ਹੈਗਾ, ਐਗਰੀਮੈਂਟ ਟੂ ਸੈਲ, ਠੀਕ ਹੈ। ਅੱਜ ਦਾ ਲੈਕਚਰ ਟਾਈਮ ਹੋ ਗਿਆ ਜੀ, ਆਪਾਂ ਇੱਥੇ ਖਤਮ ਕਰਾਂਗੇ। ਬਾਕੀ ਮੈਂ ਚਾਹੁੰਦਾ ਸੀਗਾ ਵੀ ਜਿਹੜਾ ਕਲਾਸ ਹੈ ਥੋੜਾ ਟਾਈਮ ਇਹਦਾ ਚੇਂਜ ਕਰ ਲਿਆ ਜਾਵੇ। 7 ਵਜੇ ਰਾਈਟ 7 o'clock 7 ਵਜੇ ਮਾਰਨਿੰਗ ਕਲਾਸ ਸਟਾਰਟ ਕਰ ਲਿਆ ਕਰੀਏ। ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਹੈ ਜੀ? 7 ਤੋਂ 8 ਠੀਕ ਹੈ ਸਰ, ਠੀਕ ਹੈ ਜੀ। मैंने थोड़ा अर्ली जाना होता है, इस करके मैं क्लास ਨੂੰ 8 ਵਜੇ ਫਿਨਿਸ਼ ਕਰਨਾ ਚਾਹਾਂਗਾ, ਤੇ ਇਸ ਕਰਕੇ ਆਪਣੀ ਜਿਹੜੀ ਕਲਾਸ ਹੈਗੀ ਹੈ ਇਨ ਫਿਊਚਰ 7 ਤੋਂ 8 ਲੱਗੇਗੀ, ਠੀਕ ਹੈ ਜੀ। ਕਿਸੇ ਦੀ ਕੋਈ ਦਿੱਕਤ ਤਾਂ ਨਹੀਂ ਹੈ ਜੀ? ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ? ਨਹੀਂ ਸਰ, ਠੀਕ ਹੈ, ਠੀਕ ਹੈ। ਓਕੇ, ਐਨੀ ਕੁਐਸਚਨ? ਓਕੇ ਜੀ, क्लास इज ओवर, थैंक यू वेरी मच।